ਹਾਈ ਅਲਰਟ ਹੁੰਦਾ ਵਾ, ਪੂਰਾ ਦੇਸ਼ ਹਾਈ ਅਲਰਟ ਤੇ ਹੁੰਦਾ ਵਾ, ਦਿੱਲੀ ਖਾਸ ਤੌਰ ਤੇ ਹਾਈ ਅਲਰਟ ਹੁੰਦੀ ਆ। ਤੁਸੀਂ ਇਹ ਤਾਂ ਮੰਨੋਗੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਫੇਲ ਸਾਬਿਤ ਹੋਏ ਨੇ ਦਿੱਲੀ ਨੂੰ ਸੁਰੱਖਿਅਤ ਰੱਖਣ ਦੇ ਵਿੱਚ। ਬਾਕੀ ਚੀਜ਼ਾਂ ਬਾਅਦ ਜਿਹਨੇ ਭੇਜਿਆ ਕਿਹਨੇ ਭੇਜਿਆ ਬਾਅਦ ਦੀ ਗੱਲ ਆ। ਆਪਾਂ ਡਿਬੇਟ ਕਰਦੇ ਨਾ, ਆਪਾਂ ਡਿਬੇਟ ਕਰ ਰਹੇ ਆ। ਇਹ ਖਬਰ ਵੀ ਸਰਕਾਰ ਕੋਲ ਪਹੁੰਚੀ ਹੋਈ ਆ ਵੀ ਫਲਾਨੀ ਜਗ੍ਹਾ ਡਿਬੇਟ ਹੋ ਰਹੀ ਆ। ਇਦਾਂ ਹਜੂਮ ਜਾ ਰਿਹਾ, ਬੇਰੀਕੇਡ ਤੋੜੇ ਜਾ ਰਹੇ ਆ। 11 ਵਜੇ ਦਾ ਟਾਈਮ, 8 ਵਜੇ ਤਿਆਰੀ ਹੋ ਰਹੀ ਆ। ਕਿੱਥੇ ਆ ਪਿੱਛੇ ਸਰਕਾਰਾਂ, ਕਾਂਗਰਸ ਦੀਆਂ ਸਰਕਾਰਾਂ ਜਦੋਂ ਹੁੰਦੀਆਂ ਸੀ ਹਜ਼ਾਰਾਂ ਲੋਕਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ। ਇਹੋ ਜਿਹੀ ਨਕਲ ਕਰਨੀ ਉਹਨਾਂ ਦੀ, ਉਹਨਾਂ ਦੀ ਨਕਲ ਕਰਨੀ ਸੀ। ਕੱਲ ਹੋਇਆ ਕੁਝ? ਨਕਲ ਹੋਈ ਆ, ਬਿਲਕੁਲ ਹੋਈ ਆ। ਕੱਲ ਕਾਨ ਸਿੰਘ ਵਾਲੇ ਨੇ ਆਪਣੇ ਪੇਜ ਤੋਂ ਝੰਡੇ ਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਭਾਰਤ ਦੇਸ਼ ਨੂੰ ਗਾਲਾਂ ਕੱਢੀਆਂ। ਕਿਉਂ ਸਰਕਾਰਾਂ ਨਹੀਂ ਕਰਦੀਆਂ? ਪੰਜਾਬ ਵਿੱਚ ਕਰਨ ਤਾਂ ਤੁਸੀਂ ਪੰਜਾਬ ਦੇ ਵਾਸੀ ਨਹੀਂ, ਤੁਸੀਂ ਦੇਸ਼ ਦੇ ਵਾਸੀ ਨਹੀਂ, ਤੁਸੀਂ ਦੇਸ਼ ਦੇ ਵਾਸੀ ਨਹੀਂ। ਮੈਂ ਚੀਜ਼ ਨਹੀਂ ਦੇਖੀ। ਇੱਕ ਮਿੰਟ, ਇਹ ਕਹਿੰਦੇ ਵੀ ਸੁਣੋ ਹੁਣ ਮੇਰੀ ਗੱਲ ਸਾਨੀ ਸਾਹਿਬ, ਇਹ ਕਹਿੰਦੇ ਤੁਸੀਂ ਕਰਾਓ, ਤੁਸੀਂ ਅੱਖਾਂ ਬੰਦ ਕਰਕੇ ਬੈਠੇ ਰਹੋ, ਅਸੀਂ ਕਰਾਈਏ ਜੇ ਤੁਹਾਨੂੰ ਲੱਗਦਾ। ਅਸੀਂ ਤਾਂ ਗੋਸ਼ਾ ਜੀ ਕਰਾਨੇ ਆ, ਅਸੀਂ ਤਾਂ ਕਰਾਨੇ ਆ। ਫਿਰ ਪਾਰਟੀਆਂ ਸਪੋਰਟ ਕਰਦੀਆਂ, ਫਿਰ ਹਿੰਦੂ ਧਰਮ ਦਾ ਵਿਰੋਧ ਕਰਨ ਵਾਲੇ ਪਾਰਟੀਆਂ ਸਪੋਰਟ ਕਰਦੀਆਂ। ਜੋ ਮੈਨੂਪਲੇਟਡ ਹੋਵੇ ਆ, ਜੋ ਮੈਨੂਪਲੇਟਡ ਹੋਵੇ ਨਾ ਗਲਤ ਸਾਹਿਬ। ਸ਼ਾਂਤੀ ਆ ਗਈ ਹੈ, ਇਹਨਾਂ ਦੀ ਅਮਨ ਸ਼ਾਂਤੀ ਆ ਗਈ ਹੈ। ਲੜਾਈ ਪਾਣਾ ਚਾਹੁੰਦੇ ਸੀ, ਅਮਨ ਸ਼ਾਂਤੀ ਇਹਨਾਂ ਤੇ ਆ ਗਈ ਹੈ, ਇਹਨਾਂ ਤੇ ਆ ਗਈ ਹੈ। ਅਕਾਲੀ ਦਲ ਵਾਲੇ ਸਾਡੇ ਨਾਲ ਹੀ ਰਹੇ ਆ, ਕਾਨੂੰਨ ਇਹਨਾਂ ਨੇ ਹੀ ਬਣਾਇਆ, ਇਹ ਨਾਲ ਸੀ ਸਾਡੇ, ਇਹ ਨਾਲ ਸੀ। ਕਾਨੂੰਨ ਅਸੀਂ ਬਣਾਤਾ ਹੈ, ਸੁੱਤੇ ਪਏ ਸੀ। ਤੁਸੀਂ ਭਾਰਤੀ ਜਨਤਾ ਪਾਰਟੀ ਸੁੱਤੀ ਪਈ ਸੀ, ਅਸੀਂ ਕਾਨੂੰਨ ਦੇਖ ਬਣਾ ਕੇ ਸਕਦੇ ਚਲੇ ਹੋ। ਗਏ। ਫਿਰ ਤੁਸੀਂ ਰੱਦ ਕਿਉਂ ਨਹੀਂ ਕਰਦੇ? ਕਿਹੜਾ? ਤੇ ਤੁਸੀਂ ਰੱਦ ਕਰ ਦਿਓ, ਅਸੀਂ ਬਣਾਇਆ, ਤੁਸੀਂ ਰੱਦ ਕਰ ਦਿਓ। ਹੁਣ ਤੁਸੀਂ ਰੱਦ ਕਰ ਦਿਓ, ਤੁਸੀਂ ਹੁਣ ਕਿਉਂ ਡਰਦੇ ਹੋ? ਰੱਦ ਕਰਨ ਤੋਂ ਡਰਦੇ ਕਿਉਂ? ਪਾਸ ਹੋ ਗਿਆ, ਡਰਦੇ ਕਿਉਂ? ਰੱਦ ਕਿਵੇਂ ਹੋ ਜਾਊਗਾ? ਕਿਉਂ ਕਾਨੂੰਨ ਰੱਦ ਨਹੀਂ ਹੋ ਸਕਦਾ। ਮਤਾ ਪਾਓ। ਉਹਨੂੰ ਸ਼ੁਰੂ ਤੋਂ ਕਹਿ ਰਿਹਾ ਜਿਹੜਾ ਲਾਲ ਕਿਲੇ ਝੰਡਾ ਲਹਿਰਾਊਗਾ ਉਹਨੂੰ ਇੰਨੇ ਕਰੋੜ ਲੱਖ ਡਾਲਰ ਦਊਗਾ, ਜਿਹੜਾ ਇੰਡੀਆ ਗੇਟ ਤੇ ਝੰਡਾ ਲਹਿਰਾਊਗਾ ਉਹ ਇਹਨੂੰ ਇੰਨੇ ਲੱਖ ਡਾਲਰ ਦਊਗਾ। ਤੁਸੀਂ ਪੂਰੀ ਦਿੱਲੀ ਛੱਡੋ, ਲਾਲ ਕਿਲਾ ਸਿਕਿਉਰ ਕਰ ਸਕਦੇ ਸੀਗੇ ਜਦੋਂ ਤੁਹਾਨੂੰ ਐਡਾ ਵੱਡਾ ਥ੍ਰੈਟ ਆ ਰਿਹਾ ਸੀ ਇੱਕ ਬੰਦੇ ਵੱਲੋਂ। ਲਾਲ ਕਿਲਾ ਥ੍ਰੈਟ ਨਹੀਂ ਹੋਇਆ, ਪੂਰੀ ਦਿੱਲੀ ਛੱਡੋ ਤੁਸੀਂ। ਦੇਖੋ ਕੱਲ ਜਿਹੜਾ ਗਣਤੰਤਰ ਦਿਵਸ ਕਰਕੇ ਸਾਰੀ ਜਿਹੜੀ ਪੁਲਿਸ ਹੈ, ਸਾਰੀ ਸਿਕਿਉਰਿਟੀ ਉਧਰ ਲੱਗੀ ਹੋਈ ਸੀ। ਮਾਲੂ ਕੋਈ ਰੱਬ ਨਾ ਕਰੇ। ਨਹੀਂ ਤੋਂ ਹੀ ਨਿਕਲ ਰਿਹਾ ਸੀ। ਇੱਕ ਗੱਲ ਮੈਂ ਕਹਿਣਾ ਗੋਸ਼ਾ ਜੀ, ਇੱਕ ਗੱਲ ਕਹਿਣਾ, ਜਿਵੇਂ ਗਰਗ ਸਾਹਿਬ ਗੋਸ਼ਾ ਜੀ ਵੀ ਕਹਿ ਰਹੇ ਆ, ਇਲਜ਼ਾਮ ਜਿਹੜਾ ਕੈਪਟਨ ਸਾਹਿਬ ਤੇ ਵੀ ਲੱਗਦਾ ਵੀ ਜਿਹੜੀ ਪ੍ਰਧਾਨ ਮੰਤਰੀ ਵੱਲੋਂ ਬੈਠਕ ਕਮੇਟੀ ਬਣਾਈ ਗਈ ਸੀ ਉਹਦੇ ਕੈਪਟਨ ਸਾਹਿਬ ਵੀ ਸੀ। ਇਲਜ਼ਾਮ ਅਕਾਲੀ ਦਲ ਤੇ ਵੀ ਇਹ ਲੱਗਦਾ ਵੀ ਜਦੋਂ ਬਿੱਲ ਪਾਸ ਹੋਇਆ ਉਦੋਂ ਮੰਤਰੀ ਸੀਗੇ। ਸਭ ਨੰਗੇ ਹੈ। ਦੇਖੋ ਗੱਲ ਫਿਰ ਮੈਂ ਕੀ ਕਹਿਣਾ ਪਿਆ, ਨੈਟ ਸ਼ੈਲ ਤੁਸੀਂ 2 ਘੰਟੇ ਬੁਲਾਓ, ਸਾਨੂੰ 2.5 ਘੰਟੇ ਬੁਲਾਓ। ਰਾਜਨੀਤਿਕ ਪਾਰਟੀਆਂ ਨੂੰ ਆਪਣੀ ਰਾਜਨੀਤੀ ਛੱਡ ਕੇ ਕਿਸਾਨਾਂ ਨੂੰ ਅੰਦੋਲਨ ਕਰਨ ਦਿਓ। ਮੇਰੀ ਬੇਨਤੀ ਹੈ ਸਾਰਿਆਂ ਨੂੰ, ਤੁਸੀਂ ਆਪਣੀ ਸਿਆਸਤ ਦਾ ਸਵਾਲ ਲਊਂਗਾ। ਆਪਣੇ ਛੜਯੰਤਰ 'ਚ ਕਾਮਯਾਬ ਹੋਈ ਹੈ ਕੇਂਦਰ ਦੀ, ਔਰ ਉਹਨਾਂ ਦੇ ਜਿਹੜੇ ਏਜੰਟ, ਮੈਂ ਤਾਂ ਸਮਝਦਾ ਉਹਨਾਂ ਨੇ ਇਹ ਸਾਰਾ ਕਾਰਾਵਾਰਾ ਜੋ ਲਾਲ ਕਿਲੇ ਤੇ ਕੀਤਾ ਉਹਨਾਂ ਨੇ ਹੀ ਕੀਤਾ। ਔਰ ਇਹਦੇ ਵਿੱਚ ਉਹ ਜੋ ਉਹਨਾਂ ਦੀ ਸੋਚ ਸੀ ਬੀਜੇਪੀ ਵਾਲਿਆਂ ਦੀ ਕਿ ਇਹਨਾਂ ਨੂੰ ਖਾਲਿਸਤਾਨ ਨਾਲ ਜੋੜ ਦਿੱਤਾ ਜਾਵੇ। ਮੈਂ ਲਾਸਟ ਵਾਰੀ ਵੀ ਕਿਹਾ ਸੀ, ਉੱਤੇ ਹਿੰਦੂ ਧਰਮ ਦੀ ਬੇਅਦਬੀ ਦਾ ਦੌਰ ਸ਼ੁਰੂ ਹੋਇਆ, ਉਦੋਂ ਉਹਨਾਂ ਨੇ ਪਿੰਡ ਛੁਡਾ ਲਿਆ। ਐਂਡ ਦੇ ਕਿਸਾਨ ਜਥੇਬੰਦੀਆਂ ਦੇ ਆਗੂ ਕਹਿ ਦਿੰਦੇ ਨੇ ਅਸੀਂ ਕੀ ਕਰੀਏ, ਸਾਡੇ ਬੰਦੇ ਨਹੀਂ ਹੈਗੇ। ਠੀਕ ਹੈ ਨਾ, ਤੁਹਾਡੀ ਸਟੇਜਾਂ ਦੇ ਉੱਤੇ ਜਿਹੜਾ ਮਾੜਾ ਕੰਮ ਹੋ ਰਿਹਾ ਹੈ ਤੇ ਆਗੂਆਂ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਹਨੂੰ ਸੁਧਾਰਨਾ। ਫਿਰ ਜੇ ਤੁਸੀਂ ਤੁਹਾਡੇ ਆਗੂ ਨਹੀਂ ਹੈਗੇ, ਫਿਰ ਤੁਸੀਂ ਉਹਨਾਂ ਦਾ ਵਿਰੋਧ ਵੀ ਨਹੀਂ ਕੀਤਾ। ਜਦੋਂ ਚੰਗਾ ਕੰਮ ਹੈ ਉਹਦੀ ਤੁਸੀਂ ਵਾਈ ਸਾਰੇ 34 ਜਥੇਬੰਦੀਆਂ ਲੈ ਰਹੇ। ਬਾਈਕਾਟ ਕੀਤਾ ਸੀ ਨਾ, ਬੋਲਣ ਬਾਈਕਾਟ ਬਾਅਦ ਚੋਂ ਕੀਤਾ। ਬਾਈਕਾਟ ਦੀ ਗੱਲ ਸੁਣ, ਦੀਪ ਸਿੱਧੂ ਏਜੰਸੀਆਂ ਦਾ ਬੰਦਾ, ਫਲਾਣਾ ਬੰਦਾ, ਢਿਮਕਾਣਾ ਬੰਦਾ, 6 ਮਹੀਨੇ ਤੋਂ ਬੰਦਾ ਸੰਘਰਸ਼ ਤੁਹਾਡੇ ਨਾਲ ਚੱਲ ਰਿਹਾ। ਠੀਕ ਹੈ, ਸੰਘਰਸ਼ ਨੂੰ ਤੇਜ਼ ਕਰਨ ਵਿੱਚ ਵੀ ਕਿਤੇ ਨਾ ਕਿਤੇ ਕਿਸਾਨ ਲੀਡਰ ਕਹਿੰਦੇ ਸੀ ਵੀ ਦੀਪ ਸਿੱਧੂ ਦਾ ਹੱਥ ਹੈ। ਅੱਜ ਦੀਪ ਸਿੱਧੂ ਏਜੰਸੀਆਂ ਦਾ ਬੰਦਾ ਹੋ ਗਿਆ। ਕੱਲ ਕਿਤੇ ਨਾ ਕਿਤੇ ਗੁਰਵੰਤ ਸਿੰਘ ਪੰਨੂ ਆਪਣੇ ਮਨਸੂਬਿਆਂ 'ਚ ਕਾਮਯਾਬ ਹੁੰਦੇ ਦਿਖਿਆ ਆਪਾਂ ਨੂੰ। ਕੱਲ ਉੱਥੇ ਕੇਸਰੀ ਝੰਡਾ ਲਹਿਰਾਇਆ ਗਿਆ, ਬਾਅਦ 'ਚ ਉਹਦੀ ਜ਼ਿੰਮੇਵਾਰੀ ਲਿੱਤੀ ਗਈ ਦੀਪ ਸਿੱਧੂ ਜਾਂ ਉਹਦੀ ਟੀਮ ਵੱਲੋਂ। ਅਸੀਂ ਲਹਿਰਾਇਆ ਆਪਣੇ ਹੈੱਡਕੁਆਟਰ 'ਚ ਆਪਣੇ ਝੰਡਾ ਲਹਿਰਾਉਂਦੇ, ਅਸੀਂ ਆਪਣਾ ਝੰਡਾ ਲਹਿਰਾਉਂਦੇ ਹਾਂ। ਸਨਾਤਨ ਧਰਮ ਦਾ ਆਪਣਾ ਹੈ, ਮੁਸਲਿਮ ਧਰਮ ਦਾ ਆਪਣਾ ਹੈ, ਲੇਕਿਨ ਉਹ ਜਗ੍ਹਾ ਆਪਣੀ ਚੀਜ਼ਾਂ ਤੇ ਚੰਗੀਆਂ ਲੱਗਦੀਆਂ ਨੇ, ਸਾਡੇ ਧਾਰਮਿਕ ਸਥਲਾਂ ਤੇ ਚੰਗੀਆਂ ਲੱਗਦੇ ਨੇ। ਦੇਸ਼ ਦੇ ਸਰਵੋੱਚ ਸਥਾਨ ਦੇ ਉੱਤੇ ਪੈਰਲਲ ਝੰਡਾ ਲਹਿਰਾਣਾ ਔਰ ਤਿਰੰਗੇ ਦਾ ਅਪਮਾਨ ਕਰਕੇ ਆਪਣਾ ਝੰਡਾ ਚਲਾਉਣਾ ਇਹ ਕੋਈ ਵਧੀਆ ਕਾਰਵਾਈ ਨਹੀਂ ਰਹੀ, ਔਰ ਕਿਸਾਨਾਂ ਨੂੰ ਇਹਦਾ ਨੁਕਸਾਨ ਵੀ ਭੁਗਤਣਾ ਪਏਗਾ। ਤੇ ਬਾਕੀ ਕਾਂਗਰਸ ਪਾਰਟੀ ਦਾ ਤਾਂ ਇਹ ਹੈ ਵੀ ਇਹਨਾਂ ਨੇ ਹਰ ਪਾਸੇ ਆਪਣੀ ਕਾਂਗਰਸੀ ਯਾਰ ਜਿਹੜੀ ਆਪਣੀ ਉਹ ਪੋਲੀਟੀਕਲ ਰੋਟੀਆਂ ਹੀ ਸੇਕਣੀਆਂ ਨੇ। ਇਹਨਾਂ ਨੇ ਕਦੇ ਦੇਸ਼ ਬਾਰੇ ਨਹੀਂ ਸੋਚਣਾ, ਨਾ ਕਦੇ ਇਹਨਾਂ ਨੇ ਸੋਚਿਆ। ਦੋਸ਼ ਵੱਡੇ ਤੁਹਾਡੇ ਤੇ ਲੱਗ ਰਹੇ ਨੇ, ਸਰਕਾਰ ਤੇ ਲੱਗ ਰਹੇ ਨੇ। ਸਰਕਾਰ ਦੀ ਮਿਲੀ ਭੁਗਤ ਨਾਲ ਸਾਰਾ ਕੁਝ ਹੋਇਆ ਹੈ। ਨਹੀਂ ਜੀ, ਨਹੀਂ, ਕੋਈ ਸਰਕਾਰ ਨਹੀਂ ਚਾਹੁੰਦੀ। ਛੋਟਾ ਬੰਦਾ ਫੋਟੋ ਵਾਇਰਲ ਹੋ ਰਹੀਆਂ ਸਨੀ ਦਿਓਲ ਹੋਰਾਂ ਨਾਲ। ਦੀਪ ਸਿੱਧੂ 6 ਮਹੀਨਿਆਂ ਦਾ ਤਾਂ ਸਾਡਾ ਨਹੀਂ ਸੀ ਤੇ ਅੱਜ ਉਹ ਸਾਡਾ ਹੋ ਗਿਆ। ਇਹੀ ਨਾ ਪਲਾਨ ਕਰਕੇ ਵਿੱਚ ਬਾੜ ਗਏ ਕਿਸਾਨ ਜਥੀਆਂ ਦੇ ਵਿੱਚ। 1947 ਦਾ ਜਿਹੜਾ ਆਕਾਰ ਆ, ਜਦੋਂ ਆਪਣਾ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ, ਉਦੋਂ ਹਿੰਦੂ ਮੁਸਲਮਾਨ ਦੀ ਲੜਾਈ ਕਰਾਈ ਗਈ। ਉਹ ਲੜਾਈ ਹੈ ਨਹੀਂ ਸੀਗੀ, ਬਣਾਈ ਗਈ। ਉਹ ਤੁਹਾਨੂੰ ਪਤਾ 10 ਲੱਖ ਤੋਂ ਵੱਧ ਜੇ ਕੋਈ ਵੀ ਉਹਨਾਂ ਦੌਰਾਨ ਗਿਆ ਤੇ ਗਿਆ ਤਾਂ ਇਨਸਾਨ ਹੀ ਗਿਆ ਨਾ। ਜੇ 1984 ਦੇ ਵਿੱਚ ਹਿੰਦੂ ਸਿੱਖ ਦੀ ਲੜਾਈ ਬਣਾਈ ਗਈ, ਲੜਾਈ ਤਾਂ ਇਹ ਹੈ ਨਹੀਂ ਸੀਗੀ, ਬਣਾਈ ਜਾਂਦੀ ਆ। ਲੜਾਈਆਂ ਬਣਾਈਆਂ ਜਾਂਦੀਆਂ, ਸਰਕਾਰਾਂ ਕੋਲੋਂ ਬੜੀ ਵੱਡੀ ਪਾਵਰ ਹੈ। ਅੰਗਰੇਜ਼ ਇਹਨਾਂ ਨੂੰ ਇੱਕ ਬੜਾ ਵੱਡਾ ਹਥਿਆਰ ਦੇ ਗਏ ਆ, ਡਿਵਾਈਡ ਐਂਡ ਰੂਲ। ਇਹ ਡਿਵਾਈਡ ਦੇ ਵਿੱਚ ਰੂਲ ਕਰ ਦਿੰਦਾ, ਕਹਿੰਦਾ ਵੀ ਜਦੋਂ ਕਿਸੇ ਦਾ ਕੋਈ ਵੀ ਵੱਡਾ ਮੂਵਮੈਂਟ ਖਤਮ ਕਰਨੀ ਹੋਵੇ ਨਾ, ਉਹਨੂੰ ਧਰਮਾਂ ਦੀਆਂ ਲੜਾਈਆਂ ਬਣਾ ਦਿਓ, ਉਹ ਆਪੇ ਲੜੀ ਜਾਣਗੇ। ਬੜੇ ਆਰਾਮ ਨਾਲ ਅੰਦਰ ਵੜ ਗਏ, ਬੜੇ ਆਰਾਮ ਨਾਲ ਉੱਪਰ ਵੀ ਚੜ ਗਏ, ਬੜੇ ਆਰਾਮ ਨਾਲ। ਅਸੀਂ ਨਿਸ਼ਾਨ ਸਾਹਿਬ ਦੀ ਦੇਖੋ ਸਾਰੀ ਦੁਨੀਆ ਕਦਰ ਕਰਦੀ ਆ। ਜੇ ਚਾਈਨਾ ਦੇ ਬਾਰਡਰ ਤੇ ਲੋੜ ਹੁੰਦੀ ਹੈ ਤਾਂ ਨਿਸ਼ਾਨ ਸਾਹਿਬ ਚਾਹੀਦਾ ਹੈ।
ਜੇ ਪਾਕਿਸਤਾਨ ਦੇ ਬਾਰਡਰ ਤੇ ਲੋੜ ਹੋਵੇ ਤਾਂ ਨਿਸ਼ਾਨ ਸਾਹਿਬ ਚਾਹੀਦਾ ਆ। ਪਰ ਮੈਂ ਇਹ ਨਹੀਂ ਕਹਿੰਦਾ ਅੱਜ ਸਾਡਾ ਟਾਰਗੇਟ ਲਾਲ ਕਿਲੇ ਦੇ ਉੱਤੇ ਝੰਡਾ ਚੜਾਉਣਾ ਨਹੀਂ ਸੀਗਾ ਕੋਈ ਵੀ। ਹੁਣ ਇਹ ਏਜੰਸੀਆਂ ਦੁਬਾਰਾ ਉਹੀ ਪੱਤਾ 47 ਵਾਲਾ ਉਹੀ ਪੱਤਾ 84 ਵਾਲਾ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਮੰਨ ਲਓ ਕਿਤੇ ਨਾ ਕਿਤੇ ਇਹ ਜੇ ਕਿਸਾਨੀ ਸੰਘਰਸ਼ 'ਚ ਕੋਈ ਪ੍ਰੋਬਲਮ ਆਉਂਦੀ ਹੈ, ਜ਼ਿੰਮੇਵਾਰ ਕੌਣ ਹੈ? ਇਹ ਸ਼ੁਰੂਆਤ ਤੋਂ ਹੀ ਅਗਰੈਸਿਵ ਕੀਤਾ ਗਿਆ। ਜਦੋਂ ਹਰਿਆਣੇ ਦੇ ਬਾਰਡਰ ਆਪਾਂ ਟੱਪੇ ਆ ਸ਼ੁਰੂਆਤ 'ਚ 2 ਮਹੀਨੇ ਪਹਿਲਾਂ, ਉਦੋਂ ਵੀ ਅਗਰੈਸਿਵ ਕਰਕੇ ਸੜਕਾਂ ਪੱਟ ਕੇ ਕਿੱਦਾਂ ਕੀਤਾ ਗਿਆ। ਜਦੋਂ ਜਾ ਹੀ ਰਹੇ ਸੀ ਨਾ ਸ਼ਾਂਤਮਈ ਵੀ ਲੰਗਰਾਂ 'ਚ ਸਿਆਸਤ ਕਰਦੇ ਯਾਰ, ਲੰਗਰਾਂ 'ਚ ਕਿਹਦੀ ਸਿਆਸਤ ਹੁੰਦੀ ਹੈ? ਲੰਗਰ ਤਾਂ ਗੁਰੂ ਨਾਨਕ ਸਾਹਿਬ ਦਾ ਲੰਗਰ ਆ, 'ਚ ਕਾਹਦੀ ਸਿਆਸਤ? ਪਿਛਲੇ 6 ਮਹੀਨੇ ਤੋਂ ਜਿਹੜੇ ਲੱਖਾ ਸਿਧਾਣਾ ਦੀ ਤੁਸੀਂ ਗੱਲ ਕਰਦੇ ਹੋ, ਦੀਪ ਸਿੱਧੂ ਦੀ ਗੱਲ ਕਰਦੇ ਹੋ, ਪਿਛਲੇ 6 ਮਹੀਨੇ ਤੋਂ ਅਗਵਾਈ ਕਰ ਰਹੇ ਮੇਰਾ ਨੇ ਕੰਮ ਨਹੀਂ, ਉਹ ਕੰਮ ਮੇਰਾ ਨਹੀਂ, ਉਹ ਕਿਸਾਨਾਂ ਦਾ ਆ। ਸਰਕਾਰਾਂ ਆਪ ਅੱਜ ਤੁਸੀਂ ਜੇ ਅੱਤਵਾਦ ਦੇ ਖਿਲਾਫ ਹੋ, ਫਿਰ ਤੁਸੀਂ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਪਵਿੱਤਰ ਗੁਰਦੁਆਰੇ 'ਚ ਜਾ ਕੇ ਸਨਮਾਨਿਤ ਕਿਉਂ ਕਰਦੇ ਹੋ? ਜੇ ਤੁਸੀਂ ਕਹਿੰਦੇ ਹੋ ਧਰਮ ਦਾ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ, ਫਿਰ ਕਿਉਂ ਤੁਸੀਂ ਨਾ ਮੁਸਲਮਾਨ ਕੀਤਾ ਕਿਉਂ ਨਹੀਂ ਕੀਤਾ ਜਾਂਦਾ? ਪੁੱਛੋ ਜੀ, ਤੁਸੀਂ ਦੱਸੋ ਕਿਹੜੇ ਗੁਰਦੁਆਰੇ 'ਚ? ਮੈਂ ਫੇਰ ਗੱਲ ਕਹਿਣਾ, ਮੈਂ ਸਾਨੀ ਸਾਹਿਬ ਨੇ ਫਿਰ ਦੁਬਾਰਾ ਉੱਥੇ ਗੱਲ ਲੈ ਕੇ ਤੁਸੀਂ ਇਹ ਛੱਡੋ, ਤੁਸੀਂ ਅੱਤਵਾਦੀਆਂ ਨੂੰ ਛੱਡੋ, ਉਹਨਾਂ ਨੂੰ ਤਾਂ ਅੱਜ ਰਜਵਾਣਾ ਵੈ ਜਾਂ ਹਵਾਰਾ ਵੈ, ਇਹਨੂੰ ਕਾਹਨੂੰ ਜਥੇਦਾਰ ਆਪਾਂ ਕਹਿੰਦੇ ਆ? ਮੈਂ ਕਹਿੰਦਾ ਸੱਜਣ ਸਿੰਘ ਹੈ। ਗੱਲ ਸੁਣੋ ਜੀ, ਚਾਹੇ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਈਸਾਈ ਹੋਵੇ, ਜਿਹੜੇ ਕਾਨੂੰਨ ਦੀ ਸਜ਼ਾ ਭੁਗਤ ਕੇ ਉਹ ਤਾਂ ਬਾਹਰ ਆਊਗਾ ਨਾ, ਉਹਦੇ ਵਿੱਚ ਲੜਨ ਦੀ ਕੀ ਲੋੜ ਹੈ? ਜੇ ਸਰਕਾਰ ਨੂੰ ਲੱਗਦਾ ਹੈ, ਜੇ ਦੇਖੋ ਕਾਂਗਰਸ ਦੇ ਜਨਮਦਾਤਾ ਅੰਗਰੇਜ਼ ਹੈ। ਸਾਨੂੰ ਲੱਗਦਾ ਸੀ ਵੀ ਭਾਰਤੀ ਜਨਤਾ ਪਾਰਟੀ 'ਚੋਂ ਅਸੀਂ ਕੰਮ ਲਏ, ਅਸੀਂ ਇਹ ਨਹੀਂ ਕਹਿੰਦੇ ਕੰਮ ਨਹੀਂ ਲਏ। ਸੱਜਣ ਕੁਮਾਰ ਨੂੰ ਅੰਦਰ ਕਰਾਇਆ, ਠੀਕ ਹੈ, ਟਾਈਟਲ ਵਰਗ ਦੇ ਕੇਸ ਚੱਲ ਰਹੇ, ਕਮਲਨਾਥ ਵਰਗ ਦੇ ਕੇਸ ਚੱਲ ਰਹੇ, ਫਾਈਲਾਂ ਕਰਾਈਆਂ, ਕਰਤਾਰਪੁਰ ਦਾ ਲਾਂਘਾ ਖੋਲਿਆ, ਅਸੀਂ ਬੜੀਆਂ ਮੱਲਾਂ ਮਾਰੀਆਂ, ਇਹ ਨਹੀਂ ਕਹਿੰਦੇ ਅਸੀਂ ਮੱਲਾਂ ਨਹੀਂ ਮਾਰੀਆਂ। ਪਰ ਇਹ ਅੱਜ ਉਸੇ ਰਾਹ ਤੇ ਕਮਿਊਨਲ ਰਾਹ ਇੱਕ ਤਰਫਾ ਜੋ ਔਰੰਗਜ਼ੇਬ ਕਰਦਾ ਸੀ, ਜੋ ਕਾਂਗਰਸ ਨੇ ਪਹਿਲਾਂ ਕਰਨ ਦੀ ਕੋਸ਼ਿਸ਼ ਕੀਤੀ, ਗਾਂਧੀ ਪਰਿਵਾਰ ਆਹ ਮਾੜਾ ਬਿਆਨਬਾਜ਼ੀ ਦਿੰਦੇ, ਇਧਰੋਂ ਵੀ ਬਿਆਨਬਾਜ਼ੀ ਦਿੰਦੇ ਆ, ਜਿੱਦਾਂ ਪਿੱਛੇ ਤੁਹਾਨੂੰ ਪਤਾ ਹੀ ਆ ਵੀ ਇਹ ਅੰਨਦਾਤਾ ਨਹੀਂ ਹੈਗੇ, ਮਤਲਬ ਬਿਆਨਬਾਜ਼ੀ ਲੱਭਦੇ ਆ ਮਤਲਬ ਇਧਰੋਂ ਵੀ ਬਿਆਨਬਾਜ਼ੀ। ਉਹ ਏਜੰਸੀ ਕਹਿਣਾ ਚਾਹੁੰਦਾ ਗੋਸ਼ਾ ਜੀ ਮੈਂ ਇੱਕ ਚੀਜ਼ ਕਹਿਣਾ, ਜਿਹੜੀ ਤੁਸੀਂ ਗੱਲ ਕੀਤੀ ਕਿਸੇ ਨੇ ਬਿਆਨ ਦਿੱਤਾ ਅੰਦਾਤਾ ਨਹੀਂ ਹੈ, ਅਸੀਂ ਸ਼ੁਰੂ ਤੋਂ ਨਿਖਾਰ ਉਹਦੀ ਨਿਖੇਧੀ ਕਰਦੇ ਆਏ ਆ। ਇਹ ਜਦੋਂ ਇਹਦੀ ਖੋਜਬੀਨ ਕੱਢਾਂਗੇ ਨਾ, ਜਿਹੜਾ ਸਿੱਖ ਫੋਰ ਜਸਟਿਸ ਬਣਾਈ ਫਿਰਦਾ, ਜਿਹੜਾ ਲੋਕਾਂ ਨੂੰ ਗੁੰਮਰਾਹ ਕਰੀ ਫਿਰਦਾ, ਉਹਦੇ ਪਿੱਛੇ ਵੀ ਏਜੰਸੀਆਂ ਨਿਕਲਣੀਆਂ, ਉਹ ਜਾਣ ਬੁੱਝ ਕੇ ਏਜੰਸੀਆਂ ਪਿੱਛੋਂ ਬਿਆਨ ਦਵਾਉਂਦੀਆਂ ਵੀ ਇਧਰੋਂ ਗਰਮ ਬਿਆਨ ਉਧਰੋਂ ਗਰਮ ਬਿਆਨ, ਬਸ ਸ਼ੁਰੂ ਹੋ ਗਈ ਲੜਾਈ। ਪ੍ਰਾਈਮ ਉਤੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਸੋ ਅੱਜ ਅਸੀਂ ਚਰਚਾ ਕਰਾਂਗੇ ਬੀਤੇ 26 ਜਨਵਰੀ ਵਾਲੇ ਦਿਨ ਬਹੁਤ ਮੰਦਭਾਗੀ ਘਟਨਾ ਜਿਹੜੀ ਦਿੱਲੀ ਵਿਖੇ ਵਾਪਰੀ ਹੈ, ਜਿਸ ਦੀ ਹਰ ਪਾਸੋਂ ਨਿੰਦਾ ਹੋ ਰਹੀ ਹੈ। ਸੋ ਕੁਝ ਲੋਕ ਇਹਨੂੰ ਜਿੱਤ ਵੱਲ ਜੋੜ ਕੇ ਦੇਖ ਰਹੇ ਨੇ, ਕੁਛ ਇਹਨੂੰ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਵੱਲ ਦੇਖ ਰਹੇ ਨੇ, ਕੁਛ ਇਹਨੂੰ ਸਰਕਾਰ ਦੀ ਚਾਲ ਦੱਸ ਨੇ। ਸੋ ਆਪੋ ਆਪਣੀ ਵਿਚਾਰਧਾਰਾ, ਆਪੋ ਆਪਣੇ ਵਿਚਾਰ ਨੇ। ਸੋ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਚਰਚਾ ਜੁੜੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਗੁਰਦੀਪ ਸਿੰਘ ਗੋਸ਼ਾ ਜੀ ਨੇ, ਭਾਰਤੀ ਜਨਤਾ ਪਾਰਟੀ ਤੋਂ ਕੇਵਲ ਕ੍ਰਿਸ਼ਨ ਗਰਗ ਜੀ ਨੇ, ਹਿੰਦੂ ਲੀਡਰ ਨੇ ਰੋਹਿਤ ਸਾਹਨੀ ਜਿਹੜੇ ਵੱਖ-ਵੱਖ ਮੁੱਦੇ ਆਪਣੇ ਵਿਚਾਰ ਰੱਖਦੇ ਨੇ, ਕਾਂਗਰਸ ਪਾਰਟੀ ਤੋਂ ਪਰਮਿੰਦਰ ਮਹਿਤਾ ਜੀ ਨੇ। ਗੱਲਬਾਤ ਕਰਾਂਗੇ ਵੀ ਇਸ ਸਾਰੇ ਸੰਦਰਭ ਨੂੰ ਕਿਵੇਂ ਦੇਖਦੇ ਨੇ। ਮਹਿਤਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਕੱਲ ਜੋ ਘਟਨਾ ਵਾਪਰੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹ ਸਰਕਾਰਾਂ ਨਾਲ ਜਦ ਕੋਈ ਸੰਘਰਸ਼ ਹੁੰਦਾ ਹੈ ਤੇ ਸਰਕਾਰਾਂ ਉਹਦੇ ਲਈ ਆਪਣੇ ਤਾਣੇ ਬਾਣੇ ਬੁਣਦੀਆਂ ਨੇ। ਜੀ, ਕਿਸਾਨੀ ਦੀ ਮੂਵਮੈਂਟ ਦੇ ਵਿੱਚ ਕਿਸਾਨਾਂ ਨੇ ਹਮੇਸ਼ਾ ਹੀ ਕਿਹਾ ਕਿ ਅਸੀਂ ਹਿੰਸਾ ਦੇ ਮਾਰਗ ਤੇ ਚੱਲ ਰਹੇ ਹਾਂ। ਔਰ ਤੋਮਰ ਸਾਹਿਬ ਜਦ ਵੀ 11 ਤੱਕ ਮੀਟਿੰਗਾਂ ਦੇ ਵਿੱਚ ਫੇਲ ਹੋਈਆਂ ਨੇ, ਤੋਮਰ ਸਾਹਿਬ ਦੀ ਇੱਕੋ ਹੀ ਗੱਲ ਹੁੰਦੀ ਸੀ ਕਿ ਇਹ ਜਿਹੜੀ ਪੰਜਾਬ ਦੇ ਕਿਸਾਨ ਜ਼ਿਆਦਾਤਰ ਇਹ ਮੂਵਮੈਂਟ 'ਚ ਨੇ, ਉਹ ਕੋਸ਼ਿਸ਼ ਕਰਦੇ ਸੀ ਕਿ ਪੰਜਾਬ ਨੂੰ ਹੋਰ ਜਿਹੜੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਹੋਰ ਹੈਗੀਆਂ, ਹੋਰ ਸੂਬਿਆਂ ਦੀਆਂ, ਉਹਨਾਂ ਤੋਂ ਅਲੱਗ ਦਰਸਾਇਆ ਜਾਵੇ। ਔਰ ਜਿਸਲੇ ਪਰਮਿਸ਼ਨ ਦਿੱਤੀ ਗਈ ਹੈ ਟਰੈਕਟਰ ਰੈਲੀ ਦੀ, ਉਦੋਂ ਵੀ ਅਸੀਂ ਐਜ ਏ ਸਿਆਸਤਦਾਨ ਇੱਕ ਚੀਜ਼ ਸਮਝਦੇ ਸੀ ਕਿ ਇਹ ਅਮਨ ਅਮਾਨ ਨਾਲ ਹੋ ਜਾਵੇ, ਕਿਤੇ ਇਹ ਨਾ ਹੋਵੇ ਕਿ ਇਹਦੇ 'ਚ ਕੋਈ ਨਾ ਕੋਈ ਏਜੰਸੀ ਜਾਂ ਇਹ ਨਾ ਕੋਈ ਐਸੀ ਮੂਵਮੈਂਟ ਜਿਹੜੀ ਸੋਚ ਅੱਜ ਤਾਈਂ ਸਰਕਾਰ ਦੀ ਚੱਲ ਰਹੀ ਹੈ ਕੇਂਦਰ ਦੀ, ਜਿਹਦੇ ਕਰਕੇ 11 ਮੀਟਿੰਗਾਂ ਫੇਲ ਹੋ ਚੁੱਕੀਆਂ, ਉਹਦਾ ਕੋਈ ਪ੍ਰਭਾਵ ਨਜ਼ਰ ਨੂੰ ਆਵੇ। ਜੀ, ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਆਗੂਆਂ ਦੀ ਆਪਣੀ ਟਰੈਕਟਰ ਰੈਲੀ ਦਾ ਇੱਕ ਰੂਟ ਹੈ, ਦੇਖਣ ਦੀ ਤਾਂ ਗੱਲ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਗਣਤੰਤਰ ਦਿਵਸ ਹੈ, ਹਾਈ ਅਲਰਟ ਉੱਦਾਂ ਹੀ ਹੁੰਦਾ ਹੈ ਹਿੰਦੁਸਤਾਨ ਦੇ ਵਿੱਚ, ਔਰ ਦਿੱਲੀ 'ਚ ਤਾਂ ਜ਼ਿਆਦਾ ਹੁੰਦਾ। ਜੇ ਦਿੱਲੀ 'ਚ ਹਾਈ ਅਲਰਟ ਦੇ ਬਾਵਜੂਦ ਲੋਕਾਂ ਨੇ ਰੂਟ ਛੱਡਿਆ, ਤੇ ਰੂਟ ਕਿੱਦਾਂ ਛੱਡਿਆ ਗਿਆ? ਕਿ ਉਹਦੇ 'ਚ ਗ੍ਰਹਿ ਮੰਤਰਾਲਿਆ ਦੀ ਏਜੰਸੀਆਂ ਦੀ ਕਮਜ਼ੋਰੀ ਰਹੀ, ਉਹਨਾਂ ਦੀ ਕਾਰਜਪ੍ਰਣਾਲੀ ਦੇ ਕੁਐਸਚਨ ਉੱਠਦੇ ਨੇ। ਔਰ ਇੱਥੇ ਸਭ ਨਾਲੋਂ ਵੱਡੀ ਗੱਲ ਇਹ ਆਉਂਦੀ ਹੈ ਕਿ ਜਿੱਥੇ ਝੰਡਾ ਲਹਿਰਾਉਣ ਦੀ ਗੱਲ ਕਰਦੇ ਰਾਸ਼ਟਰੀ ਝੰਡੇ ਦੇ ਨਾਲ ਨਾਲ, ਉਸ ਸਿਚੁਏਸ਼ਨ ਦੇ ਵਿੱਚ ਲਾਈਵ ਹੋ ਕੇ ਜਿਹੜਾ ਬੰਦਾ ਕਹਿ ਰਿਹਾ ਕਿ ਇਹ ਝੰਡਾ ਦੀਪ ਸਿੱਧੂ ਵਰਗਾ ਕਿ ਅਸੀਂ ਕਰਾਇਆ ਜੀ, ਉਹਨਾਂ ਤੇ ਤਾਂ ਹਜੇ ਤੱਕ ਬਾਈ ਨੇਮ ਕੋਈ FIR ਨਹੀਂ ਆਈ। ਜੀ, ਔਰ ਅਸੀਂ CCTV ਦੇਖ ਰਹੇ ਹਾਂ ਜੀ, ਫਲਾਨਾ ਦੇਖ ਰਹੇ ਹਾਂ। ਤੇ ਜਿਹੜੇ ਜਥੇਬੰਦੀਆਂ ਉਹਨਾਂ ਤੋਂ ਕਿਨਾਰਾ ਕਰ ਰਹੀਆਂ ਨੇ, ਉਹਨਾਂ ਨੂੰ ਅੱਜ ਕੁਐਸਚਨ ਮਾਰਕ ਦੇ ਵਿੱਚ ਲਿਆਇਆ ਜਾ ਰਿਹਾ। ਉਹ ਤੋਂ ਕਲੀਅਰ ਹੈ ਕਿ ਸਰਕਾਰ ਆਪਣੇ ਛੜਯੰਤਰ 'ਚ ਕਾਮਯਾਬ ਹੋਈ ਹੈ ਕੇਂਦਰ ਦੀ, ਔਰ ਉਹਨਾਂ ਦੇ ਜਿਹੜੇ ਏਜੰਟ, ਮੈਂ ਤਾਂ ਸਮਝਦਾ ਉਹਨਾਂ ਨੇ ਇਹ ਸਾਰਾ ਕਾਰਾਵਾਰਾ ਜੋ ਲਾਲ ਕਿਲੇ ਤੇ ਕੀਤਾ, ਉਹਨਾਂ ਨੇ ਹੀ ਕੀਤਾ।
ਔਰ ਇਹਦੇ ਵਿੱਚ ਉਹ ਜੋ ਉਹਨਾਂ ਦੀ ਸੋਚ ਸੀ ਬੀਜੇਪੀ ਵਾਲਿਆਂ ਦੀ ਕਿ ਇਹਨਾਂ ਨੂੰ ਖਾਲਿਸਤਾਨ ਨਾਲ ਜੋੜ ਦਿੱਤਾ ਜਾਵੇ, ਇਹਨਾਂ ਨੂੰ ਵੱਖ-ਵੱਖ ਨਾਲ ਜੋੜ ਤੇ ਹੋਰ ਸੂਬਿਆਂ ਦੇ ਜਿਹੜੇ ਕਿਸਾਨ ਨੇ ਇਹਨਾਂ ਤੋਂ ਅਲੱਗ ਹੋ ਜਾਣ, ਉਹਦੇ 'ਚ ਉਹ ਕਿਸੇ ਹੱਦ ਤਾਈਂ ਕਾਮਯਾਬ ਹੋਏ ਨੇ। ਚਲੋ ਸਾਨੀ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ? ਸਿੱਧਾ ਦੋਸ਼ ਸਰਕਾਰ ਦੇ ਉੱਤੇ ਆ ਰਿਹਾ ਵੀ ਸਰਕਾਰ ਦੀ ਮਿਲੀ ਭੁਗਤ ਨਾ ਹੋਇਆ, ਦੀਪ ਸਿੱਧੂ ਹੋਰਾਂ ਦਾ ਨਾਂ ਲਿਆ ਮਹਿਤਾ ਸਾਹਿਬ ਨੇ। ਦੇਖੋ ਧੁੰਨਾ ਸਾਹਿਬ, ਮੈਂ ਜਿੰਨੀ ਵਾਰੀ ਵੀ ਡਿਬੇਟ ਕਿਸਾਨ ਮੁੱਦੇ ਤੋਂ ਜਦੋਂ ਦਾ ਚੱਲ ਰਿਹਾ, ਬਹੁਤ ਜ਼ਿਆਦਾ ਡਿਬੇਟਾਂ ਹੋਈਆਂ ਸਾਡੀਆਂ। ਮੈਂ ਇੱਕੋ ਗੱਲ ਕਹਿਣਾ ਚਾਹੁੰਦਾ, ਅੱਜ ਹਰ ਦੇਸ਼, ਆਪਣੇ ਦੇਸ਼ ਦਾ ਬੱਚਾ ਵੀ, ਮੇਰੇ 6 ਸਾਲ ਦੀ ਗੁੜੀ ਆ, ਉਹ ਵੀ ਇਮੋਸ਼ਨਲ ਤੌਰ ਤੇ ਕਿਸਾਨਾਂ ਦੇ ਨਾਲ ਹੈ, ਕਿਸਾਨਾਂ ਦੇ ਹੱਕ ਦੀ ਗੱਲ ਕਰਦੇ। ਸਾਡੇ ਬੱਚੇ ਵੀ ਕਹਿਣ ਲੱਗ ਪਏ ਵੀ ਕਿਸਾਨ ਬੈਠੇ, ਉਹਨਾਂ ਦਾ ਹੱਲ ਹੋਣਾ ਚਾਹੀਦਾ। ਲੇਕਿਨ ਇੱਕ ਗੱਲ ਪੈਰਲਰ, ਮੈਂ ਸ਼ੁਰੂ ਤੋਂ ਇੱਕ ਗੱਲ, ਅੰਦੋਲਨ ਜਦੋਂ ਦਾ ਸ਼ੁਰੂ ਹੋਇਆ ਉਦੋਂ ਦੀ ਇੱਕ ਗੱਲ ਕਰ ਰਿਹਾ ਵੀ ਕਿਸਾਨ ਅੰਦੋਲਨ, ਜਦ ਤੱਕ ਕਿਸਾਨ ਅੰਦੋਲਨ ਰਹੇਗਾ ਤਾਂ ਕੋਈ ਵੱਡੀ ਗੱਲ ਨਹੀਂ, ਇਹ ਜਿੱਤ ਕਰਕੇ ਉੱਠਣਗੇ। ਲੇਕਿਨ ਜਦੋਂ ਪਾਰਟੀਆਂ ਦੀ ਰਾਜਨੀਤੀ ਦੇਖੋ, ਹਰ ਡੈਮੋਕ੍ਰੈਟਿਕ ਵਿੱਚ ਬਹੁਤ ਸਾਰੀਆਂ ਪਾਰਟੀਆਂ, ਉੱਥੇ 34 ਦਾ ਜਥੇਬੰਦੀਆਂ ਕਿਸਾਨਾਂ ਦੀਆਂ, ਉਸ ਤੋਂ ਇਲਾਵਾ ਪਾਰਟੀਆਂ ਨੇ ਸਾਡੀਆਂ ਨੈਸ਼ਨਲ ਲੈਵਲ ਤੇ, ਸਟੇਟ ਲੈਵਲ ਤੇ ਪਾਰਟੀਆਂ ਨੇ, ਸਾਰੀਆਂ ਉੱਤੇ ਆਪਣੀ ਰਾਜਨੀਤੀਆਂ ਚਮਕਾ ਰਹੀਆਂ। ਕੋਈ ਲੰਗਰ ਦੇ ਨਾਮ ਤੇ, ਕੋਈ ਕਿਸੇ ਦੇ ਨਾਮ ਤੇ, ਚਲੋ ਆਪਣੀ ਠੀਕ ਹੈ, ਸਾਰਿਆਂ ਦੀ ਸੋਚ ਹੈ। ਲੇਕਿਨ ਇੱਕ ਪੈਰਲਰ ਗੱਲ ਮੈਂ ਸ਼ੁਰੂ ਤੋਂ ਗੱਲ ਕਰ ਰਿਹਾ ਵੀ ਉੱਥੇ ਜਦੋਂ ਪਹਿਲੇ 2 ਮਹੀਨੇ ਸੀਗੇ, ਮੈਂ ਲਾਸਟ ਵਾਰੀ ਵੀ ਕਿਹਾ ਸੀ, ਉੱਥੇ ਹਿੰਦੂ ਧਰਮ ਦੀ ਬੇਅਦਬੀ ਦਾ ਦੌਰ ਸ਼ੁਰੂ ਹੋਇਆ, ਉਦੋਂ ਉਹਨਾਂ ਨੇ ਪਿੰਡ ਛੁਡਾ ਲਿਆ। ਐਂਡ ਦੇ ਕਿਸਾਨ ਜਥੇਬੰਦੀਆਂ ਦੇ ਆਗੂ ਕਹਿ ਦਿੰਦੇ ਨੇ ਅਸੀਂ ਕੀ ਕਰੀਏ, ਸਾਡੇ ਬੰਦੇ ਨਹੀਂ ਹੈਗੇ। ਠੀਕ ਹੈ ਨਾ, ਤੁਹਾਡੀ ਸਟੇਜਾਂ ਦੇ ਉੱਤੇ ਜਿਹੜਾ ਮਾੜਾ ਕੰਮ ਹੋ ਰਿਹਾ ਹੈ ਤੇ ਆਗੂਆਂ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਹਨੂੰ ਸੁਧਾਰਨਾ। ਫਿਰ ਜੇ ਤੁਹਾਡੇ ਆਗੂ ਨਹੀਂ ਹੈਗੇ, ਫਿਰ ਤੁਸੀਂ ਉਹਨਾਂ ਦਾ ਵਿਰੋਧ ਵੀ ਨਹੀਂ ਕੀਤਾ। ਜਦੋਂ ਚੰਗਾ ਕੰਮ ਹੈ ਉਹਦੀ ਤੁਸੀਂ ਵਾਹੀ ਸਾਰੇ 34 ਦੀ 34 ਜਥੇਬੰਦੀਆਂ ਲੈ ਰਹੀਆਂ। ਬਾਈਕਾਟ ਕੀਤਾ ਸੀ ਨਾ, ਬੋਲਣ ਦੇ ਬਾਈਕਾਟ ਬਾਅਦ ਚੋਂ ਕੀਤਾ। ਬਾਈਕਾਟ ਦੀ ਗੱਲ ਸੁਣ ਲੈਂਦੇ, ਜਿਵੇਂ ਮਹਿਤਾ ਸਾਹਿਬ ਨੇ ਕਿਹਾ ਵੀ ਸਰਕਾਰਾਂ ਦਾ ਕੰਮ ਹੈ, ਇਸ ਚੀਜ਼ ਨੂੰ ਡਰਾਈ ਨਹੀਂ ਕਰ ਸਕਦੇ। ਦੇਖੋ ਇੱਕ ਲੜਾਈ ਚੱਲ ਰਹੀ ਹੈ ਸਰਕਾਰ ਨਾਲ, ਆਪਣੇ ਲੋਕਾਂ ਦੀ, ਉਹਦੀ ਸਰਕਾਰ ਵੀ ਸਾਮਦਾਮ ਦੰਡ ਭੇਦ ਸਭ ਕੁਝ ਚਲਾਏਗੀ, ਉਹ ਵੀ ਚਲਾ ਰਹੇ ਨੇ, ਉਹ ਵੀ ਚਲਾਏਗੀ। ਠੀਕ ਹੈ ਨਾ, ਮਹਿਤਾ ਸਾਹਿਬ ਨਾਲ ਮੈਂ ਸਹਿਮਤੀ ਵੀ ਪ੍ਰਗਟ ਕਰ ਦੇਣਾ ਵੀ ਸਰਕਾਰਾਂ ਨੇ ਕੱਲ ਰਲ ਕੇ ਮੈਨੇਜ ਕਰਕੇ। ਲੇਕਿਨ ਅੱਜ ਦੀਪ ਸਿੱਧੂ ਨੂੰ ਕਟਹਿਰੇ 'ਚ ਖੜਾ ਕਰ ਰਹੇ ਨੇ ਕਿਸਾਨ ਜਥੇਬੰਦੀਆਂ। ਸਵੇਰ ਦੀ ਅਸੀਂ ਸੁਣ ਰਹੇ ਹਾਂ ਦੀਪ ਸਿੱਧੂ ਏਜੰਸੀਆਂ ਦਾ ਬੰਦਾ, ਫਲਾਣਾ ਬੰਦਾ, ਢਿਮਕਾਣਾ ਬੰਦਾ। 6 ਮਹੀਨੇ ਤੋਂ ਬੰਦਾ ਸੰਘਰਸ਼ ਤੁਹਾਡੇ ਨਾਲ ਚੱਲ ਰਿਹਾ। ਠੀਕ ਹੈ, ਸੰਘਰਸ਼ ਨੂੰ ਤੇਜ਼ ਕਰਨ 'ਚ ਵੀ ਕਿਤੇ ਨਾ ਕਿਤੇ ਕਿਸਾਨ ਲੀਡਰ ਕਹਿੰਦੇ ਸੀ ਵੀ ਦੀਪ ਸਿੱਧੂ ਦਾ ਹੱਥ ਹੈ। ਅੱਜ ਦੀਪ ਸਿੱਧੂ ਏਜੰਸੀਆਂ ਦਾ ਬੰਦਾ ਹੋ ਗਿਆ। ਦੇਖੋ, ਗੁਰਵੰਤ ਸਿੰਘ ਪੰਨੂ, ਸਿੱਖ ਫੋਰ ਜਸਟਿਸ ਦੇ ਹੈੱਡ ਨੇ ਵੀਡੀਓ ਵਾਇਰਲ ਕੀਤੀ ਵੀ ਜਿਹੜਾ ਉੱਥੇ ਲਾਲ ਕਿਲੇ ਦੇ ਪੈਰਲਰ ਕੇਸਰੀ ਝੰਡਾ ਲਹਿਰਾਏਗਾ ਉਹਨੂੰ ਮੈਂ $2.5 ਲੱਖ ਦੂੰਗਾ। ਕਿਤੇ ਨਾ ਕਿਤੇ ਅਸੀਂ ਜਦੋਂ ਤੁਸੀਂ ਗੱਲ ਕਹਿ ਦਿੰਦੇ ਹੋ ਵੀ ਧਰਮ ਦੀ ਰਾਜਨੀਤੀ ਨਹੀਂ ਹੋ ਰਹੀ, ਵੱਖਵਾਦ ਦੀ ਰਾਜਨੀਤੀ ਨਹੀਂ ਹੋ ਰਹੀ, ਅਸੀਂ ਜਦੋਂ ਬੋਲਦੇ ਹਾਂ ਸਾਨੂੰ ਮਤਲਬ ਫਿਰਕਾ ਪ੍ਰਸਤ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ। ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ, ਅਸੀਂ ਤਾਂ ਤੁਹਾਨੂੰ ਸੱਚ ਦਾ ਆਈਨਾ ਦਿਖਾ ਰਹੇ ਹਾਂ ਵੀ ਜੋ ਦੇਸ਼ 'ਚ ਹੋ ਰਿਹਾ, ਜੋ ਘਟਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੱਲ ਕਿਤੇ ਨਾ ਕਿਤੇ ਗੁਰਵੰਤ ਸਿੰਘ ਪੰਨੂ ਆਪਣੇ ਮਨਸੂਬਿਆਂ 'ਚ ਕਾਮਯਾਬ ਹੁੰਦੇ ਦਿਖਿਆ ਆਪਾਂ ਨੂੰ। ਕੱਲ ਉੱਥੇ ਕੇਸਰੀ ਝੰਡਾ ਲਹਿਰਾਇਆ ਗਿਆ, ਬਾਅਦ 'ਚ ਉਹਦੀ ਜ਼ਿੰਮੇਵਾਰੀ ਲਿੱਤੀ ਗਈ ਦੀਪ ਸਿੱਧੂ ਜਾਂ ਉਹਦੀ ਟੀਮ ਵੱਲੋਂ, ਅਸੀਂ ਲਹਿਰਾਇਆ। ਮਤਲਬ ਸਾਰਾ ਕੁਝ ਪੂਰਾ ਇੱਕ ਵਧੀਆ ਫਿਲਮੀਕਰਨ ਕਰਕੇ ਦਿਖਾਇਆ ਗਿਆ। ਲੇਕਿਨ ਦੇਖੋ, ਫਿਰ ਜਿਹੜੀ ਗੱਲ ਹੈ ਵੀ ਕਿਸਾਨਾਂ ਨਾਲ ਲੋਕ ਕਿਉਂ ਜੁੜੇ ਨੇ, ਆਪਣੇ ਇਮੋਸ਼ਨਸ ਕਰਕੇ। ਕਿਉਂਕਿ ਅਸੀਂ ਲੋਕ ਇਮੋਸ਼ਨਲ ਆ ਵੀ ਸਾਡੇ ਭੈਣ ਭਰਾ ਉੱਥੇ ਬੈਠੇ ਨੇ, ਉਹੀ ਇਮੋਸ਼ਨਸ ਕੱਲ੍ਹ ਲੋਕਾਂ ਦੇ ਹਰਟ ਹੋ ਗਏ। ਕਿਉਂਕਿ ਦੇਸ਼ ਪ੍ਰੇਮ ਤੋਂ ਵੱਧ ਸਾਡੇ ਦੇਸ਼ ਦੀ ਸਭ ਨੂੰ ਵੱਡੀ ਇੱਕ ਚੀਜ਼ ਹੈ ਵੀ ਦੇਸ਼ ਪ੍ਰੇਮ ਸਭ ਨੂੰ ਪਹਿਲਾਂ। ਉਹੀ ਝੰਡੇ ਦੀ ਬੇਅਦਬੀ ਕਰਕੇ, ਤੁਹਾਨੂੰ ਮੈਂ ਵੀਡੀਓ ਵੀ ਦਿਖਾਈ ਹੈ ਉਹਨੇ, ਵੀ ਉੱਥੇ ਝੰਡਾ ਉਹਨੂੰ ਪਹਿਲਾਂ ਤਿਰੰਗਾ ਲਹਿਰਾਉਣ ਲਈ ਬਿਠਾਇਆ ਗਿਆ, ਉਹਨੇ ਤਿਰੰਗਾ ਸੱਟਦਾ। ਉਸ ਤੋਂ ਬਾਅਦ ਦੇਖੋ, ਧਰਮ ਸਭ ਲਈ ਵਧੀਆ, ਅਸੀਂ ਵੀ ਧਾਰਮਿਕ ਲੀਡਰੀ ਕਰਦੇ ਹਾਂ, ਅਸੀਂ ਹਿੰਦੂ ਧਰਮ ਨੂੰ ਰਿਪਰੈਜ਼ੈਂਟ ਕਰਦੇ ਹਾਂ। ਲੇਕਿਨ ਦੇਸ਼ ਹੋਏਗਾ ਤਾਂ ਅਸੀਂ ਸਾਰੇ ਆ। ਇੱਕ ਝੰਡਾ ਸਾਡਾ ਤਿਰੰਗਾ ਜਿਹਨੂੰ ਸਰਵੋ ਸਰਵੀ ਆਪਣਾ ਮੰਨਿਆ ਗਿਆ, ਉਹਦੇ ਥੱਲੇ ਸਾਰੇ ਧਰਮ ਦੇ ਝੰਡੇ ਚੰਗੇ ਲੱਗਦੇ ਨੇ। ਹਰ ਪਾਰਟੀ ਦਾ ਆਪਣਾ ਝੰਡਾ ਹੈ, ਆਪਣੇ ਹੈੱਡਕੁਆਟਰ 'ਚ ਆਪਣਾ ਝੰਡਾ ਲਹਿਰਾਉਂਦੇ, ਅਸੀਂ ਆਪਣਾ ਝੰਡਾ ਲਹਿਰਾਉਂਦੇ ਹਾਂ। ਸਨਾਤਨ ਧਰਮ ਦਾ ਆਪਣਾ ਹੈ, ਮੁਸਲਿਮ ਧਰਮ ਦਾ ਆਪਣਾ ਹੈ। ਲੇਕਿਨ ਉਹ ਜਗ੍ਹਾ ਆਪਣੀ ਚੀਜ਼ਾਂ 'ਤੇ ਚੰਗੀਆਂ ਲੱਗਦੀਆਂ ਨੇ, ਸਾਡੇ ਧਾਰਮਿਕ ਸਥਲਾਂ 'ਤੇ ਚੰਗੀਆਂ ਲੱਗਦੇ ਨੇ। ਦੇਸ਼ ਦੇ ਸਰਵੋੱਚ ਸਥਾਨ ਦੇ ਉੱਤੇ ਪੈਰਲਰ ਝੰਡਾ ਲਹਿਰਾਣਾ ਔਰ ਤਿਰੰਗੇ ਦਾ ਅਪਮਾਨ ਕਰਕੇ ਆਪਣਾ ਝੰਡਾ ਚਲਾਉਣਾ, ਇਹ ਕੋਈ ਵਧੀਆ ਕਾਰਵਾਈ ਨਹੀਂ ਰਹੀ ਔਰ ਕਿਸਾਨਾਂ ਨੂੰ ਇਹਦਾ ਨੁਕਸਾਨ ਵੀ ਭੁਗਤਣਾ ਪਏਗਾ। ਜੀ ਗਰਗ ਸਾਹਿਬ, ਮਹਿਤਾ ਸਾਹਿਬ ਨੇ ਸਿੱਧੇ ਦੋਸ਼ ਸਰਕਾਰ ਦੇ ਉੱਤੇ ਲਾਏ ਨੇ, ਤਾਂ ਸਾਨੀ ਸਾਹਿਬ ਕਿਤੇ ਨਾ ਕਿਤੇ ਸਹਿਮਤ ਨਜ਼ਰ ਆਏ ਨੇ ਉਸ ਚੀਜ਼ ਨਾਲ ਨੇ, ਕਿਸਾਨ ਜਥੇਬੰਦੀ ਨੇ ਵੀ ਜ਼ਿੰਮੇਵਾਰ ਠਹਿਰਾਇਆ। ਤੁਸੀਂ ਕਿਵੇਂ ਦੇਖਦੇ ਹੋ? ਆਪਾਂ ਜੇ ਕੱਲ ਦੇ ਸਾਰੇ ਚੈਨਲਾਂ ਨੂੰ ਦੇਖੀਏ, ਕੱਲ ਦੇ ਜਿਹੜਾ ਘਟਨਾਕ੍ਰਮ ਹੋਇਆ, ਜਿਹੜੇ ਚੈਨਲ ਕੁਝ ਕਿਸਾਨ ਪੱਖੀ ਕਹਿ ਲਓ, ਚਾਹੇ ਜੋ ਸਰਕਾਰ ਵਿਰੋਧੀ ਵੀ ਸੀ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਜਿਹੜੇ ਕੱਲ ਦਾ ਘਟਨਾਕ੍ਰਮ ਹੋਇਆ ਬਹੁਤ ਮਾੜਾ ਹੋਇਆ। ਤੇ ਬਾਕੀ ਕਾਂਗਰਸ ਪਾਰਟੀ ਦਾ ਤਾਂ ਇਹ ਹੈ ਵੀ ਇਹਨਾਂ ਨੇ ਹਰ ਪਾਸੇ ਆਪਣੀ ਕਾਂਗਰਸੀ ਯਾਰ ਜਿਹੜੀ ਆਪਣੀ ਉਹ ਪੋਲੀਟੀਕਲ ਰੋਟੀਆਂ ਹੀ ਸੇਕਣੀਆਂ ਨੇ। ਇਹਨਾਂ ਨੇ ਕਦੇ ਦੇਸ਼ ਬਾਰੇ ਨਹੀਂ ਸੋਚਣਾ, ਨਾ ਕਦੇ ਇਹਨਾਂ ਨੇ ਸੋਚਿਆ। ਇਹਨਾਂ ਨੇ ਜਾਂ ਤਾਂ ਘੁਟਾਲਿਆਂ ਬਾਰੇ ਸੋਚਿਆ ਤੇ ਜਾਂ ਹੀ ਪੋਲੀਟੀਕਲ ਹਰੇਕ ਚੀਜ਼ ਦੇ ਵਿੱਚੋਂ ਇਹਨਾਂ ਨੇ ਪੋਲਿਟਿਕਸ ਕਰਨੀ ਹੈ। ਅੱਜ ਤੁਸੀਂ ਦੇਖੋ, ਆਪਣੇ ਲੁਧਿਆਣੇ ਦਾ MP ਰਵਨੀਤ ਬਿੱਟੂ, ਜਿਹੜਾ ਸਾਡੇ ਪ੍ਰਧਾਨ ਦੇ ਉੱਤੇ ਹਮਲਾ ਹੁੰਦਾ ਉਦੋਂ ਕਹਿੰਦਾ ਮੈਂ ਕਰਾਇਆ, ਤੇ ਜਦੋਂ ਉਹਦੇ ਆਪਦੇ ਡਾਂਗਾ ਪੈਂਦੀਆਂ ਫਿਰ ਉਹਨੂੰ ਖਾਲਿਸਤਾਨੀ ਨਜ਼ਰ ਆਉਂਦੇ ਨੇ। ਤੇ ਇਸ ਕਰਕੇ ਵੀ ਕਾਂਗਰਸ ਪਾਰਟੀ ਤਾਂ ਜ਼ੀਰੋ ਹੈ, ਇਸ ਕਰਕੇ ਇਸ ਦੀ ਗੱਲ ਦੇ ਉੱਤੇ ਬਹੁਤਾ ਤਵੱਜੋ ਦੇਣ ਦੀ ਲੋੜ ਨਹੀਂ। ਤੇ ਲੇਕਿਨ ਜੋ ਨੈਸ਼ਨਲ ਵਰਲਡ ਦੇ ਵਿੱਚ ਜਿਹੜੀ ਗੱਲਬਾਤ ਗਈ ਹੈ, ਇਹ ਕਿਸਾਨਾਂ ਦੇ ਪ੍ਰਤੀ ਅਸੀਂ ਵੀ ਹਮਦਰਦੀ ਰੱਖਦੇ ਹਾਂ। ਸਾਨੂੰ ਵੀ ਪਤਾ ਹੈ, ਇਹਨੂੰ ਦੱਸਿਆ ਨੇ 11 ਮਹਿਤਾ ਸਾਹਿਬ ਨੇ ਕਿਹਾ ਵੀ 11 ਦੌਰ ਦੀ ਜਿਹੜੀ ਗੱਲਬਾਤ ਸੀ ਫੇਲ ਹੋ ਗਈ। ਕਿੱਦਾਂ ਫੇਲ ਹੋ ਗਈ, ਕਿਉਂ ਫੇਲ ਹੋ ਗਈ?
ਇੱਕ ਚੀਜ਼ ਨੂੰ ਪੋਜ਼ਿਟਿਵ ਲੈ ਕੇ ਚੱਲੋ ਵੀ ਜਿਹੜੀ ਸਰਕਾਰ ਹੈ ਉਹ ਪੋਜ਼ਿਟਿਵ ਹੈ, ਉਹ ਹਰ ਪੱਖ ਦੇ ਉੱਤੇ ਗੱਲ ਕਰਨ ਨੂੰ ਤਿਆਰ ਬੈਠੀ ਹੈ। ਰੋਜ਼ਾਨਾ ਉਹਨੇ ਗੱਲਬਾਤ ਦਾ ਰਸਤਾ ਕਦੇ ਬੰਦ ਨਹੀਂ ਕੀਤਾ, ਟੇਬਲ ਤੇ ਬਹਿ ਕੇ ਤੈਅ ਹੋ ਜਾਵੇ, ਸਾਰਾ ਦੇਸ਼ ਦੇਖ ਰਿਹਾ ਹੈ। ਉਹਨਾਂ ਨੇ ਕਿਹਾ ਵੀ ਤੁਸੀਂ ਦੱਸੋ ਚਾਹੀਦਾ ਕੀ ਹੈ, ਤਾਂ ਸਾਨੂੰ ਲਿਖ ਕੇ ਦਿਓ। ਆਪਾਂ ਕੱਲ੍ਹ ਵਾਲੇ ਮਾਮਲੇ ਤੇ ਆਈ ਦੁਬਾਰਾ, ਚਲੋ ਲੰਬੇ ਗੱਲ ਚੱਲਣੀ, ਆਪਾਂ ਕੱਲ੍ਹ ਵਾਲੇ ਮਾਮਲੇ, ਕੱਲ ਦੋਸ਼ ਵੱਡੇ ਤੁਹਾਡੇ ਤੇ ਲੱਗ ਰਹੇ ਨੇ, ਸਰਕਾਰ ਤੇ ਲੱਗ ਰਹੇ ਨੇ, ਸਰਕਾਰ ਦੀ ਮਿਲੀ ਭੁਗਤ ਨਾਲ ਸਾਰਾ ਕੁਝ ਹੋਇਆ ਇਹ। ਨਹੀਂ ਜੀ, ਨਹੀਂ ਕੋਈ ਸਰਕਾਰ ਨਹੀਂ ਚਾਹੁੰਦੀ ਸਾਡੀ। ਵੱਡਾ ਬੰਦਾ ਫੋਟੋ ਵਾਇਰਲ ਹੋ ਰਹੀਆਂ ਸਨੀ ਦਿਓਲ ਹੋਰਾਂ ਨਾਲ। ਦੀਪ ਸਿੱਧੂ 6 ਮਹੀਨਿਆਂ ਦਾ ਤਾਂ ਸਾਡਾ ਨਹੀਂ ਸੀ ਤੇ ਅੱਜ ਉਹ ਸਾਡਾ ਹੋ ਗਿਆ। ਇਹੀ ਨਾ ਪਲਾਨ ਕਰਕੇ ਵਿੱਚ ਬਾੜਾ ਗਏ ਕਿਸਾਨ ਜਥੀਆਂ ਦੇ ਵਿੱਚ। ਉਹ ਤਾਂ ਗੱਲ ਇਹ ਹੈ ਵੀ ਜੇ ਕਿਤੇ ਕਿਸੇ ਪੁਲਿਸ ਕਰਮਚਾਰੀ ਕਿਸੇ ਦੇ ਡੰਡਾ ਮਾਰਦਾ ਤਾਂ ਪੁਲਿਸ ਜੀ ਇਹ ਅਤਿਆਚਾਰ ਕਰ ਰਹੀ ਹੈ। ਤਾਂ ਜੀ ਇਹ ਦੇਖੋ, ਜੇ ਕੋਈ ਵਿਅਕਤੀ ਡਾਂਗਾ ਮਾਰ ਰਿਹਾ ਜੀ ਇਹ ਸਰਕਾਰ ਦਾ ਬੰਦਾ ਹੈ। ਇਹ ਗੱਲਾਂ ਨਹੀਂ ਚੱਲਦੀਆਂ ਹੈਗੀਆਂ। ਇਹ ਸਿਰਫ ਹਰ ਇੱਕ ਕੰਮ ਨੂੰ ਪੋਲੀਟੀਕਲ ਐਂਗਲ ਨਾਲ ਨਾ ਦੇਖੋ। ਚਲੋ ਹਾਂਜੀ ਗੋਸਾਈ, ਤੁਸੀਂ ਕਿਵੇਂ ਦੇਖਦੇ ਹੋ? ਸੋ ਕਾਂਗਰਸ ਪਾਰਟੀ ਨੇ ਗੱਲ ਕੀਤੀ ਹੈ ਵੀ ਸਿੱਧਾ ਦੋਸ਼ ਹੈਗਾ ਜਿਹੜਾ ਉਹ ਬੀਜੇਪੀ ਸਰਕਾਰ ਨੇ ਮਿਲੀ ਭੁਗਤ ਨਾਲ ਕੀਤਾ ਵਾ। ਸਾਨੀ ਸਾਹਿਬ ਵੀ ਐਗਰੀ ਹੋਏ ਨੇ, ਕਿਸਾਨ ਜਥੇਬੰਦੀਆਂ ਦੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ, ਜਥੇਬੰਦੀਆਂ ਨੂੰ ਜਵਾਬ ਦੇਣਾ ਚਾਹੀਦਾ। ਸੋ ਇਸ ਚੀਜ਼ ਨੂੰ ਇਨਕਾਰੀ ਕਰ ਰਹੇ ਨੇ ਗਰਗ ਸਾਹਿਬ। ਦੇਖੋ ਧੁੰਨਾ ਜੀ, ਥੋੜਾ ਜਿਹਾ ਪਿੱਛੇ ਜਾਣਾ ਪੈਣਾ। 1947 ਦਾ ਜਿਹੜਾ ਆਕਾਰ ਆ, ਉਹ ਜਦੋਂ ਆਪਣਾ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ, ਉਦੋਂ ਹਿੰਦੂ ਮੁਸਲਮਾਨ ਦੀ ਲੜਾਈ ਕਰਾਈ ਗਈ। ਕੋਈ ਲੜਾਈ ਹੈ ਨਹੀਂ ਸੀਗੀ, ਬਣਾਈ ਗਈ। ਉਹ ਤੁਹਾਨੂੰ ਪਤਾ 10 ਲੱਖ ਤੋਂ ਵੱਧ ਜੇ ਕੋਈ ਵੀ ਉਹਨਾਂ ਦੌਰਾਨ ਗਿਆ ਤੇ ਗਿਆ ਤਾਂ ਇਨਸਾਨ ਹੀ ਗਿਆ ਨਾ। ਜੇ 1984 ਦੇ ਵਿੱਚ ਹਿੰਦੂ ਸਿੱਖ ਦੀ ਲੜਾਈ ਬਣਾਈ ਗਈ, ਲੜਾਈ ਤਾਂ ਇਹ ਹੈ ਨਹੀਂ ਸੀਗੀ, ਬਣਾਈ ਜਾਂਦੀ ਆ, ਲੜਾਈਆਂ ਬਣਾਈਆਂ ਜਾਂਦੀਆਂ। ਸਰਕਾਰਾਂ ਕੋਲੋਂ ਬੜੀ ਵੱਡੀ ਪਾਵਰ ਹੈ। ਅੰਗਰੇਜ਼ ਇਹਨਾਂ ਨੂੰ ਇੱਕ ਬੜਾ ਵੱਡਾ ਹਥਿਆਰ ਦੇ ਗਏ ਆ, ਡਿਵਾਈਡ ਐਂਡ ਰੂਲ। ਇਹ ਡਿਵਾਈਡ ਦੇ ਵਿੱਚ ਰੂਲ ਕਰਦੇ ਕਹਿੰਦਾ ਵੀ ਜਦੋਂ ਕਿਸੇ ਦਾ ਕੋਈ ਵੀ ਵੱਡਾ ਮੂਵਮੈਂਟ ਖਤਮ ਕਰਨੀ ਹੋਵੇ ਨਾ, ਉਹਨੂੰ ਧਰਮਾਂ ਦੀਆਂ ਲੜਾਈਆਂ ਬਣਾ ਦਿਓ, ਉਹ ਆਪੇ ਲੜੀ ਜਾਣਗੇ। ਕਿਉਂਕਿ ਧਰਮ ਦੇ ਨਾਮ ਤੇ ਤਾਂ ਹਰ ਬੰਦਾ ਇਮੋਸ਼ਨਲ ਜੁੜ ਜਾਂਦਾ। ਉਹ ਇਹਨੂੰ ਕਹਿ ਸਕਦੇ ਇਮੋਸ਼ਨਲ ਬਲੈਕਮੇਲ ਹੋ ਜਾਂਦਾ ਅੰਦਰੋਂ ਅੰਦਰ ਹੀ। ਉਹਦੇ ਅੰਦਰ ਚਾਅ ਚੜ ਜਾਂਦਾ ਵੀ ਮੈਂ ਆਪਣੇ ਧਰਮ ਨੂੰ, ਕੋਈ ਹਰ ਬੰਦਾ ਹੋਊਗਾ ਮੈਂ ਕਹੂੰਗਾ ਮੈਂ ਸਿੱਖ ਧਰਮ। ਉਹ ਇਹੀ ਪ੍ਰਾਊਡ ਸਾਨੂੰ ਮਾਰੀ ਜਾ ਰਿਹਾ। ਇੱਥੇ ਬੜੀ ਵੱਡੀ ਪਲੈਨਿੰਗ ਹੋਈ ਆ। ਚਾਹੇ ਦੀਪ ਸਿੱਧੂ ਆ, ਮੈਂ ਮੂੰਹ ਗੱਲ ਸਾਫ਼ ਕਰਦਾ ਹੁੰਦਾ ਬਿਲਕੁਲ, ਚਾਹੇ ਲੱਖਾ ਸਿਡਾਣਾ ਆ, ਤੇ ਚਾਹੇ ਹੋਰ ਇਹੋ ਜਿਹੇ ਬੰਦੇ ਆ, ਪੂਰੇ ਏਜੰਸੀ ਨੇ ਫਿੱਟ ਕੀਤੇ ਹੋਏ ਸੀ। ਜਿਹੜੀ ਗੱਲ ਭਾਰਤੀ ਜਨਤਾ ਪਾਰਟੀ ਦੇ ਹਰਜੀਤ ਗਰੇਵਾਲ, ਜਿਆਣੀ ਸਾਹਿਬ ਜਾਂ ਰਵਨੀਤ ਸਿੰਘ ਬਿੱਟੂ ਜਾਂ ਉਹ ਕੰਗਨਾ ਤੇ ਪਾਇਲ ਜਿਹੜੀਆਂ ਛਣਕਾਣ ਵਾਲੀਆਂ ਚੀਜ਼ਾਂ ਆ, ਉਹ ਜਿਹੜੀਆਂ ਜਿਹੜੇ ਲੋਕ ਆਪਸ 'ਚ ਲੜਾਈਆਂ ਬਣਾਈਆਂ ਹੋਈਆਂ ਸੀ, ਉਹਨਾਂ ਦਾ ਕਾਰਨ ਕੀ ਸੀਗਾ? ਉਹ ਬਾਰ-ਬਾਰ ਕਹਿੰਦੇ ਸੀ ਇਹ ਖਾਲਿਸਤਾਨ ਲਿਆਉਣਾ ਚਾਹੁੰਦੇ ਆ, ਵੱਖਵਾਦ ਲਿਆਉਣਾ ਚਾਹੁੰਦੇ ਆ, ਫਲਾਣਾ ਲੈ। ਇੱਕ ਪਾਸੇ ਉਹ ਬਿਆਨਬਾਜ਼ੀ ਹੁੰਦੀ ਸੀ, ਦੂਜੇ ਪਾਸੇ ਦੂਜੀ ਬਿਆਨਬਾਜ਼ੀ ਹੋ ਜਾਂਦੀ ਸੀ। ਅਸੀਂ ਆਹ ਕਰਦੇ, ਇੱਕ ਪਾਸੇ ਤੀਜਾ ਪਾਸਾ ਕੀ ਚੱਲ ਰਿਹਾ ਸੀ? ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ। ਇਹ ਸਰਕਾਰ ਇਹ ਪਾਕ ਸਾਫ਼ ਹੋ ਰਹੀ ਸੀ, ਬੜਾ ਵਧੀਆ ਪਾਕ ਸਾਫ਼ ਵੀ। ਅਸੀਂ ਤਾਂ ਜੀ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਹਾਂ, ਪਰ ਨਿਕਲਿਆ ਕੀ? ਕਿਸਾਨਾਂ ਨੂੰ ਤੁਸੀਂ ਇਹ ਕਹਿੰਦੇ ਵੀ ਮੀਟਿੰਗ ਦਾ ਦੌਰ ਚੱਲ ਰਿਹਾ ਸੀ। ਲਾਸਟ ਮੀਟਿੰਗ ਤੇ ਇਹਨਾਂ ਨੇ ਬਿਲਕੁਲ ਡਿਨਾਈ ਕਰਤਾ। ਇਹ ਕਹਿੰਦੇ ਨਹੀਂ ਹੋਣਾ ਜੀ, ਅਸੀਂ ਆਪਣਾ ਹੀ ਡੱਬਾ ਰੱਖਣਾ, ਅਸੀਂ ਆਪਣਾ ਹੀ ਲਿਫਾਫਾ ਰੱਖਣਾ। ਉਸ ਤੋਂ ਬਾਅਦ ਇਹਨਾਂ ਨੇ ਬੜੀ ਪਲੈਨਿੰਗ ਕੀਤੀ। ਜਦੋਂ ਕਿਸਾਨਾਂ ਨੇ ਇੱਕ ਨਵੀਂ ਨਿਵੇਕਲੀ ਚੀਜ਼ ਕੱਢਣੀ ਸੀ, ਜਿਹੜੀ ਨਿਵੇਕਲੀ ਚੀਜ਼ ਕੱਢਣੀ ਸੀ, ਮਾਰਚ ਕੱਢਣਾ ਸੀ, ਉਹ 'ਚ ਦਿਖਾਣਾ ਸੀ ਵੀ ਸਾਰਾ ਭਾਰਤ, ਜਿਹੜਾ ਭਾਰਤ ਦਾ ਮਤਲਬ ਕੀ ਆ? ਭਾਰਤ ਦਾ ਮਤਲਬ ਹੈ ਸਾਰੇ ਧਰਮ, ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਐਜ਼ ਏ ਕਿਸਾਨ। ਢਿੱਡ ਦੀ ਲੜਾਈ ਸੀਗੀ, ਢਿੱਡ ਦੀ ਪੀੜ ਸੀ, ਢਿੱਡ ਦੀ ਪੀੜ ਇਹਨਾਂ ਨੇ ਸਿਰ ਤੇ ਚੜਾਤੀ। ਉਹ ਜਿਹੜੀ ਪੀੜ ਨੂੰ ਇਹਨਾਂ ਨੇ ਬਿਲਕੁਲ, ਤੁਸੀਂ ਦੇਖੋ, ਮੈਂ ਕਹਿੰਦਾ ਜਿਹੜਾ ਦੀਪ ਸਿੱਧੂ ਉੱਥੇ ਪਹੁੰਚਿਆ, ਭੋਲੇ ਭਾਲੇ ਲੋਕ ਪਿੱਛੇ ਲੱਗ ਜਾਂਦੇ ਆ। ਜਿਹੜੇ ਨੌਜਵਾਨ ਆ ਨਾ, ਉਹ ਸਿਰ ਨਹੀਂ ਵਰਤਦੇ, ਉਹ ਦਿਲ ਵਰਤ ਲੈਂਦੇ ਆ, ਹਮੇਸ਼ਾ ਸਿਰ ਦੇਣ ਨੂੰ ਤਿਆਰ ਹੋ ਜਾਂਦੇ ਆ। ਇਹਨਾਂ ਨੇ ਰਾਤ ਨੂੰ, ਇੱਕ ਰਾਤ ਪਹਿਲਾਂ ਹੀ ਨਾਰਾ, ਉੱਥੇ ਜਦੋਂ ਸਟੇਜ ਖਾਲੀ ਹੋ ਗਈ, ਟਾਈਮ ਖਤਮ ਹੋ ਗਿਆ ਸੀ ਸਟੇਜ ਦਾ, ਉਸ ਤੋਂ ਬਾਅਦ ਸਟੇਜ ਤੇ ਕਬਜ਼ਾ ਕਰ ਲਿਆ। ਸਟੇਜ ਤੇ ਕਬਜ਼ਾ ਕਰਕੇ ਤਾਂ ਨਹੀਂ ਜੀ ਅਸੀਂ ਆਹ ਰੂਟ ਜਾਵਾਂਗੇ, ਅਸੀਂ ਫਲਾਣੇ ਰੂਟ ਜਾਵਾਂਗੇ। ਮਤਲਬ ਗਰਮ ਬਣਾਤਾ। ਹੁਣ ਨੌਜਵਾਨਾਂ ਦੇ ਅੰਦਰ ਚਾਹ ਚੜ ਗਿਆ ਵੀ ਪਤਾ ਨਹੀਂ ਕਿ ਨਵੀਂ ਚੀਜ਼ ਚੰਨ ਕਿਹੜਾ ਚੜਨਾ। ਨੌਜਵਾਨ ਪਿੱਛੇ ਲੱਗ ਜਾਂਦੇ ਆ। ਦੀਪ ਸਿੱਧੂ ਵਰਗਿਆਂ ਨੇ ਭੜਕਾਤਾ, ਲੱਖੇ ਸਿਡਾਣੇ ਵਰਗੇ ਭੜਕਾਤਾ ਸੀ ਤਾਂ ਉੱਥੇ ਹੀ ਜਾਵਾਂਗੇ। ਤੁਸੀਂ ਇਹ ਚੀਜ਼ ਨੋਟ ਕਰੋ, ਕੋਈ ਲਾਲ ਕਿਲਾ ਮਾੜੀ ਮੋਟੀ ਚੀਜ਼ ਨਹੀਂ, ਖਲਾਈ ਦਾ ਵਾੜਾ ਨਹੀਂ। ਉੱਥੇ ਤੱਕ ਪਹੁੰਚਣਾ ਕੋਈ ਆਮ ਗੱਲ ਨਹੀਂ। ਵੀ ਤੁਸੀਂ ਦੇਖੋ ਤੇ ਬਾਕੀ ਕਿਸਾਨਾਂ ਦੇ ਬੈਰੀਕੇਡ ਲਾ ਕੇ ਰੋਕ ਦਿੱਤੇ ਗਏ, ਉਹਨਾਂ ਨੂੰ 11-11 12-12 ਵਜੇ ਤੱਕ ਰੋਕ ਦਿੱਤਾ ਗਿਆ। ਪੂਰੀ ਗੱਲ ਹੁਣ ਲੈਂਦੀ ਹੋ। ਤੇ ਇਹਨਾਂ ਨੂੰ ਬੜੇ ਆਰਾਮ ਨਾਲ 8 ਵਜੇ ਕੱਢ ਦਿੱਤਾ ਗਿਆ ਉੱਥੋਂ। ਇਹਨਾਂ ਦੀ ਕੋਈ ਕਿਤੇ ਤੋੜਬਾਨ ਨਹੀਂ ਹੋਈ, ਇਹ ਸਿੱਧਾ ਲਾਲ ਕਿਲੇ ਪਹੁੰਚ ਗਏ। ਫਿਰ ਲਾਲ ਕਿਲੇ ਪਹੁੰਚਣ ਤੋਂ ਬਾਅਦ ਜਿਹੜਾ ਪਰੇਡ ਵਾਲਾ ਟਾਈਮ ਹੋਵੇ, ਜਿੱਥੇ ਇੰਨੀ ਸੁਰੱਖਿਆ ਬਲ ਤੈਨਾਤ ਹੋਣ, ਉੱਥੇ ਇਹਨਾਂ ਨੇ ਦਿਖਾਣਾ ਕੀ ਸੀਗਾ? ਇਹਨਾਂ ਨੇ ਦਿਖਾਣਾ ਸੀਗਾ ਵੀ ਜਿਹੜਾ ਜਵਾਨ ਤੇ ਕਿਸਾਨ ਆਮਣੇ ਸਾਹਮਣੇ ਹੋ ਗਿਆ। ਇਹਨਾਂ ਨੇ ਜਿਹੜੀ ਆਪਣੀ ਮਨਸੂਬੇ 'ਚ ਕਾਮਯਾਬ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਦੇ ਚੈਨਲ ਵੀ ਅੱਜ ਇਹੀ ਰੌਲਾ ਪਾ ਰਹੇ ਆ। ਉੱਥੋਂ ਅੰਦਰ ਵੀ ਵੜ ਗਏ, ਬੜੇ ਆਰਾਮ ਨਾਲ ਅੰਦਰ ਵੜ ਗਏ, ਬੜੇ ਆਰਾਮ ਨਾਲ ਉੱਪਰ ਵੀ ਚੜ੍ਹ ਗਏ, ਬੜੇ ਆਰਾਮ ਨਾਲ। ਅਸੀਂ ਨਿਸ਼ਾਨ ਸਾਹਿਬ ਦੀ ਦੇਖੋ, ਸਾਰੀ ਦੁਨੀਆ ਕਦਰ ਕਰਦੀ ਆ। ਜੇ ਚਾਈਨਾ ਦੇ ਬਾਰਡਰ ਤੇ ਲੋੜ ਹੁੰਦੀ ਹੈ ਤਾਂ ਨਿਸ਼ਾਨ ਸਾਹਿਬ ਚਾਹੀਦਾ ਆ। ਜੇ ਪਾਕਿਸਤਾਨ ਦੇ ਬਾਰਡਰ ਤੇ ਲੋੜ ਹੋਵੇ ਤਾਂ ਨਿਸ਼ਾਨ ਸਾਹਿਬ ਚਾਹੀਦਾ ਆ। ਪਰ ਮੈਂ ਇਹ ਨਹੀਂ ਕਹਿੰਦਾ ਅੱਜ ਸਾਡਾ ਟਾਰਗੇਟ ਲਾਲ ਕਿਲੇ ਦੇ ਉੱਤੇ ਝੰਡਾ ਚੜਾਉਣਾ ਨਹੀਂ ਸੀਗਾ। ਕੋਈ ਵੀ ਜਿੰਨੇ ਵੀ ਕੰਮ ਕੀਤਾ ਉਹ ਬੜੀ ਸੋਚੀ ਸਮਝੇ, ਭੋਲੇ ਭਾਲੇ ਦੇ ਪਿੱਛੇ ਲੱਗ ਜਾਂਦੇ। ਮੈਂ ਪਹਿਲਾਂ ਕਹਿ ਰਿਹਾ, ਲੋਕਾਂ ਨੂੰ ਤੱਕ, ਨੌਜਵਾਨਾਂ ਨੂੰ ਤੱਕ ਗਰਮ ਬਿਆਨ ਚਾਹੀਦਾ ਹੁੰਦਾ, ਪਰ ਉਹ ਸਿਰ ਵਰਤਦੇ ਨਹੀਂਗੇ। ਪਰ ਅਸਲ 'ਚ ਕੀ ਹੈ, ਗੇਮ ਏਜੰਸੀਆਂ ਦੀ ਚੱਲੀ।
ਸਰਕਾਰ ਨੇ ਪੂਰੀ ਇੱਕ ਕਾਂਗਰਸ ਤੇ ਬੀਜੇਪੀ ਜੋ ਮਰਜ਼ੀ ਆਪਣੇ ਆਪ ਨੂੰ ਪਾਕ ਸਾਫ਼ ਕਰੀ ਜਾਣ, ਬੜੀ ਪਲੈਨਿੰਗ ਨਾਲ ਇੱਕ ਦੂਜੇ ਦੇ ਪਹਿਲਾਂ ਇੱਕ ਦਿਨ ਬਿੱਟੂ ਪਹਿਲਾਂ ਪਹੁੰਚਦੇ ਆ, ਕਿੱਦਾਂ ਉੱਤੇ ਰੋਲਾ ਪੈਂਦਾ, ਗਰਮ ਦਲੀਏ ਖੜੇ ਹੋ ਜਾਂਦੇ ਆ, ਫਿਰ ਕਹਿੰਦੇ ਜੀ ਇਹ ਖਾਲਿਸਤਾਨੀ ਹੈ, ਫਿਰ ਅਗਲੇ ਦਿਨ ਪੂਰੀ ਰਾਤ ਨੂੰ ਸਟੇਜ ਤੇ ਕਬਜ਼ਾ ਕੀਤਾ ਜਾਂਦਾ, ਫਿਰ ਕਿਸੇ ਐਨ ਖੁੱਲੇ ਤਰੀਕੇ ਨਾਲ ਲਾਲ ਕਿਲੇ ਪਹੁੰਚਿਆ ਜਾਂਦਾ, ਖੁੱਲੇ ਤਰੀਕੇ ਨਾਲ ਉੱਤੇ ਚੜਿਆ ਜਾਂਦਾ, ਪੁਲਿਸ ਕੁਝ ਨਹੀਂ ਕਹਿੰਦੀ। ਤੇ ਜਦੋਂ ਸਾਰਾ ਕਾਰਾ ਹੋ ਜਾਂਦਾ, ਸਭ ਕੁਝ ਹੋ ਜਾਂਦਾ ਆ, ਫਿਰ ਉਸ ਤੋਂ ਬਾਅਦ ਮੈਂ ਨੌਜਵਾਨਾਂ ਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਇੱਥੇ ਜਿਹੜੇ ਨਿਸ਼ਾਨ ਸਾਹਿਬ ਦੀ ਗੱਲ ਕਰ, ਨਿਸ਼ਾਨ ਸਾਹਿਬ ਸਭ ਨਾਲ ਉੱਚੀ ਚੀਜ਼ ਆ, ਉਹ ਅਲੱਗ ਚੀਜ਼ ਆ, ਧਰਮ ਦੀ ਗੱਲ ਹੈ, ਉਹਦੇ ਨਾਲ ਇਹਦੇ ਨਾਲ ਨਾ ਜੋੜਿਆ ਕਰੋ ਬਾਰ-ਬਾਰ। ਜੇ ਤਿਰੰਗੇ ਦੀ ਗੱਲ ਕਰਦੇ, ਤਿਰੰਗੇ 'ਚ ਨਿਸ਼ਾਨ ਕੇਸਰੀ ਰੰਗ ਵੀ ਹੈਗਾ ਆ। ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਵੀ ਇਹੀ ਚੀਜ਼ ਕੀਤੀ ਸਰਕਾਰ ਜਾਵੇ। ਕੇਸਰੀ ਰੰਗ ਵੀ ਆ, ਚਿੱਟਾ ਰੰਗ ਪੀਸ ਦਾ, ਹਰਾ ਰੰਗ ਕਿਸਾਨੀ ਦਾ, ਤਿੰਨੋਂ ਰੰਗ ਇਕੱਠੇ ਕੀਤੇ ਹੋਏ ਯਾਰ, ਫੁਲਵਾੜੀ ਬਣਾਈ ਹੈ ਤਿਰੰਗੇ ਤੇ, ਮਾੜੀ ਮੋਟੀ ਚੀਜ਼ ਨਹੀਂ, ਸਾਰੀ ਉਹ ਆਪਣੀ ਧਰਮ ਆਪਣੀ ਜਗ੍ਹਾ ਤੇ, ਇਹ ਆਪਣੀ ਜਗ੍ਹਾ ਤੇ ਆ। ਹੁਣ ਉੱਥੇ ਬੜੀ ਤਰੀਕੇ ਨਾਲ ਇੱਕ ਕੰਮ ਕੀਤਾ ਗਿਆ। ਫਿਰ ਦੀਪ ਸਿੱਧੂ ਵੱਲੋਂ ਹੋਟਲ 'ਚ ਬੈਠਾ ਰਾਤ ਨੂੰ ਸਿੱਧਾ ਡਾਇਰੈਕਟ ਆ ਕੇ ਉੱਤੇ ਚੜ ਗਿਆ ਵੀ ਮੈਂ ਕਰਾਇਆ, ਮੈਂ ਜ਼ਿੰਮੇਵਾਰੀ ਲੈਣਾ, ਮੈਂ ਕਰਾਇਆ। ਕ੍ਰੈਡਿਟ ਲੈਣ ਦੀ ਵਾਰ ਚੱਲ ਪਈ ਆ ਵੀ ਪਤਾ ਨਹੀਂ ਕੀ ਫੰਡ ਆਈ ਹੋਵੇ ਯਾਰ ਏਜੰਸੀ, ਕਿਉਂਕਿ ਏਜੰਸੀਆਂ ਨੇ ਹਾਇਰ ਕੀਤਾ ਹੋਇਆ ਸੀ। ਇਹ ਪਲੈਨਿੰਗ ਨੂੰ, ਕਿਸਾਨਾਂ ਦੀ ਮੂਵਮੈਂਟ ਨੂੰ ਫੇਲ ਕਰਨ ਵਾਸਤੇ ਇੱਕ ਬੜਾ ਵੱਡਾ ਚਾਅ ਉਹਨਾਂ ਨੂੰ ਚੜ ਗਿਆ ਸੀਗਾ ਵੀ ਕਿਸੇ ਤਰੀਕੇ ਉਹ ਕੱਲ ਕਿਤੇ ਨਾ ਕਿਤੇ ਕਾਮਯਾਬ ਹੋਣ ਦੀ ਕੋਸ਼ਿਸ਼ ਕੀਤੀ ਗਈ ਆ। ਪਰ ਮੈਂ ਇੱਕ ਗੱਲ ਕਹਿ ਦਿੰਦਾ ਆ, ਜੇ ਅੱਜ ਕਿਸਾਨ ਕਿਸੇ ਗੱਲ ਬਸ ਲੜਾਈ ਤਾਂ ਕਿਸਾਨਾਂ ਦੀ ਹੈ, ਕਿਸੇ ਧਰਮ ਦੀ ਲੜਾਈ ਨਹੀਂ ਹੈਗੀ। ਹੁਣ ਇਹ ਏਜੰਸੀਆਂ ਦੁਬਾਰਾ ਉਹੀ ਪੱਤਾ 47 ਵਾਲਾ, ਉਹੀ ਪੱਤਾ 84 ਵਾਲਾ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਮੰਨ ਲਓ ਕਿਤੇ ਨਾ ਕਿਤੇ ਇਹ ਜੇ ਕਿਸਾਨੀ ਸੰਘਰਸ਼ 'ਚ ਕੋਈ ਪ੍ਰੋਬਲਮ ਆਉਂਦੀ ਹੈ, ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਸਰਕਾਰਾਂ ਆ ਤੇ ਸਾਡੇ ਵਰਗੇ ਲੋਕ ਜਿਹੜੇ ਵਿਕ ਜਾਂਦੇ ਆ, ਜਿਹੜੇ ਲੋਕ ਵਿਕ ਕੇ ਕੰਮ ਕਰਦੇ। ਬਹੁਤ ਨਿੰਦਣਯੋਗ ਗੱਲ ਹੈ। ਮੈਂ ਸਾਫ਼ ਕਹਿਣਾ, ਦੀਪ ਸਿੱਧੂ ਨੂੰ ਭਜਾਤਾ ਕਿਸਾਨਾਂ ਨੇ, ਭੱਜਿਆ। ਦੇਖੋ ਕਿੱਦਾਂ ਚੋਰ ਭੱਜਦਾ, ਜੇ ਬੰਦਾ ਸੱਚਾ ਹੁੰਦਾ ਖੜ ਜਾਂਦਾ, ਕੀ ਹੋ ਜਾਂਦਾ? ਖੜ ਜਾਂਦਾ। ਉਹਨੂੰ ਪਤਾ ਸੀ ਮੈਂ ਗਲਤੀ ਕੀਤੀ ਹੋਈ ਹੈ। ਲੱਖਾ ਸਿਧਾਣਾ ਸਵੇਰੇ ਬੈਰੀਕੇਡ ਤੋੜਨ ਤੋਂ ਬਾਅਦ ਸਾਰਾ ਦਿਨ ਕਿੱਥੇ ਗਾਇਬ ਸੀਗਾ? ਰਾਤ ਨੂੰ 11 ਵਜੇ ਉਹਨੂੰ ਯਾਦ ਆ ਗਿਆ ਵੀ ਉਹ ਮੇਰਾ ਕਹਿੰਦਾ ਮੈਨੂੰ ਬੜਾ ਦੁੱਖ ਲੱਗਾ। ਰਾਤੀ 11 ਵਜੇ ਉਹਨਾਂ ਨੂੰ ਦੁੱਖ ਲੱਗਦਾ ਪੈਂਦਾ, ਦਿਨੇ ਸਾਰਾ ਦਿਨ ਦੁੱਖ ਨਹੀਂ ਲੱਗਦਾ। ਤੁਸੀਂ ਇਹ ਚੀਜ਼ ਉਹਨਾਂ ਨੇ ਦਿਖਾਤੀ। ਤੁਸੀਂ ਦੇਖੋ ਪੁਲਿਸ ਵਾਲਿਆਂ ਨੇ ਵੀ ਤਿਰੰਗੇ ਤੇ ਝੰਡੇ ਤੇ ਸੋਟੀਆਂ ਮਾਰੀਆਂ, ਤੁਹਾਡੇ ਕੋਲ ਵੀਡੀਓ ਕਲਿੱਪ ਹੋਣਗੇ ਆ। ਠੀਕ ਹੈ, ਜਿਹੜੇ ਕਿਸਾਨਾਂ ਨੇ, ਜੇ ਕਿਸਾਨਾਂ ਦੇ ਰੂਪ 'ਚ ਕਈਆਂ ਨੇ ਖਰਾਬੀ ਕੀਤੀ, ਮੈਂ ਉਹਨਾਂ ਦੀ ਨਿੰਦਾ ਕਰਦਾ, ਪਰ ਕਈ ਜਗ੍ਹਾ ਤੇ ਜਾਣ ਕੇ ਅਗਰੈਸਿਵ ਕੀਤਾ ਗਿਆ। ਸ਼ੁਰੂਆਤ ਤੋਂ ਹੀ ਅਗਰੈਸਿਵ ਕੀਤਾ ਗਿਆ। ਜਦੋਂ ਹਰਿਆਣੇ ਦੇ ਬਾਰਡਰ ਆਪਾਂ ਟੱਪੇ ਆ ਸ਼ੁਰੂਆਤ 'ਚ 2 ਮਹੀਨੇ ਪਹਿਲਾਂ, ਉਦੋਂ ਵੀ ਅਗਰੈਸਿਵ ਕਰਕੇ ਸੜਕਾਂ ਪੱਟ ਕੇ ਕਿੱਦਾਂ ਕੀਤਾ ਗਿਆ, ਜਦੋਂ ਜਾ ਹੀ ਰਹੇ ਸੀ ਨਾ ਸ਼ਾਂਤਮਈ। ਤੇ ਇਹ ਸ਼ਾਂਤਮਈ ਨੂੰ ਅਗਰੈਸਿਵ ਕਿਉਂ ਕੀਤਾ ਜਾਂਦਾ? ਦਿਖਾਉਣਾ ਚਾਹੁੰਦੇ ਆ ਕਿ ਇਹ ਲੋਕ ਮਾੜੇ ਲੋਕ ਆ, ਪਰ ਐਦਾਂ ਨਹੀਂ ਹੈਗਾ। ਮਾੜੇ ਲੋਕ ਨਹੀਂ, ਇਹ ਪੰਜਾਬੀ ਲੋਕ ਸਿਰਫ ਭਾਵਕ ਲੋਕ ਆ। ਭਾਵਨਾ 'ਚ ਕਈ ਲੋਕ ਵਿੱਚ ਵਹਿ ਜਾਂਦੇ ਆ, ਪਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਅੱਜ ਜ਼ਮਾਨਾ ਭਾਵਨਾ ਦਾ ਨਹੀਂ ਹੈ। ਭਾਵਨਾ ਚਾਹੀਦੀ ਹੈ ਸਾਡੀ, ਅਸੀਂ ਧਰਮ ਦੀ ਲੋੜ ਆ, ਕਿਤੇ ਸੇਵਾ ਕਰਨ ਦੀ ਲੋੜ ਆ। ਇਹਨਾਂ ਨੇ ਗੱਲ ਕਰਤੀ ਵੀ ਲੰਗਰਾਂ 'ਚ ਸਿਆਸਤ ਕਰਦੇ ਯਾਰ, ਲੰਗਰਾਂ 'ਚ ਕਿਹਦੀ ਸਿਆਸਤ ਹੁੰਦੀ ਹੈ? ਲੰਗਰ ਤਾਂ ਗੁਰੂ ਨਾਨਕ ਸਾਹਿਬ ਦਾ ਲੰਗਰ ਆ, 'ਚ ਕਾਹਦੀ ਸਿਆਸਤ? ਸਾਨੀ ਸਾਹਿਬ ਨੇ ਇਹ ਵੀ ਕਿਹਾ ਵਾ ਵੀ ਪਿਛਲੇ 6 ਮਹੀਨੇ ਤੋਂ ਜਿਹੜੇ ਲੱਖਾ ਸਿਧਾਣਾ ਦੀ ਤੁਸੀਂ ਗੱਲ ਕਰਦੇ ਹੋ, ਦੀਪ ਸਿੱਧੂ ਦੀ ਗੱਲ ਕਰਦੇ ਹੋ, ਪਿਛਲੇ 6 ਮਹੀਨੇ ਤੋਂ ਅਗਵਾਈ ਕਰ ਰਹੇ ਨੇ। ਉਹ ਕੰਮ ਮੇਰਾ ਨਹੀਂ, ਉਹ ਕਿਸਾਨਾਂ ਦਾ ਆ। ਉਹ ਕਿਸਾਨ ਆਗੂਆਂ ਦਾ। ਕਿਸਾਨ ਆਗੂਆਂ ਨੂੰ ਬਾਰ-ਬਾਰ ਸੁਚੇਤ ਹੋਣਾ ਚਾਹੀਦਾ ਸੀ। ਜੇ ਕਿਸਾਨ ਆਗੂਆਂ ਦੀ ਜੇ ਸਟੇਜ ਕੈਪਚਰ ਹੋਈ ਹੈ, ਜਾਂ ਉਹਨਾਂ ਨੇ ਕੱਲ ਦਾ ਕੁਝ ਕਿਸਾਨ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹੋ ਜਿਹੇ ਲੋਕਾਂ ਨੂੰ ਅੰਦਰ ਨਾ ਆਣ ਦੇਣ। ਜਿਹੜੇ ਜੇ ਉੱਥੇ ਬਾਰ-ਬਾਰ ਇਹੋ ਜਿਹੇ ਲੋਕ ਐਲੀਮੈਂਟ ਜਿਹੜੇ ਆਉਂਦੇ ਆ, ਜਿਹੜੇ ਜਾਣ ਬੁੱਝ ਕੇ ਗਲਤ ਬਿਆਨੀਬਾਜ਼ੀ ਕਰਦੇ ਆ, ਜੇ ਉਹਨਾਂ ਨੂੰ ਆਪਾਂ ਬੜਾਵਾ ਦੇਵਾਂਗੇ ਤੇ ਫਿਰ ਤਾਂ ਆਪਣਾ ਨੁਕਸਾਨ ਹੋਊਗਾ। ਕੱਲ ਨੂੰ ਨੁਕਸਾਨ ਕਰ ਗਏ ਕਿਤੇ ਨਾ ਕਿਤੇ, ਕੋਈ ਨਾ ਕੋਈ ਮੈਲ ਢਾਣ ਦੇ ਵਿੱਚ ਕਾਮਯਾਬ ਹੋਇਆ, ਪਰ ਇਹਦੇ ਵਿੱਚ ਅੱਜ ਵੀ ਸੁਚੇਤ ਹੋਣ ਦੀ ਲੋੜ ਹੈ। ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ, ਮੇਰੇ ਵੀਰ ਗੋਸ਼ਾ ਜੀ ਨੇ ਗੱਲ ਕੀਤੀ 1947 ਤੋਂ ਵੀ ਹਿੰਦੂ ਮੁਸਲਿਮ ਨੂੰ ਲੜਾਇਆ ਗਿਆ। 1984 'ਚ ਹਿੰਦੂ ਸਿੱਖ ਦੇ ਦੰਗੇ ਕਰਾਏ ਗਏ, ਪਰ ਚਲੋ ਦੰਗੇ ਕਰਾਏ ਗਏ 1984 'ਚ ਸਿੱਖ ਕਤਲੇਆਮ ਹੋਇਆ, ਨਕਸਲ ਕੁਛੀ। ਤੁਸੀਂ ਇਸ ਗੱਲ ਨੂੰ ਕਹਿ ਦਿੰਦੇ ਹੋ, ਠੀਕ ਹੈ, ਆਤੰਕਵਾਦ ਦੇ ਟਾਈਮ ਤੇ ਵੀ ਆਪਾਂ ਕਿਤੇ ਨਾ ਕਿਤੇ ਕਹਿ ਦਿੰਦੇ ਆ ਵੀ ਸਰਕਾਰਾਂ ਨੇ ਬੜਾ ਕੁਝ ਕੀਤਾ। ਲੇਕਿਨ ਮੇਰਾ ਇੱਕ ਜਵਾਬ ਹੈ, ਦੇਖੋ ਕੋਈ ਗੁੱਸਾ ਕਰਨ ਦੀ, ਗਿਲਾ ਕਰਨ ਦੀ ਲੋੜ ਨਹੀਂ। ਸਰਕਾਰਾਂ ਆਪ ਅੱਜ ਤੁਸੀਂ ਜੇ ਅੱਤਵਾਦ ਦੇ ਖਿਲਾਫ ਹੋ, ਫਿਰ ਤੁਸੀਂ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਪਵਿੱਤਰ ਗੁਰਦੁਆਰੇ 'ਚ ਜਾ ਕੇ ਸਨਮਾਨਿਤ ਕਿਉਂ ਕਰਦੇ ਹੋ? ਜੇ ਤੁਸੀਂ ਕਹਿੰਦੇ ਹੋ ਧਰਮ ਦਾ, ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ, ਫਿਰ ਕਿਉਂ ਤੁਸੀਂ ਕਿਉਂ ਨਹੀਂ ਕੀਤਾ ਜਾਂਦਾ? ਪੁੱਛੋ ਜੀ, ਤੁਸੀਂ ਦੱਸੋ ਕਿਹੜੇ ਗੁਰਦੁਆਰੇ 'ਚ? ਮੈਂ ਫਿਰ ਗੱਲ ਕਹਿਣਾ, ਮੈਂ ਸਾਨੀ ਸਾਹਿਬ ਨਾਲ ਫਿਰ ਦੁਬਾਰਾ ਉੱਥੇ ਗੱਲ ਲੈ ਕੇ, ਤੁਸੀਂ ਇਹ ਛੱਡੋ, ਤੁਸੀਂ ਅੱਤਵਾਦੀਆਂ ਨੂੰ ਛੱਡੋ। ਉਹਨਾਂ ਨੂੰ ਅੱਜ ਰਜਵਾਣਾ ਵੈ ਜਾਂ ਹਵਾਰਾ ਵੈ, ਇਹਨੂੰ ਕਾਹਨੂੰ ਜਥੇਦਾਰ ਆਪਾਂ ਕਹਿੰਦੇ ਆ? ਮੈਂ ਕਹਿੰਦਾ ਸੱਜਣ ਸਿੰਘ ਹੈ, ਸੱਜਣ ਕੁਮਾਰ ਹੈ, ਜਿਹਨੇ 84 ਦੰਗਿਆਂ ਦੇ ਜੇ ਦੋਸ਼ ਲੱਗਦਾ, ਸਾਧਵੀ ਪ੍ਰਗਿਆ ਹੈ। ਇਹ ਨਹੀਂ ਵੀ ਉਹ ਹਿੰਦੂ ਧਰਮ ਨਾਲ ਬਿਲੋਂਗ ਕਰਦੇ, ਮੈਂ ਉਹਨਾਂ ਨੂੰ ਸਹੀ ਕਹਿਣਾ, ਉਹ ਵੀ ਮਾੜੇ ਅਨਸਰ ਨੇ। ਲੇਕਿਨ ਆਪਾਂ ਇੱਕ ਜਥੇਦਾਰ, ਇੱਕ ਜਿਹਨੇ ਸੂਬੇ ਦੇ ਉਸ ਟਾਈਮ ਦੇ ਮੁੱਖ ਮੰਤਰੀ ਨੂੰ ਮਾਰਿਆ, ਅਸੀਂ ਉਹਨੂੰ ਜਥੇਦਾਰ ਬਣਾਈ ਜਾਂਦੇ ਯਾਰ। ਉਹਦੀ ਮਾਫੀ, ਉਹਦੀ ਸਜ਼ਾ ਮਾਫੀ ਲਈ ਅਪੀਲਾਂ ਕਰਦੇ ਆ। ਕਦੀ ਰਾਸ਼ਟਰ ਕਾਹਦੇ ਲਈ ਯਾਰ? ਤੁਸੀਂ ਉਹਨੂੰ ਆਜ਼ਾਦ ਕਰਾ ਕੇ ਉਹਦੀ ਪੰਜਾਬ ਫਿਰ ਕਤਲੇਆਮ ਹੀ ਕਰਾਣਾ ਕਿਉਂ ਕਰਦੇ ਹੋ? ਤੁਸੀਂ ਇਹ ਦੇਖੋ ਵੀ ਇਹ ਕਾਨੂੰਨ ਤੋਂ ਉੱਤੇ ਹੋ ਗਏ। ਜਿਹੜੇ ਕਾਨੂੰਨ 'ਚ ਜਿੰਨੇ ਕੋਈ ਸਜ਼ਾ ਟਾਈਮ ਪੂਰਾ ਕਰ ਲਿਆ ਹੋਵੇ, ਆਪਣਾ ਮਤਲਬ ਹੱਕ ਬਣਦਾ ਕਿ ਉਦੋਂ ਉਹਨੂੰ ਫਿਰ ਅੰਦਰ ਰੱਖੀਏ। ਜਦ ਕਾਨੂੰਨ ਨੇ ਕੋਰਟ ਤੋਂ ਉੱਤੇ ਕੋਈ ਚੀਜ਼ ਨਹੀਂ ਹੁੰਦੀ। ਇੱਕ ਮਿੰਟ ਜੀ ਸਾਨੀ ਜੀ, ਜਿਹਨੇ ਬੰਦਿਆਂ ਨੂੰ ਮਾਰਿਆ ਉਹ ਭਾਈ ਕਿੱਦਾਂ ਹੋ ਗਿਆ? ਉਹ ਜਥੇਦਾਰ ਕਿੱਦਾਂ ਹੋ ਗਿਆ? ਮੈਨੂੰ ਇਸ ਗੱਲ ਦਾ ਮੈਂ ਕੱਲ ਨੂੰ ਕਹਿਣਾ, ਕੋਈ ਵੀ ਬੰਦਾ, ਚਾਹੇ ਗੱਲ ਸੁਣੋ ਜੀ, ਚਾਹੇ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਈਸਾਈ ਹੋਵੇ, ਜਿਹੜੇ ਕਾਨੂੰਨ ਦੀ ਸਜ਼ਾ ਭੁਗਤ ਕੇ ਉਹ ਤਾਂ ਬਾਹਰ ਆਊਗਾ ਨਾ, ਉਹਦੇ ਵਿੱਚ ਲੜਨ ਦੀ ਕੀ ਲੋੜ ਹੈ? ਜੇ ਸਰਕਾਰ ਨੂੰ ਲੱਗਦਾ ਹੈ, ਜੇ ਦੇਖੋ ਗੋਸ਼ਾ ਜੀ, ਜੇ ਤੁਸੀਂ ਵੀ ਸਰਕਾਰ, ਆਪਾਂ 10 ਸਾਲ ਸਰਕਾਰ ਚ ਰਹੇ, ਸਰਕਾਰ ਚਲਾਈ ਹੈ,
ਮੁੱਦੇ ਦੀ ਗੱਲ ਇਹ ਹੈ ਕਿ ਆਪਾਂ ਮੁੱਦੇ ਦੀ ਗੱਲ ਹੀ ਕਰਦੇ ਪਏ ਆ। ਗੱਲ ਉਹਨਾਂ ਨੇ ਅੱਤਵਾਦ ਦੀ ਕੀਤੀ, ਵੱਖਵਾਦ ਦੀ ਕੀਤੀ। ਮੈਂ ਇਹ ਸਰਕਾਰਾਂ ਦੇ ਨੁਮਾਇੰਦੇ ਨੇ, ਮੈਂ ਤਾਂ ਇਹਨਾਂ ਨੂੰ ਗੱਲ ਕਰ ਰਿਹਾ ਵੀ ਸਰਕਾਰ ਜਦੋਂ ਆਪਣੇ ਟਾਈਮ ਤੇ ਹੁੰਦੀ ਹੈ ਕਿਉਂ ਤੁਸੀਂ ਰਾਜਨੀਤੀ ਕਰਦੇ ਹੋ? ਸਾਡੇ ਵਰਗੇ ਜਿਹੜੇ ਆਮ ਜਨਤਾ, ਉਹਦਾ ਨੁਕਸਾਨ ਜਨਤਾ ਦਾ ਹੀ ਹੈ ਨਾ। ਪਾਰਟੀਆਂ ਨੇ ਕੀ ਕਰਨਾ? ਅੱਜ ਬੀਜੇਪੀ ਹੈ, ਅੱਜ ਕਾਂਗਰਸ, ਅੱਜ ਕੋਈ ਪਾਰਟੀ ਹੈ, ਠੀਕ ਹੈ। ਅੱਜ ਕੀ ਕਰ ਰਹੀ ਹੈ? ਅੱਜ ਮੈਂ ਫਿਰ ਕਹਿ ਦੇਣਾ ਠੋਕ ਕੇ, ਅੱਜ 34 ਜਥੇਬੰਦੀਆਂ ਕਿਸਾਨੀ ਅੰਦੋਲਨ ਲੜ ਰਹੀਆਂ। ਜੇ ਕੱਲ ਸਵੇਰ ਤੋਂ 28 ਤਰੀਕ ਤੋਂ ਜੇ ਕਹਿ ਦੇਣ ਵੀ ਕਿਸਾਨ ਏਕਤਾ ਪਾਰਟੀ ਰਾਜਨੀਤਿਕ ਪਾਰਟੀ ਬਣ ਗਈ, ਕੋਈ ਪਾਰਟੀ ਨਾਲ ਨਹੀਂ ਚੱਲੂਗੀ, ਕਿਉਂਕਿ ਇਹ ਰਾਜਨੀਤੀ ਹੋ ਰਹੀ ਹੈ। ਕਿਸਾਨਾਂ ਨੂੰ ਉਹਨਾਂ ਦਾ ਅੰਦੋਲਨ ਲੜਨ ਦਿਓ। ਤੁਸੀਂ ਆਪਣੀ ਰਾਜਨੀਤੀ ਰੇਟੀਆਂ ਕਿਉਂ ਸੇਕਦੇ ਹੋ? ਉਹਦੇ ਕਰਕੇ ਸਾਰਾ ਅੰਦੋਲਨ ਖਰਾਬ ਹੋ ਰਿਹਾ। ਗਰਗ ਸਾਹਿਬ ਮੋਟਾ ਸਵਾਲ ਲਊਂਗਾ। ਉੱਥੇ ਐਲੀਮੈਂਟ ਸਹੀ ਸੀ, ਬੀਜੇਪੀ ਨੇ ਭੇਜੇ, ਕਾਂਗਰਸ ਨੇ ਭੇਜੇ, ਕਾਲੀਆਂ ਨੇ ਭੇਜੇ ਜਾਂ ਆਪੇ, ਉਹ ਵੱਖਰਾ ਵਿਸ਼ਾ ਰਹਿ ਗਿਆ ਵਾ। ਹਾਈ ਅਲਰਟ ਹੁੰਦਾ ਵਾ, ਪੂਰਾ ਦੇਸ਼ ਹਾਈ ਅਲਰਟ ਤੇ ਹੁੰਦਾ ਵਾ, ਦਿੱਲੀ ਖਾਸ ਤੌਰ ਤੇ ਹਾਈ ਅਲਰਟ ਹੁੰਦੀ ਆ। ਤੁਸੀਂ ਇਹ ਤਾਂ ਮੰਨੋਗੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਫੇਲ ਸਾਬਿਤ ਹੋਏ ਨੇ ਦਿੱਲੀ ਨੂੰ ਸੁਰੱਖਿਅਤ ਰੱਖਣ ਦੇ ਵਿੱਚ। ਬਾਕੀ ਚੀਜ਼ਾਂ ਬਾਅਦ ਜਿਹਨੇ ਭੇਜਿਆ ਕਿਹਨੇ ਭੇਜਿਆ ਬਾਅਦ ਦੀ ਗੱਲ ਆ। ਦੇਖੋ, ਇੱਕ ਬਹੁਤ ਜ਼ਿਆਦਾ ਵੱਡਾ ਹਜੂਮ ਮੋਬ ਬੈਰੀਕੇਡ ਤੋੜਤੇ ਪਹੁੰਚ ਗਏ। ਆਈਬੀ ਕੀ ਕਰਦੀ ਆ, ਰੌ ਕੀ ਕਰਦੀ ਆ, ਏਜੰਸੀਆਂ ਕਿੱਥੇ ਤੁਹਾਡੀਆਂ ਫੇਲ ਸਾਬਤ ਹੋਈਆਂ ਏਜੰਸੀਆਂ ਨੂੰ ਤਾਂ ਇਹ ਵੀ ਪਤਾ ਵਾ। ਆਪਾਂ ਜੇ ਅੱਜ ਡਿਬੇਟ ਕਰਦੇ ਨਾ, ਇਹ ਵੀ ਖਬਰ ਜੀ ਇਹ ਕਹਿੰਦੇ ਆ ਵੀ ਹੋ ਗਿਆ ਬੜੇ ਮੋਬ ਸੀ, ਬਾਅਦ ਚ ਕਿੱਦਾਂ ਚਲੇ ਗਏ? ਬਾਅਦ ਚ ਤੁਹਾਡੀ ਏਜੰਸੀ ਨੇ ਕਿੱਦਾਂ ਕਰਤਾ? ਇੱਕਦਮ ਚਲੇ ਗਏ। ਇਹ ਲਿਆਣੇ ਤੇ ਭੇਜਣੇ ਪੂਰੀ ਦੇਖੋ, ਗੇਮ ਹੈ। ਇੰਨਾ ਵੱਡਾ ਹੋਣ ਦੇ ਬਾਵਜੂਦ ਉੱਥੇ ਆਪਾਂ ਡਿਬੇਟ ਕਰਦੇ ਨਾ, ਆਪਾਂ ਡਿਬੇਟ ਕਰਦੇ ਆ। ਇਹ ਖਬਰ ਵੀ ਸਰਕਾਰ ਕੋਲ ਪਹੁੰਚੀ ਹੋਈ ਆ ਵੀ ਫਲਾਨੀ ਜਗ੍ਹਾ ਡਿਬੇਟ ਹੋ ਰਹੀ ਆ। ਏਦਾਂ ਹਜੂਮ ਜਾ ਰਿਹਾ, ਬੈਰੀਕੇਡ ਤੋੜੇ ਜਾ ਰਹੇ ਆ। 11 ਵਜੇ ਦਾ ਟਾਈਮ, 8 ਵਜੇ ਤਿਆਰੀ ਹੋ ਰਹੀ ਆ। ਕਿੱਥੇ ਆ? ਉਹਨਾਂ ਨੂੰ ਕਵਰ ਕੀਤਾ ਹੈ। ਕੋਈ ਕਿਸੇ ਕਿਸਮ ਦੀ ਹਿੰਸਾ ਨਹੀਂ ਹੋਣੀ। ਨੁਕਸਾਨ ਹੋਇਆ ਸਰਕਾਰ, ਨੁਕਸਾਨ ਹੋਇਆ ਜਵਾਨ ਦਾ। ਕਵਰ ਕੀਤਾ, ਠੀਕ ਹੈ ਗਿਆ, ਏਜੰਸੀਆਂ ਨੇ ਕਵਰ ਕਰਕੇ ਭੇਜਿਆ ਗਿਆ, ਏਜੰਸੀਆਂ ਨੇ ਤੋਂ ਕੱਢਿਆ ਗਿਆ। ਜਿੱਦਾਂ ਪਿੱਛੇ ਸਰਕਾਰਾਂ, ਕਾਂਗਰਸ ਦੀਆਂ ਸਰਕਾਰਾਂ ਜਦੋਂ ਹੁੰਦੀਆਂ ਸੀ, ਹਜ਼ਾਰਾਂ ਲੋਕਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ। ਇਹੋ ਜਿਹੀ ਨਕਲ ਕਰਨੀ ਉਹਨਾਂ ਦੀ, ਉਹਨਾਂ ਦੀ ਨਕਲ ਕਰਨੀ ਸੀ। ਕੱਲ ਹੋਇਆ ਕੁਝ? ਨਕਲ ਹੋਈ ਹੈ, ਬਿਲਕੁਲ ਹੋਈ ਆ। ਗਰਗ ਸਾਹਿਬ ਤੁਸੀਂ, ਗਰਗ ਸਾਹਿਬ ਬੜੇ ਤਰੀਕੇ ਨਾਲ ਉਹਨੂੰ ਏਜੰਸੀਆਂ ਕਿੱਥੇ ਸੀਗੀਆਂ? ਕੀਤਾ, ਪਿਆਰ ਨਾਲ ਉਹਨਾਂ ਨੂੰ ਸਾਰਿਆਂ ਨੂੰ ਕਾਬੂ ਕਰਕੇ ਵਾਪਸ ਇੱਕ ਬੰਦਾ ਝੰਡਾ, ਇੱਕ ਤੁਹਾਡਾ ਬੰਦਾ ਦੀਪ ਸਿੱਧੂ ਝੰਡਾ ਲਹਿਰਾਉਂਦਾ, ਲਾਈਵ ਵੀਡੀਓ ਕਰਦਾ, ਹਾਲ ਤੱਕ ਅਰੈਸਟ ਕਿਉਂ ਨਹੀਂ ਹੋਇਆ? ਦੋ ਟੁਕ ਜਵਾਬ ਦਿਓ। ਐਫਆਈਆਰ 'ਚ ਉਹ ਸਾਰਾ ਵੀ ਨਹੀਂ ਹੈਗਾ। ਜਿੰਨੇ ਬੰਦੇ ਉੱਥੇ ਦੋਸ਼ੀ ਨੇ ਸਾਰਿਆਂ ਨੂੰ ਉੱਥੇ ਚਿੰਨ੍ਹਿਤ ਕੀਤਾ ਗਿਆ, ਉਹਨਾਂ ਤੇ ਸਭ ਤੇ ਕਾਰਵਾਈ ਹੋਊਗੀ। ਗੱਲ ਦਾ ਜਵਾਬ ਦੇਣਾ। ਦੀਪ ਸਿੱਧੂ ਨਾਮ ਦਾ ਮੁਤਾਜ ਹੈ। ਦੀਪ ਸਿੱਧੂ ਸਨੀ ਦਿਓਲ ਦੇ ਸਾਰੀ ਇਲੈਕਸ਼ਨ ਲੜਨ ਵਾਲਾ ਉਹ ਬੰਦਾ, ਜੇ ਉਹਨੇ ਕੀਤਾ ਤੇ ਉਹਦਾ ਬਾਈ ਨੇਮ ਕਿਉਂ ਨਹੀਂ? ਕਿਉਂਕਿ ਸਰਕਾਰਾਂ ਦੀ ਏਜੰਸੀਆਂ ਉਹਨੂੰ ਕਵਰ ਕਰ ਰਹੀਆਂ। ਇਹਨਾਂ ਦੇ ਗੱਲ ਤੇ ਮੂੰਹ ਚੋਂ ਸੱਚ ਨਿਕਲ ਗਈ ਕਿ ਵੀ ਕਵਰਿੰਗ ਕਰਕੇ ਲਿਆਂਦੇ ਗਏ ਆ, ਕਵਰਿੰਗ ਕਰਕੇ ਭੇਜੇ ਗਏ ਆ। ਹੁਣ ਗੇਮ ਬਣ ਰਹੀ ਆ ਪੂਰੀ ਤੇ ਕਿਸਾਨਾਂ ਨੂੰ ਰੋਲਿਆ ਜਾ ਰਿਹਾ। ਹੋਰ ਤਾਂ ਕੁਝ ਨਹੀਂ। ਇਹ ਗੱਲ ਨੂੰ ਪਟਕਾ ਰਹੇ ਆ, ਉਹ ਅੰਦਰ ਵਾੜੇ ਗਏ ਆ। ਸਾਡੀ ਸਰਕਾਰ ਜੇ ਅੱਜ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ, ਜੇ ਗਰਮ ਬਿਆਨ ਵਜੇ, ਇਹਨਾਂ ਵੱਲੋਂ ਪੂਰੀ ਤਿਆਰੀ ਕੀਤੀ ਗਈ ਸੀ। ਉੱਤੇ ਹੋਵੇ, ਇੰਟੈਲੀਜੈਂਸ ਉੱਤੇ ਹੋਵੇ, ਆਈਬੀ ਉੱਤੇ ਹੋਵੇ, ਫਿਰ ਇਹ ਫੇਲ ਹੋ ਜਾਣ। ਬਿਲਕੁਲ ਨਹੀਂ, ਇਹ ਗੱਲਾਂ ਗਲਤ ਨੇ। ਸਰਕਾਰ ਨੇ ਬੜੇ ਤਰੀਕੇ ਨਾਲ ਇਸ ਚੀਜ਼ ਨੂੰ ਕਾਬੂ ਕੀਤਾ, ਉੱਥੇ ਹਿੰਸਾ ਹੋਣ ਤੋਂ ਬਚਾਇਆ। ਨਹੀਂ ਤਾਂ ਜਿਸ ਤਰੀਕੇ ਦੇ ਨਾਲ ਇਹ ਕੱਲ ਭੜਕਿਆ ਸੀ, ਕੱਲ ਹੋਰ ਬਹੁਤ ਜ਼ਿਆਦਾ ਗੜਬੜ ਹੋ ਸਕਦੀ ਸੀ। ਚਲੋ ਇੱਕ ਕਾਂਗਰਸ ਪਾਰਟੀ ਜਵਾਬ ਦੇ ਕੋਈ ਸਵਾਲ ਹਾਂਜੀ ਕੀ ਕਹਿਣਾ? ਦਿੱਲੀ 'ਚ ਪਹਿਲਾਂ ਵੀ ਇੱਕ ਬਹੁਤ ਵੱਡਾ ਧਰਨਾ ਚੱਲਿਆ ਸੀ। ਉਸ ਵੇਲੇ ਜਿਹੜਾ ਝਾੜੂ ਦਾ ਐਮਐਲਏ ਛੱਡ ਕੇ ਬੀਜੇਪੀ 'ਚ ਆਇਆ ਸੀ ਤੇ ਉਹਨੇ ਇਦਾਂ ਦੀ ਅੱਗ ਭੜਕਾਈ ਸੀ ਕਿ ਸਾਰਾ ਹਿੰਦੁਸਤਾਨ ਦੇਖ ਰਿਹਾ ਸੀ, ਲੇਕਿਨ ਉਹਦਾ ਕਿਸੇ ਐਫਆਈਆਰ 'ਚ ਨਾਂ ਨਹੀਂ ਆਇਆ। ਬਲਕਿ ਜਿਹਨੇ ਗੋਲੀ ਚਲਾਈ ਉਹਨੂੰ ਵੀ ਸਰੋਪਾ ਪਾ ਕੇ ਬੀਜੇਪੀ ਆਪਣੇ ਵਿੱਚ ਲੈ ਗਈ। ਇਹ ਤਾਂ ਇਹਨਾਂ ਦਾ ਪਿਛੋਕੜ ਹੀ ਹੈ। ਇਹ ਬੀਜੇਪੀ ਵਾਲੇ ਜੋ ਮਰਜ਼ੀ ਕਹਿਣ, ਪਰ ਤੁਹਾਡੇ ਤੇ ਐਲੀਗੇਸ਼ਨ ਆਏ ਨੇ ਵੀ ਤੁਹਾਡੀ ਪਾਰਟੀ ਰਾਜਨੀਤੀ ਕਰਦੀ ਆ। ਗਰਗ ਸਾਹਿਬ ਨੇ ਵੀ ਕਿਹਾ ਵਾ, ਗੋਸ਼ਾ ਸਾਹਿਬ ਵੀ ਕਹਿੰਦੇ ਰਣਜੀਤ ਬਿੱਟੂ ਸੋਲਾ ਦਾ ਇਨਸੀਡੈਂਟ ਵੀ ਇਹਨਾਂ ਨੇ ਜ਼ਾਹਿਰ ਕੀਤਾ ਵਾ। ਸਾਡੀ ਪਾਰਟੀ ਰਾਜਨੀਤਿਕ ਪਾਰਟੀ ਹੈ। ਇਹ ਅੰਗਰੇਜ਼ਾਂ ਨਾਲ ਲੜ ਕੇ, ਜੇਲ੍ਹਾਂ ਕੱਟ ਕੇ ਆਜ਼ਾਦੀ ਲੈ ਕੇ ਆਈ ਹੈ। ਮਾਫੀਆਂ ਮੰਗਣ ਵਾਲੀ ਨਹੀਂ ਸੀ। ਸਾਡਾ ਪਿਛੋਕੜ ਹੈ। ਜੇ ਆ ਸਰਦਾਰ ਵੱਲਭ ਭਾਈ ਪਟੇਲ ਦੀ ਗੱਲ ਕਰਦੇ, ਉਹ ਕਾਂਗਰਸੀ ਰਿਹਾ ਔਰ ਅੱਜ ਵੀ ਸਨਮਾਨ ਹੈ। ਜੇ ਅਸੀਂ 3000 ਕਰੋੜ ਦੀ ਉਹਨਾਂ ਦੀ ਮੂਰਤੀ ਲਾ ਕੇ ਇਤਿਹਾਸ ਕਾਂਗਰਸ ਦਾ ਲੈ ਕੇ ਬੀਜੇਪੀ ਕਹੇ ਕਿ ਮੈਂ ਮਹਾਨ ਬਣ ਗਈ, ਤੇ ਚੁੱਚੀ ਉਂਗਲੀ ਤੇ ਚੀਰਾ ਮਾਰ ਕੇ ਸ਼ਹੀਦ ਨਹੀਂ ਬਣਿਆ ਜਾਂਦਾ। ਅੱਜ ਮੈਂ ਕਹਿੰਦਾ ਛੱਡ ਦਿਓ, ਉਦੋਂ ਅਸੀਂ ਜੰਮੇ ਵੀ ਨਹੀਂ ਸੀਗੇ, ਪੁਰਾਣੀਆਂ ਗੱਲਾਂ। ਅੱਜ ਜਿਹੜੀ 4 ਮਹੀਨੇ ਪਹਿਲਾਂ ਦੀ ਗੱਲ ਹੈ, ਦਿੱਲੀ 'ਚ ਇੱਕ ਧਰਨਾ ਹੁੰਦਾ, ਉਸ ਧਰਨੇ 'ਚ ਅੱਗ ਲਾਉਣ ਵਾਲਾ ਬੰਦਾ ਜਦ ਪਾਰਟੀ ਛੱਡ ਕੇ ਇਹਨਾਂ 'ਚ ਆ ਜਾਂਦਾ ਤੇ ਦੇਸ਼ ਭਗਤ, ਗੋਲੀ ਚਲਾਉਣ ਵਾਲਾ ਇਹਨਾਂ ਦੀ ਪਾਰਟੀ ਆ ਜਾਂਦਾ ਦੇਸ਼ ਭਗਤ। ਅੱਜ ਇਹ ਜਿਹੜੀ ਯੂਪੀ ਬਿਹਾਰ ਦਿੱਲੀ ਦੀ ਰਾਜਨੀਤੀ ਕਰਤੀ ਨਾ ਅਮਿਤ ਸ਼ਾਹ ਜੀ ਨੇ, ਅਸੀਂ ਉਹਨਾਂ ਦਾ ਰਿਜ਼ਾਈਨ ਮੰਗਦੇ ਆ ਕੱਲ ਦੀ ਫੇਲੂਅਰ ਤੇ। ਕੱਲ ਉਹ ਪੂਰੀ ਤਰ੍ਹਾਂ ਫੇਲ ਹੋਏ ਨੇ ਕਿ ਇਹ ਲੋਕਾਂ ਨੇ ਜਿਹੜਾ ਤੇ ਇਹਨਾਂ ਦੇ ਖਿਲਾਫ ਬੋਲੇ ਉਹ ਦੇਸ਼ ਦਰੋਹੀ, ਜਿਹੜਾ ਇਹਨਾਂ ਦੇ ਹੱਕ 'ਚ ਬੋਲੇ ਉਹ ਦੇਸ਼ ਭਗਤ। ਕੱਲ ਕਿੰਨੇ ਘੰਟੇ ਉੱਥੇ ਝੰਡੇ ਦੂਜੇ ਲਹਿਰਾਏ ਗਏ। ਜੇ ਇਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਕਿ ਇਹ ਝੰਡੇ ਗਲਤ ਹੈ, ਫੌਰੀ ਤੌਰ ਤੇ ਪਹਿਲਾਂ ਏਜੰਸੀਆਂ
ਕੋਈ ਵੀ ਜਾ ਕੇ ਉਹ ਝੰਡੇ ਨੂੰ ਲਾ ਲੈਂਦੇ। ਫਿਰ ਇਹਨਾਂ ਨੇ ਇੱਕ ਮੂਵੀ ਕੀਤੀ ਜਿਹਦੇ 'ਚ ਨਾਲੇ 'ਚ ਗਿਰਦੇ ਪੁਲਿਸ ਵਾਲੇ ਦਿਖਾਏ ਗਏ ਆ। ਹੁਣ ਕੀ ਪਤਾ ਉਹ ਪਹਿਲੇ ਮੂਵਮੈਂਟ ਮੰਗਣ ਉਹ ਵਰਦੀ ਪਾਏ ਹੋਏ ਇਹਨਾਂ ਦੇ ਬੰਦੇ ਸੀ ਜਾਂ ਕਿਹਨਾਂ ਦੇ ਸੀ, ਹੈ ਕਿੱਦਾਂ ਬਣਾ ਲਿੱਤੇ ਗਏ ਉਹਨਾਂ ਦੀ ਮੂਵਮੈਂਟ, ਹੈ ਕਿੱਦਾਂ ਕਰ ਲਿੱਤੀਆਂ ਗਈਆਂ ਮੂਵਮੈਂਟਾਂ। ਦੇਖੋ ਇੱਕ ਗੱਲ ਕਲੀਅਰ ਹੈ, ਰਾਜਨੀਤੀ ਪਾਰਟੀ ਜਿਹੜੀ ਉਹਨੇ ਰਾਜਨੀਤੀ ਵੀ ਕਰਨੀ ਹੈ, ਲੇਕਿਨ ਸੱਚਾਈ ਅੱਜ ਸੋਸ਼ਲ ਮੀਡੀਆ ਦੇ ਵਿੱਚ ਜਿਸ ਤਰ੍ਹਾਂ ਆ ਰਹੀ ਹੈ, ਔਰ ਮੇਰੇ ਦੋਸਤ ਨੇ ਕਿਹਾ ਕਿ ਜੋ ਚੈਨਲ ਦਿਖਾ ਰਹੇ ਨੇ 200 ਤੋਂ ਵੱਧ ਚੈਨਲ ਆਏ ਸੀ ਉੱਥੇ, 200 ਤੋਂ ਵੱਧ ਵਿਸ਼ਵ ਦੇ ਚੈਨਲ ਆਏ ਸੀ। ਕਿਉਂ ਆਏ ਸੀ? ਕਿਉਂਕਿ ਉਹਨਾਂ ਨੂੰ ਪਤਾ ਸੀ ਇੱਥੇ ਕੀ ਹੋਣਾ। ਅੱਜ ਟਰੰਪ ਨੇ ਜੋ ਹਾਲ ਵਾਈਟ ਹਾਊਸ 'ਚ ਹੋਇਆ ਸੀ ਨਾ, ਅੱਜ ਉਹ ਹਾਲ ਹਿੰਦੁਸਤਾਨ 'ਚ ਹੋ ਗਿਆ। ਦੋਨੀ ਨਹਿਲੇ ਜਲੇ ਇਕੱਠੇ ਹੋਏ ਨੇ। ਸਾਨੀ ਸਾਹਿਬ ਕੀ ਕਹਿਣਾ ਵਾ? ਪਹਿਲਾ ਸਵਾਲ ਇਹ ਚਲੋ ਤੁਸੀਂ ਕਹਿੰਦੇ ਹੋ ਵੀ ਕਿਸਾਨ ਜਥੇਬੰਦੀ ਨੂੰ ਜਵਾਬ ਦੇ ਹੋਣਾ ਚਾਹੀਦਾ ਵਾ, ਚਲੋ ਉਹ ਵੀ ਜਵਾਬ ਦੇ, ਉਹਨਾਂ ਤੋਂ ਲਵਾਂਗੇ ਜਵਾਬ। ਤੁਸੀਂ ਇਹ ਮੰਨਦੇ ਹੋ ਸਰਕਾਰ ਦਾ ਫੇਲੂਰ ਆ? 26 ਜਨਵਰੀ ਹਾਈ ਅਲਰਟ ਤੇ ਹੁੰਦੀ ਆ ਦਿੱਲੀ। ਮੈਂ ਬਿਲਕੁਲ ਕਹਿੰਦਾ ਜੀ, ਮੈਂ ਕਦੀ ਵੀ ਨਹੀਂ ਕਹਿੰਦਾ। ਮੈਂ ਫਿਰ ਤੁਹਾਨੂੰ ਮੈਂ ਪਹਿਲੇ ਦਿਨ ਤੋਂ ਇਹ ਕਹਿ ਰਿਹਾ ਵੀ ਕਿਸਾਨ ਅੰਦੋਲਨ ਜਿਹੜਾ ਬੜਾ ਵੱਡਾ ਅੰਦੋਲਨ ਹੈ, ਜਿਹੜਾ ਇਤਿਹਾਸਿਕ ਅੰਦੋਲਨ ਗਿਣਿਆ ਜਾਣਾ, ਬਾਅਦ ਵਿੱਚੋਂ ਵੀ ਕਿਸਾਨ ਭਰਾਵਾਂ ਨੇ ਆਪਣੇ ਲਈ ਇੰਨੀ ਦੇਰ ਬੈਠੇ। ਉਹੀ ਜਿਹੜੀਆਂ ਗੱਲਾਂ ਤੁਸੀਂ ਡਿਬੇਟ ਵਿੱਚੋਂ ਮਹਿਤਾ ਸਾਹਿਬ ਮੇਰੇ ਵੱਡੇ ਭਰਾ ਨੇ ਇਹ ਗੱਲ ਕਰ ਰਹੇ ਵੀ ਇੱਦਾਂ ਕੀਤਾ ਉੱਦਾਂ ਕੀਤਾ ਬੀਜੇਪੀ ਦੀ। ਮੈਂ ਦੇਖੋ ਨਾ ਬੀਜੇਪੀ ਤੋਂ ਆ, ਨਾ ਮੈਂ ਕਾਂਗਰਸ ਤੋਂ, ਨਾ ਮੈਂ ਕਿਸੇ ਪਾਰਟੀ ਨਾਲ ਤਾਲੁਕ ਰੱਖਦਾ। ਮੈਂ ਇੱਕ ਮਤਲਬ ਇੱਕ ਵਿਚਾਰਿਕ ਗੱਲ ਕਰ ਰਿਹਾ। ਜੇ ਤੁਸੀਂ ਗੱਲ ਕਰਦੇ ਹੋ ਵੀ ਉਹਨੂੰ ਸਰੋਪਾ ਗੋਲੀ ਮਾਰਨ ਵਾਲੇ ਨੂੰ ਸਰੋਪਾ ਪਾਤਾ, ਤੁਸੀਂ ਸੱਜਣ ਕੁਮਾਰ ਨੂੰ ਅੱਜ ਤੱਕ ਸਜ਼ਾ ਕਿਉਂ ਨਹੀਂ ਦਿਲਾ ਕੇ? ਤੁਸੀਂ ਗੱਲ ਦਾ ਜਵਾਬ ਦਿਓ ਨਾ। ਗੱਲ ਰਾਜਨੀਤਿਕ ਪਾਰਟੀਆਂ ਸਿਰਫ ਪਾਰਟੀਆਂ ਦੀ ਗੱਲ ਦੇਖੋ ਇਸ ਮੁੱਦੇ ਤੇ ਦੇਖੋ ਜੇ 84 ਦੀ ਅੱਜ ਨਾ ਮੁਜਰਮ ਹੈ, ਕਿਉਂ ਨਹੀਂ ਉਹਨੂੰ ਤੁਸੀਂ ਸਜ਼ਾ ਦਿਵਾਉਂਦੇ? ਉਦੋਂ ਤੁਸੀਂ ਮੂੰਹ ਬੰਦ ਦੇਖੋ ਅੱਜ ਜੇ 84 ਦੀ ਗੱਲ ਆਉਂਦੀ ਹੈ, 84 ਦੀ ਗੱਲ ਕਰਦੇ ਆ ਤੇ ਸਾਡੀ ਤਾਂ ਪ੍ਰਧਾਨ ਮੰਤਰੀ ਨੇ ਵੀ, ਸਾਡੀ ਪਾਰਟੀ ਅਧਿਕਸ਼ ਨੇ ਵੀ ਕਈ ਵਾਰੀ ਨਤ ਮਕਸਦ ਹੋ ਕੇ ਉਹਦੇ ਲਈ ਸ਼ਮਾ ਯਾਤਰਾ ਵੀ ਕੀਤੀ ਹੈ। ਇਹ ਹਿੰਦੁਸਤਾਨ 'ਚ ਨਹੀਂ ਕੀਤੀ ਹੈ, ਜਿਹੜੀ ਚੀਜ਼ ਹੈਗੀ ਹੈ ਉਹਦੇ 'ਚ ਜੇ ਚਾਹੇ ਸੱਜਣ ਕੁਮਾਰ ਹੈ, ਚਾਹੇ ABC ਕੋਈ ਮਰਜ਼ੀ ਹੈ। ਦੇਖੋ ਅੱਜ ਮੈਂ ਕਹਿੰਦਾ ਬੀਜੇਪੀ ਦੀ ਸਰਕਾਰ ਹੈ, ਦੇ ਦੇਣ ਸਜ਼ਾ ਉਹਨੂੰ। ਹੈ ਇਹ ਨਾ ਕਰਨ ਕਿ ਜੇ ਆਪਣਾ ਇਹ ਉਹ ਆਪਣੀ ਬਿੱਲੀ ਜਿਹੜੀ ਹੈ ਜਿਹੜੀ ਸਾਡੀ ਚੱਕ ਕੇ ਆਪਣੇ ਥੈਲੇ 'ਚ ਪਾਈ ਵੱਡੇ ਭਰਾਓ ਸਾਰੀਆਂ ਚੀਜ਼ਾਂ ਆਪਣੀ ਜੇਬ ਵਿੱਚ ਪਾ ਕੇ ਨਾ ਚੱਲੋ। 70 ਸਾਲ ਤੁਸੀਂ ਰਾਜ ਕੀਤਾ, ਠੀਕ ਹੈ, ਤਾਂ ਵੀ ਤੁਸੀਂ ਦੋਸ਼ੀ ਨਹੀਂ। ਅੱਜ 6 ਸਾਲ 10 ਸਾਲ ਬੀਜੇਪੀ ਕਰ ਰਹੀ ਹੈ ਤਾਂ ਬੀਜੇਪੀ ਦੋਸ਼ੀ। ਸੱਜਣ ਕੁਮਾਰ ਨੂੰ ਤੁਹਾਡੀ ਇੰਨੀ ਸਾਲ ਸਰਕਾਰ ਰਹੀ 1984 ਤੋਂ ਲੈ ਕੇ 2010 ਸਾਲ 9 ਸਾਲ ਬੀਜੇਪੀ ਦੇ ਕੱਢ ਲਓ, ਉਸ ਦੌਰਾਨ ਸੱਜਣ ਕੁਮਾਰ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ? ਦੇਖੋ ਮੈਂ ਗੱਲ ਇਹ ਨਹੀਂ ਕਹਿਣਾ ਚਾਹੁੰਦਾ ਕਾਂਗਰਸ ਜਾਂ ਬੀਜੇਪੀ ਜਾਂ ਕੋਈ ਪਾਰਟੀ, ਮੈਂ ਗੱਲ ਇਹ ਕਹਿਣਾ ਚਾਹੁੰਦਾ ਰਾਜਨੀਤਿਕ ਪਾਰਟੀਆਂ ਨੂੰ, ਜਿਵੇਂ ਗੋਸ਼ਾ ਸਾਹਿਬ ਨੇ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਵੀ ਵੱਖਵਾਦ ਦੀ ਰਾਜਨੀਤੀ ਪਾੜ ਪਾ ਕੇ ਕਰਨ ਦੀ ਰਾਜਨੀਤੀ ਕਰਦੇ ਆ। ਰਾਜਨੀਤਿਕ ਪਾਰਟੀਆਂ ਰਾਜਨੀਤੀ ਕਰਦੀਆਂ। ਦੇਖੋ ਆਮ ਬੰਦਾ ਕੋਈ ਹੈ, ਇਹ ਮੇਰੇ ਭਰਾ ਖੜੇ ਨੇ, ਇਸ ਨੂੰ ਕੋਈ ਮਤਲਬ ਹੀ ਨਹੀਂ। ਸਟੂਡੈਂਟ ਕਾਲਜ ਬੱਚੇ ਬੈਠੇ ਨੇ, ਇਹਨਾਂ ਨੂੰ ਪੁੱਛੋ ਇਹਦੇ 'ਚ ਕੋਈ ਸਿੱਖ ਹੈ, ਕੋਈ ਈਸਾਈ ਹੈ, ਕੋਈ ਮੁਸਲਮਾਨ ਹੈ, ਕੋਈ ਮਤਲਬ ਨਹੀਂ, ਇੱਕ ਦੂਜੇ ਦਾ ਝੂਠਾ ਖਾਂਦੇ। ਲੇਕਿਨ ਜਦੋਂ ਰਾਜਨੀਤਿਕ ਪਾਰਟੀਆਂ ਪਾੜ ਪਾਉਣ ਦੀ ਕੋਸ਼ਿਸ਼ ਕਰਦੀ, ਆਮ ਇਨਸਾਨ ਕੀ ਕਰੇਗਾ? ਹੁਣ ਦੀਪ ਸਿੱਧੂ ਨੇ ਕੱਲ ਦੀਪ ਸਿੱਧੂ ਤੁਸੀਂ ਗੱਲ ਕਰ ਰਹੇ ਹੋ, ਗੋਸ਼ਾ ਜੀ ਵੀ ਕਹਿ ਰਹੇ, ਇਹ ਵੀ ਕਹਿ ਰਹੇ ਏਜੰਸੀਆਂ ਦਾ ਬੰਦਾ ਹੈ। ਮੈਂ ਮੰਨਦਾ ਸਰਕਾਰ ਤਾਂ ਕਰਦੀ ਹੈ ਨਾ। ਤੁਸੀਂ ਜੇ ਕਾਂਗਰਸ ਨੇ ਇੰਨੇ ਸਾਲ ਰਾਜ ਕੀਤਾ ਜਾਂ ਸੂਬੇ ਦੇ ਵਿੱਚ ਸਰਕਾਰਾਂ ਦੇ ਅਕਾਲੀ ਦਲ ਬੀਜੇਪੀ ਨੇ ਜੁਆਇੰਟ ਕੀਤਾ ਹੈ, ਅੱਜ ਇਹਨਾਂ ਦੀ ਮੱਤ ਅਲੱਗ-ਅਲੱਗ ਹੋ ਗਈ, ਠੀਕ ਹੈ, ਅੱਜ ਇੱਕ ਦੂਜੇ ਤੇ ਬਲੇਮਿੰਗ ਹੋ ਗਈ। ਲੇਕਿਨ ਤੁਸੀਂ ਸਰਕਾਰਾਂ ਨੇ ਹਰ ਹੱਥ ਕੰਡੇ ਮਰਾਣੇ ਹੁੰਦੇ ਆ। ਲੇਕਿਨ ਮੇਰੀ ਗੱਲ ਇਹ ਹੈ ਵੀ ਕਿਸਾਨ ਅੰਦੋਲਨ, ਕਿਸਾਨ ਭਰਾਵਾਂ ਨੂੰ ਅਸੀਂ ਸ਼ੁਰੂ ਤੋਂ ਇੱਕ ਅਪੀਲ ਕਰਦੇ ਆਏ ਆ ਵੀ ਤੁਸੀਂ ਭੋਲੇ ਭਾਲੇ ਲੋਕ ਹੋ, ਪਿੰਡਾਂ ਦੇ ਵਿੱਚ ਸਾਡੀ ਐਜੂਕੇਸ਼ਨ ਲੈਵਲ ਆਪਾਂ ਕਹਿ ਲਈਏ ਵੀ ਪਿਛਲੇ ਜਿਹੜੇ ਸਾਡੇ ਬਜ਼ੁਰਗ ਨੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਨਹੀਂ, ਲੇਕਿਨ ਉਹਨਾਂ ਨੂੰ ਜਿਵੇਂ ਗੋਸ਼ਾਈ ਨੇ ਕਿਹਾ ਉਹਨਾਂ ਦੇ ਸਟੇਜ ਤੇ ਕਬਜ਼ਾ ਕਰ ਲਿੱਤਾ ਗਿਆ। ਮੈਂ ਗੋਸ਼ਾਈ ਨੂੰ ਇੱਥੇ ਟੋਕਣਾ ਚਾਹੁੰਦਾ, ਤੇ ਕਬਜ਼ਾ ਨਹੀਂ ਕੀਤਾ ਗਿਆ। ਪਰਸੋਂ 25 ਤਰੀਕ ਨੂੰ ਉਹਨਾਂ ਨੂੰ ਸਾਰੇ ਲੀਡਰਾਂ ਨੂੰ ਦੁਬਾਰਾ ਸਟੇਜ ਤੇ ਬੁਲਵਾਇਆ ਗਿਆ। ਕਿਉਂ ਬੁਲਵਾਇਆ ਤੁਸੀਂ ਲੱਕਾ ਨਹੀਂ ਕਬਜ਼ਾ ਕੋਈ ਨਹੀਂ ਦੇਰ ਰਾਤ ਉੱਥੇ ਸਾਰੇ ਲੀਡਰ ਸੀ ਜੀ, ਕਿਸਾਨ ਲੀਡਰ। ਕੋਈ ਇਹ ਨਾ ਕਹੋ ਵੀ ਕਿਸਾਨ ਜਥੇਬੰਦੀ ਕੋਈ ਵੀ ਨਹੀਂ ਸੀ। 34 ਦੀ 34 ਜਥੇਬੰਦੀਆਂ ਚਲੀਆਂ ਗਈਆਂ ਸਟੇਜ ਤੋਂ, ਉੱਥੇ ਨਾਲ ਸੀਗੇ। ਏਜੰਸੀਆਂ ਕੀ ਕਰ ਰਹੀਆਂ ਸੀ? ਜਦ ਏਜੰਸੀਆਂ ਨੂੰ ਪਤਾ ਇਦਾਂ ਹੋਇਆ ਤੇ ਉਹਨਾਂ ਨੂੰ ਰਸਤਾ ਪੇਸ਼ ਕਿਉਂ ਦਿੱਤਾ ਗਿਆ? ਜਾਣ ਬੂਝ ਕੇ ਕੱਲ ਮੈਂ ਕਿਤੇ ਨਾ ਕਿਤੇ ਦੇਖੋ ਜੇ ਇਲਜ਼ਾਮ ਆਰੋਪ ਪ੍ਰਤਿਆਰੋਪ ਦੀ ਗੱਲ ਚੱਲ ਰਹੀ ਹੈ, ਤੇ ਇਹ ਦੇਖੋ ਜਿਵੇਂ ਗੋਸ਼ਾਈ ਨੇ ਕਿਹਾ ਵੀ ਸਾਨੂੰ ਵਿਕਣਾ ਨਹੀਂ ਚਾਹੀਦਾ, ਵਿਕ ਜਾਂਦੇ ਲੋਕ। ਹੋ ਸਕਦਾ ਕਿਸਾਨ ਅੰਦੋਲਨ ਦੇ ਵਿੱਚ ਵੀ ਜਿਹੜੇ ਅੰਦੋਲਨਕਾਰੀ ਨੇ, ਹੋ ਸਕਦਾ ਉਹ ਵੀ ਸਰਕਾਰ ਨਾਲ ਰਲ ਕੇ ਇਹਨੂੰ ਕਮਜ਼ੋਰ ਕਰਦੇ ਹੋਣ। ਦੇਖੋ ਇਹ ਕਿਸਾਨ ਜਥੇਬੰਦੀਆਂ ਦੇਖੋ ਲੀਡ ਅਸੀਂ ਨਹੀਂ ਕਰ ਰਹੇ, ਕਿਸਾਨ ਜਥੇਬੰਦੀਆਂ ਨਾ ਗੋਸ਼ਾ ਜੀ ਦੀ ਪਾਰਟੀ ਲੀਡ ਕਰ ਰਹੀ ਨਾ ਇਹ ਕਰ ਰਹੀ। ਜਿਹੜੇ ਪਾਰਟੀ ਦੇ ਨੁਮਾਇੰਦੇ ਜਿਹੜੇ ਮਤਲਬ ਜਥੇਬੰਦੀਆਂ ਲੀਡ ਕਰ ਰਹੀਆਂ, ਉਹਨਾਂ ਨੂੰ ਇਹ ਦੇਖਣਾ ਪੈਣਾ। ਦੇਖੋ ਬੜਾ ਵੱਡਾ ਅੰਦੋਲਨ ਬਣ ਚੁੱਕਾ ਹੈ, ਐਦਾਂ ਖਤਮ ਹੋਣਾ ਸਾਡਾ ਦਿਲ ਆਪਣਾ। ਸਰਕਾਰ ਦੀ ਜ਼ਿੰਮੇਵਾਰੀ ਕਿੱਥੇ ਆ? ਸਰਕਾਰ ਦੀ ਬਿਲਕੁਲ ਫੇਲੀਅਰ ਹੈ ਜੀ। ਲਾਲ ਕਿਲਾ ਜਿੱਥੇ ਪਰਿੰਦਾ ਨਹੀਂ ਪਰ ਮਾਰ ਸਕਦਾ, ਉੱਤੇ ਯਾਰ ਲੋਕ ਪਹੁੰਚ ਗਏ। ਦੇਖੋ ਕਿਤੇ ਨਾ ਕਿਤੇ ਦਾ ਦੇਖੋ ਪਹਿਲੀ ਗੱਲ ਕਲੀਅਰ ਕੱਟ ਗੱਲ ਹੈ, ਸਰਕਾਰ ਦਾ ਫੇਲਰ ਹੈ। ਕਿਸੇ ਦਾ ਕਸੂਰ ਆਪਾਂ ਬਾਅਦ ਚੋਂ ਕੱਢਾਂਗੇ, ਸਰਕਾਰ ਦਾ ਆਪਣਾ ਕਸੂਰ ਹੈ। ਸਰਕਾਰ ਦਾ ਫੇਲਰ ਵੀ ਹੈ, ਸਰਕਾਰ ਦੀ ਗੇਮ ਵੀ ਬਣਾਈ ਗਈ ਹੈ, ਤਾਂ ਬਣਾਈ ਗਈ ਹੈ ਕਿ ਉਹ ਕਿਸਾਨਾਂ ਦੇ ਚੀਜ਼ ਨੂੰ ਦਾਗ ਲਾ ਸਕੇ। ਪਹਿਲੀ ਗੱਲ। ਦੂਜੀ ਗੱਲ ਮੈਂ ਪੁੱਛਣਾ ਚਾਹੁੰਦਾ, ਜੰਮਣ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ ਕੋਈ ਧਰਮ ਦੱਸ ਸਕਦਾ ਆਪਣਾ ਕੀ ਸੀਗਾ?
ਇਹ ਚੀਜ਼ਾਂ ਇੱਕ ਗਲਤ ਹੈ। ਕੋਈ ਕਿਸੇ ਸਿੱਖ ਦਾ ਹਿੰਦੂ ਨਾਲ ਵੈਰ ਨਹੀਂ ਹੈਗਾ, ਕਿਸੇ ਮੁਸਲਮਾਨ ਨਾਲ ਵੈਰ ਨਹੀਂ, ਕਿਸੇ ਈਸਾਈ ਨਾਲ ਵੈਰ ਨਹੀਂ। ਪੂਰੀ ਸਰਕਾਰਾਂ, ਮੈਂ ਤੁਹਾਨੂੰ ਆਪ ਕਹਿੰਦਾ, ਰਾਜਨੀਤਿਕ ਪਾਰਟੀਆਂ ਵਿੱਚੋਂ ਹੀ ਆਉਂਦੀਆਂ। ਮੈਂ ਕਿਸੇ ਨੂੰ ਬਰੀ ਨਹੀਂ ਕਰਦਾ ਹੈਗਾ। ਰਾਜਨੀਤਿਕ ਪਾਰਟੀਆਂ ਵਿੱਚ ਆ ਕੇ ਡਰਾਮੇਬਾਜ਼ੀਆਂ, ਆਪਣੀਆਂ ਸਿਆਸਤ ਦੀ ਕੁਰਸੀਆਂ ਬਚਾਉਣ ਵਿੱਚ ਬੜਾ ਕੁਝ ਕਰਦੀਆਂ। ਜਿਹੜੀ ਗੇਮ 70 ਸਾਲਾਂ ਤੋਂ ਇਹਨਾਂ ਨੇ ਵੱਲਭ ਭਾਈ ਪਟੇਲ ਸਾਹਿਬ ਦੀ ਗੱਲ ਕੀਤੀ ਵੀ ਕਾਂਗਰਸੀ ਸੀਗੇ। ਵੱਲਭ ਭਾਈ ਪਟੇਲ ਸਾਹਿਬ ਨੂੰ ਇੰਟਰਨਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਬਣਨਾ ਸੀ। ਫਿਰ ਰਾਤੋਂ ਰਾਤ ਗੇਮ ਕੀ ਚੱਲੀ? ਗੇਮ ਚੱਲੀ ਨਹਿਰੂ ਸਾਹਿਬ ਦੀ। ਨਹਿਰੂ ਸਾਹਿਬ ਨੇ ਗੇਮ ਘੁਮਾ ਕੇ ਆਪ ਪ੍ਰਧਾਨ ਮੰਤਰੀ ਬਣ ਗਏ। ਇੱਥੇ ਕੋਈ ਡੈਮੋਕ੍ਰੇਸੀ ਨਹੀਂ ਹੈ, ਇੱਥੇ ਡਿਕਟੇਟਰਸ਼ਿਪ ਹੈ। ਕਾਂਗਰਸ ਦੇ ਜਨਮਦਾਤਾ ਅੰਗਰੇਜ਼ ਹੈ। ਸਾਨੂੰ ਲੱਗਦਾ ਸੀ ਵੀ ਭਾਰਤੀ ਜਨਤਾ ਪਾਰਟੀ 'ਚੋਂ ਅਸੀਂ ਕੰਮ ਲਏ। ਅਸੀਂ ਇਹ ਨਹੀਂ ਕਹਿੰਦੇ ਕੰਮ ਨਹੀਂ ਲਏ। ਸੱਜਣ ਕੁਮਾਰ ਨੂੰ ਅੰਦਰ ਕਰਾਇਆ, ਠੀਕ ਹੈ। ਟਾਈਟਲ ਵਰਗ ਦੇ ਕੇਸ ਚੱਲ ਰਹੇ, ਕਮਲਨਾਥ ਵਰਗ ਦੇ ਕੇਸ ਚੱਲ ਰਹੇ, ਫਾਈਲਾਂ ਕਰਾਈਆਂ, ਕਰਤਾਰਪੁਰ ਦਾ ਲਾਂਘਾ ਖੋਲਿਆ। ਅਸੀਂ ਬੜੀਆਂ ਮੱਲਾਂ ਮਾਰੀਆਂ, ਇਹ ਨਹੀਂ ਕਹਿੰਦੇ ਅਸੀਂ ਮੱਲਾਂ ਨਹੀਂ ਮਾਰੀਆਂ। ਪਰ ਇਹ ਅੱਜ ਉਸੇ ਰਾਹ ਤੇ ਕਮਿਊਨਲ ਰਾਹ, ਇੱਕ ਤਰਫਾ ਜੋ ਔਰੰਗਜ਼ੇਬ ਕਰਦਾ ਸੀ, ਜੋ ਕਾਂਗਰਸ ਨੇ ਪਹਿਲਾਂ ਕਰਨ ਦੀ ਕੋਸ਼ਿਸ਼ ਕੀਤੀ। ਗਾਂਧੀ ਪਰਿਵਾਰ ਪੋਲੀਟਿਕਸ, ਸਾਰੇ ਕਾਂਗਰਸੀ ਮਾੜੇ ਨਹੀਂ ਹੋ ਸਕਦੇ, ਸਾਰੇ ਬੀਜੇਪੀ ਵਾਲੇ ਮਾੜੇ ਨਹੀਂ ਹੋ ਸਕਦੇ। ਮੈਂ ਕਿਸੇ ਦੀ ਮਾੜੀ ਨਹੀਂ। ਗਾਂਧੀ ਪਰਿਵਾਰ ਨੇ ਜੋ ਪੀਰਤ, ਜੋ ਅੰਗਰੇਜ਼ਾਂ ਵਾਲੀ ਪਿਰਤ ਜਿਹੜੀ ਫੜੀ ਸੀਗੀ, ਉਹ ਅੱਜ ਬੀਜੇਪੀ ਉਸੇ ਰਾਹ ਤੇ ਚੱਲ ਪਈ ਆ। ਅੱਜ ਉਸੇ ਤਰੀਕੇ ਨਾਲ ਇਸ ਨੂੰ ਖੇਰੂ ਕਰਨਾ ਚਾਹੁੰਦੀ ਆ। ਪਰ ਅੱਜ ਤੁਸੀਂ ਫਿਰ ਦੇਖ ਲਓ, ਅੱਜ ਫਿਰ ਲੋਕ ਉੱਥੇ ਬੈਠੇ ਹੋਏ ਆ, ਸਾਰੀ ਦੁਨੀਆ ਉੱਥੇ ਬੈਠੀ ਆ। ਸੇਵਾ ਅੱਜ ਵੀ ਚੱਲ ਰਹੀ ਆ, ਸਾਰਾ ਕੁਝ ਚੱਲ ਰਿਹਾ। ਪਰ ਚਾਨਣ ਹੋ ਗਿਆ, ਪਰਦੇ ਚੱਕੇ ਗਏ। ਸਰਕਾਰ ਦਾ ਫੇਲਰ ਸਾਹਮਣੇ ਆ ਗਿਆ ਤੇ ਪਰਦੇ ਚੱਕੇ ਗਏ। ਜੇ ਅੱਜ ਪਰਦੇ ਚੱਕ ਕੇ ਕਿਸਾਨ ਆਗੂ ਇਹ ਕਹਿੰਦੇ ਵੀ ਕਿਸਾਨ ਆਗੂ ਵੀ ਕੋਈ ਵਿਕਿਆ ਹੋ ਸਕਦਾ, ਵਿਕਣ ਤਾਂ ਕੋਈ ਵੀ ਵਿਕ ਸਕਦਾ। ਕਿਸੇ ਦੇ ਢਿੱਡ 'ਚ ਬੰਦਾ ਵੜਿਆ ਹੀ ਨਹੀਂ ਹੋਇਆ। ਉਹ ਤਾਂ ਬਾਅਦ 'ਚੋਂ ਪਤਾ ਲੱਗੂਗਾ ਵੀ ਕਿੰਨੇ ਕੀ ਕਰ ਗਿਆ। ਜਿੱਦਾਂ ਕੁਲਦੀਪ ਸਿੱਧੂ ਤੇ ਲੱਖੇ ਵਰਗੇ ਕਰ ਗਏ। ਹੁਣ ਪਤਾ ਤਾਂ ਇਹਨਾਂ ਨੂੰ ਭੁਗਤਣਾ ਕਿਹਨੂੰ ਪੈ ਰਿਹਾ? ਭੁਗਤਣਾ ਉਸ ਸੰਘਰਸ਼ ਨੂੰ ਪੈ ਰਿਹਾ, ਉਸ ਮਾਂ ਨੂੰ ਭੁਗਤਣਾ ਪੈ ਰਿਹਾ, 80 ਸਾਲ ਦੀ ਬੇਬੇ ਨੂੰ ਭੁਗਤਣਾ ਪੈ ਰਿਹਾ, 80 ਸਾਲ ਦੇ ਬਜ਼ੁਰਗ ਨੂੰ ਭੁਗਤਣਾ ਪੈ ਰਿਹਾ, ਉਹ ਛੋਟੇ ਛੋਟੇ ਬੱਚਿਆਂ ਨੂੰ ਭੁਗਤਣਾ ਪੈ ਰਿਹਾ, ਇੱਕ ਉਮੀਦ ਨੂੰ ਭੁਗਤਣਾ ਪੈ ਰਿਹਾ। ਉਮੀਦ ਕੀ ਹੈ? ਇਹ ਕੋਈ ਦੇਖਿਆ ਆਪਣੀ ਜ਼ਿੰਦਗੀ 'ਚ ਕਿਸੇ ਨੇ ਐਡਾ ਵੱਡਾ ਸੰਘਰਸ਼? ਗੱਲਾਂ ਕਰਨੀਆਂ ਸਾਰੀਆਂ, ਮੈਂ ਇੱਥੇ ਖੜ ਕੇ ਚਾਰ ਬੰਦੇ ਆਪਾਂ ਬੋਲ ਲਾਂਗੇ ਵਧੀਆ, ਪਰ ਐਡਾ ਵੱਡਾ ਸੰਘਰਸ਼ ਕਿਤੇ ਮੂੰਹ ਬਣਨਾ ਕੋਈ ਮਾੜੀ ਮੋਟੀ ਗੱਲ ਹੈ? ਇੱਕ ਭਾਵਨਾ ਜੁੜ ਗਈ ਹੈ ਐਡਾ ਵੱਡਾ। ਜੇ ਮੰਨ ਲਓ ਕਿਸੇ ਦੀ ਅੱਜ ਉਮੀਦ, ਉਸ ਉਮੀਦ ਨੂੰ ਮਾੜੀ ਜੀ ਵੀ ਕੱਲ ਸੱਟ ਲੱਗੀ ਹੈ, ਮਾੜੀ ਜੀ ਵੀ ਸੱਟ ਜੇ ਉਮੀਦ ਨੂੰ ਲੱਗੀ ਹੈ, ਤਾਂ ਕਿਹਨੂੰ ਲੱਗੀ ਹੈ? ਸਾਰੀ ਦੁਨੀਆ ਨੂੰ ਲੱਗੀ ਹੈ। ਜਿਹੜੀਆਂ ਅੱਜ ਕਹਿਣ ਨੂੰ ਚਾਹੇ ਆਪਾਂ 100 ਤੋਂ ਵੱਧ ਕਹਿੰਦੇ ਆ, ਅੱਜ 200 ਤੋਂ ਵੱਧ ਉੱਤੇ ਸ਼ਹਾਦਤਾਂ ਹੋ ਚੁੱਕੀਆਂ। ਕਈ ਵਾਰੀ ਗਿਣਤੀ ਮਿੰਤੀ ਨਹੀਂ ਆਉਂਦੀ। ਮੇਰੇ ਕੋਲ ਤਾਂ 170 ਤੱਕ ਮੇਰੇ ਕੋਲ ਪਏ ਆ, ਬਾਈ ਪਿੰਡ ਦੇ ਨਾਮ ਤੇ ਨਾਲ ਨਾਮ ਪਿਆ। ਜੇ 200 ਤੋਂ ਵੱਧ ਜਿਨ੍ਹਾਂ ਨੇ ਸ਼ਹਾਦਤਾਂ ਦੇਤੀਆਂ, ਉਹਨਾਂ ਦਾ ਕੀ ਮਤਲਬ ਹੈ? ਉਹਨਾਂ ਦਾ ਕੀ ਮਕਸਦ ਸੀ? ਉਹਨਾਂ ਦੀ ਕੋਈ ਕੁਰਸੀ ਦਾ ਮਕਸਦ ਸੀ? ਉਹਨਾਂ ਦਾ ਕੋਈ ਪੈਸੇ ਦਾ ਮਕਸਦ ਸੀਗਾ? ਉਹ ਤਾਂ ਮਰ ਗਏ। ਉਹ ਪੈਸੇ ਕੀ ਕਰ ਲੈਣਗੇ? ਉਹ ਕੁਰਸੀ ਕੀ ਕਰ ਲੈਣਗੇ? ਲੱਗਣ ਦੀ ਅੱਜ ਉਸ ਜਿਹੜਾ ਮੋਰਚਾ ਲੱਗਾ ਨਾ, ਅਸੀਂ ਸਾਰੇ ਜਾਈਏ ਸਗੋਂ ਤੇ ਸਾਰੇ ਧਰਮਾਂ ਵਾਲੇ ਜਾਣ। ਜਿੱਥੇ ਲੱਗਦਾ ਤੁਹਾਨੂੰ ਕੋਈ ਮਾੜਾ ਬੋਲਦਾ, ਕਨਵਰਸੇਸ਼ਨ ਕਰੀਏ। ਗੋਸ਼ਟੀ, ਗੁਰੂ ਨਾਨਕ ਸਾਹਿਬ ਨੇ ਵੀ ਗੋਸ਼ਟੀ ਕੀਤੀ, ਗੁਰੂ ਰਾਮ ਜੀ ਨੇ ਵੀ ਗੱਲਾਂ ਨਾਲ ਲੋਕਾਂ ਨੂੰ ਵੱਡੇ ਕੋਡੇ ਰਾਖਸ਼ ਖਤਮ ਕਰਤੇ ਸੀ ਗੁਰੂ ਨਾਨਕ ਸਾਹਿਬ ਨੇ। ਉਹ ਗੱਲਾਂ ਨਾਲ ਆਪਾਂ ਜਾਈਏ ਕਿਸਾਨ ਆਗੂ ਨੂੰ ਗੱਲ ਕਰੀਏ ਵੀ ਭਾਈ ਆਹ ਤੁਹਾਡੇ ਐਲੀਮੈਂਟ ਗਲਤ ਹੈ, ਆਹ ਮਾੜਾ ਬਿਆਨਬਾਜ਼ੀ ਦਿੰਦੇ, ਇੱਧਰੋਂ ਵੀ ਬਿਆਨਬਾਜ਼ੀ ਦਿੰਦੇ ਆ। ਜਿੱਦਾਂ ਪਿੱਛੇ ਤੁਹਾਨੂੰ ਪਤਾ ਹੀ ਆ ਵੀ ਇਹ ਅੰਨਦਾਤਾ ਨਹੀਂ ਹੈਗੇ, ਮਤਲਬ ਬਿਆਨਬਾਜ਼ੀ ਲੱਭਦੇ ਆ ਮਤਲਬ ਇੱਧਰੋਂ ਵੀ ਬਿਆਨਬਾਜ਼ੀ। ਉਹ ਏਜੰਸੀਆਂ ਕਹਿਣਾ ਚਾਹੁੰਦਾ ਗੋਸ਼ਾ ਜੀ ਮੈਂ ਇੱਕ ਚੀਜ਼ ਕਹਿੰਦਾ, ਜਿਹੜੀ ਤੁਸੀਂ ਗੱਲ ਕੀਤੀ ਕਿਸੇ ਨੇ ਬਿਆਨ ਦਿੱਤਾ ਅੰਨਦਾਤਾ ਨਹੀਂ ਹੈ, ਅਸੀਂ ਸ਼ੁਰੂ ਤੋਂ ਨਿਖਾਰ ਉਹਦੀ ਨਿਖੇਧੀ ਕਰਦੇ ਆਏ ਆ। ਦੇਖੋ ਹਰ ਸਮਾਜ ਦੇ ਵਿੱਚ, ਦੇਖੋ ਮੈਂ ਗੱਲ ਕਹਿੰਦਾ, ਦੇਖੋ ਮੇਰੀ ਇੱਕ ਬੇਨਤੀ ਸੁਣੋ। ਸਿੱਖ ਸਮਾਜ ਵੀ ਆਪਣਾ ਬੜਾ ਵੱਡਾ ਸਮਾਜ ਹੈ, ਹਿੰਦੂ ਸਮਾਜ ਵੀ, ਹੋਰ ਸਮਾਜ ਵੀ ਰਹਿੰਦੇ ਆ। ਹਰ ਸਮਾਜ ਦੇ ਵਿੱਚ ਕੋਈ ਮਾੜੇ ਅੰਸਰ ਹੋ ਸਕਦੇ, ਜਿਨ੍ਹਾਂ ਦੀ ਸੋਚ ਵੱਖਵਾਦੀ ਹੋ ਸਕਦੀ, ਜਿਹੜਾ ਭਾਈਚਾਰਾ ਖਰਾਬ ਕਰਨ ਦੀ ਗੱਲ ਕਰਦੇ। ਅਸੀਂ ਕਿਸੇ ਵੀ ਦੇਖੋ ਅਸੀਂ ਤੁਹਾਨੂੰ ਵੀ ਇਹੀ ਕਹਿੰਦੇ ਆ ਵੀ ਅੱਤਵਾਦੀ ਨੂੰ ਅੱਤਵਾਦੀ ਕਹੋ, ਜਿਹੜੇ ਸਾਡੇ 'ਚ ਗਲਤ ਉਹਨਾਂ ਨੂੰ ਵੀ ਗਲਤ ਕਹੋ। ਜਿਹੜਾ ਪੰਨੂ ਹੈ ਨਾ, ਇਹ ਜਦੋਂ ਇਹਦੀ ਖੋਜਬੀਨ ਕੱਢਾਂਗੇ ਨਾ, ਜਿਹੜਾ ਸਿੱਖ ਫੋਰ ਜਸਟਿਸ ਬਣਾਈ ਫਿਰਦਾ, ਜਿਹੜਾ ਲੋਕਾਂ ਨੂੰ ਗੁੰਮਰਾਹ ਕਰੀ ਫਿਰਦਾ, ਉਹਦੇ ਪਿੱਛੇ ਵੀ ਏਜੰਸੀਆਂ ਨਿਕਲਣੀਆਂ। ਉਹ ਜਾਣ ਬੁੱਝ ਕੇ ਏਜੰਸੀਆਂ ਪਿੱਛੋਂ ਬਿਆਨ ਦਵਾਉਂਦੀਆਂ ਵੀ ਇੱਧਰੋਂ ਗਰਮ ਬਿਆਨ, ਉੱਧਰੋਂ ਗਰਮ ਬਿਆਨ, ਬਸ ਸ਼ੁਰੂ ਹੋ ਗਈ ਲੜਾਈ। ਉਹ ਵਿਚਕਾਰਲਾ ਮੁੱਦਾ ਪੰਨੂ ਦਾ ਅਮਰੀਕਾ ਬੈਠਾ ਹੈ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਸਿਮਰਜੀਤ ਸਿੰਘ ਮਾਨ ਤੇ ਨਹੀਂ ਨਖੇਲ ਪਾਈ ਜਾਂਦੀ ਸਰਕਾਰ ਕੋਲੋਂ, ਆਪਣੀ ਸਰਕਾਰਾਂ ਵੀ ਰਹੀਆਂ, ਕਾਂਗਰਸ ਸਰਕਾਰ ਵੀ ਰਹੀ ਹੈ, ਕਿਉਂ ਨਹੀਂ ਨਖੇਲ ਪਾਉਂਦੇ? ਉਹਦੇ ਤੇ ਨਖੇਲ ਕਿਉਂ ਨਹੀਂ ਪਾਉਂਦੇ? ਸਿਮਰਜੀਤ ਸਿੰਘ ਮਾਨ ਤਾਂ ਪੰਜਾਬ ਵਿੱਚ ਹੈ। ਕੱਲ ਕਾਹਨ ਸਿੰਘ ਵਾਲੇ ਨੇ ਆਪਣੇ ਪੇਜ ਤੋਂ ਝੰਡੇ ਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਭਾਰਤ ਦੇਸ਼ ਨੂੰ ਗਾਲਾਂ ਕੱਢੀਆਂ। ਕਿਉਂ ਸਰਕਾਰਾਂ ਨਹੀਂ ਕਰਦੀਆਂ? ਪੰਜਾਬ ਵਿੱਚ ਕਰਨ। ਕਿ ਤੁਸੀਂ ਪੰਜਾਬ ਦੇ ਵਾਸੀ ਨਹੀਂ, ਤੁਸੀਂ ਦੇਸ਼ ਦੇ ਵਾਸੀ ਨਹੀਂ, ਤੁਸੀਂ ਦੇਸ਼ ਦੇ ਵਾਸੀ ਨਹੀਂ। ਮੈਂ ਚੀਜ਼ ਨਹੀਂ ਦੇਖੀ। ਇੱਕ ਮਿੰਟ, ਇਹ ਕਹਿੰਦੇ ਵੀ ਸੁਣੋ ਹੁਣ ਮੇਰੀ ਗੱਲ ਸਾਨੀ ਸਾਹਿਬ, ਇਹ ਕਹਿੰਦੇ ਤੁਸੀਂ ਕਰਾਓ, ਤੁਸੀਂ ਅੱਖਾਂ ਬੰਦ ਕਰਕੇ ਬੈਠੇ ਰਹੋ, ਅਸੀਂ ਕਰਾਈਏ ਜੇ ਤੁਹਾਨੂੰ ਲੱਗਦਾ। ਅਸੀਂ ਤਾਂ ਗੋਸ਼ਾ ਜੀ ਕਰਾਨੇ ਆ, ਅਸੀਂ ਤਾਂ ਕਰਾਨੇ ਆ। ਫਿਰ ਪਾਰਟੀਆਂ ਸਪੋਰਟ ਕਰਦੀਆਂ, ਫਿਰ ਹਿੰਦੂ ਧਰਮ ਦਾ ਵਿਰੋਧ ਕਰਨ ਵਾਲੇ ਪਾਰਟੀਆਂ ਸਪੋਰਟ ਕਰਦੀਆਂ। ਫਿਰ ਅਸੀਂ ਜਿਹੜਾ ਕੰਮ ਲੱਗਦਾ ਸੀ ਬੋਲਦੇ ਆ। ਗਰਗ ਸਾਹਿਬ ਵੱਡੇ ਐਲੀਗੇਸ਼ਨ ਲਗਾਏ ਨੇ ਗੋਸ਼ਾ ਜੀ ਨੇ ਵੀ ਜੋ ਇੱਕ ਮਿੰਟ ਗਰਗ ਸਾਹਿਬ, ਜੋ ਪੁਰਾਣੇ ਸਮੇਂ ਕਾਂਗਰਸ ਪਾਰਟੀ ਕਰਦੀ ਆਈ ਹੈ, ਉਹੀ ਡਿਕਟੇਟਰਸ਼ਿਪ ਅੱਜ ਬੀਜੇਪੀ ਕਰਦੀ ਹੈ। ਇਹ ਗਲਤ ਕਹਿ ਰਹੇ ਆ ਸਰਕਾਰ ਨੂੰ। ਤੁਸੀਂ ਫੇਲੀਅਰ ਕਹਿ ਰਹੇ ਹੋ। ਤੁਸੀਂ ਇੱਕ ਚੀਜ਼ ਦੇਖੋ, ਬਹੁਤ ਵੱਡਾ ਕੱਲ ਜੋ ਕੰਮ ਹੋਇਆ ਬਹੁਤ ਮਾੜਾ ਹੋਇਆ ਔਰ ਬਹੁਤ ਵੱਡਾ ਕਾਂਡ ਹੋ ਗਿਆ, ਲੇਕਿਨ ਸਰਕਾਰ ਨੇ ਅਮਨ ਤੇ ਸ਼ਾਂਤੀ ਨੂੰ ਕਾਇਮ ਰੱਖਿਆ।
ਔਰ ਫਿਰ ਤੋਂ ਦੁਬਾਰਾ ਅਮਨ ਕਾਨੂੰਨ ਦੀ ਜਿਹੜੀ ਹਾਲਾਤ ਆ ਉਹ ਠੀਕ ਹੋ ਮੈਨੂਪਲੇਟਡ ਜਾਏਗੀ। ਹੋਵੇ ਨਾ ਜੀ, ਅਮਨ ਸ਼ਾਂਤੀ ਰਹਿੰਦੀ ਆ। ਜਦੋਂ ਮੈਨੂਪਲੇਟਡ ਹੋਵੇ ਆ, ਜਦੋਂ ਮੈਨੂਪਲੇਟਡ ਹੋਵੇ ਨਾ ਗਰਗ ਸਾਹਿਬ, ਅਮਨ ਸ਼ਾਂਤੀ ਆ ਗਈ ਹੈ, ਇਹਨਾਂ ਦੀ ਅਮਨ ਸ਼ਾਂਤੀ ਆ ਗਈ ਹੈ। ਲੜਾਈ ਪਾਣਾ ਚਾਹੁੰਦੇ ਸੀ, ਅਮਨ ਸ਼ਾਂਤੀ ਇਹਨਾਂ ਤੇ ਆ ਗਈ ਹੈ, ਇਹਨਾਂ ਤੇ ਆ ਗਈ ਹੈ। ਅਕਾਲੀ ਦਲ ਵਾਲੇ ਸਾਡੇ ਨਾਲ ਹੀ ਰਹੇ ਆ, ਕਾਨੂੰਨ ਇਹਨਾਂ ਨੇ ਹੀ ਬਣਾਇਆ, ਇਹ ਨਾਲ ਸੀ ਸਾਡੇ, ਇਹ ਸੁੱਤੇ ਪਏ ਇਹ ਸੀ, ਨਾਲ ਸੀ। ਕਾਨੂੰਨ ਅਸੀਂ ਬਣਾਤਾ ਹੈ, ਸੁੱਤੇ ਪਏ ਸੀ। ਤੁਸੀਂ ਭਾਰਤੀ debate- ਜਨਤਾ ਪਾਰਟੀ ਸੁੱਤੀ ਪਈ ਸੀ, ਤੁਸੀਂ ਅਸੀਂ ਕਾਨੂੰਨ ਦੇਖ ਬਣਾ ਕੇ ਸਕਦੇ ਚਲੇ ਹੋ, ਗਏ। ਪੁਰਾਣੀਆਂ ਵੀਡੀਓਜ਼ ਦੇਖ ਸਕਦੇ ਹੋ, ਬਾਦਲ ਸਾਹਿਬ ਦੀਆਂ। ਹਾਂ, ਬਹੁਤ ਗੱਲਾਂ ਹੋ ਗਈਆਂ, ਆਪਾਂ ਮੁੱਦੇ ਤੇ ਆਈਏ। ਇੱਕ ਮਿੰਟ, ਪਹਿਲੇ ਦੇ ਮੁੱਦੇ ਤੇ ਰਹਿਣਾ। ਆਪਾਂ ਗਰਗ ਸਾਹਿਬ ਛੋਟਾ ਸਵਾਲ ਲਊਂਗਾ, ਛੋਟਾ ਸਵਾਲ ਲਊਂਗਾ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਇਹਨਾਂ ਨੇ ਕਹਿਤਾ ਇੱਕ ਬੜਾ ਵੱਡਾ ਇਲਜ਼ਾਮ ਲਗਾਇਆ ਵੀ ਅਕਾਲੀ ਦਲ ਨੇ ਕਾਨੂੰਨ ਬਣਾਇਆ, ਫਿਰ ਤੁਸੀਂ ਰੱਦ ਕਿਉਂ ਨਹੀਂ ਕਰਦੇ? ਕਿਹੜਾ? ਤੇ ਤੁਸੀਂ ਰੱਦ ਕਰ ਦਿਓ, ਅਸੀਂ ਬਣਾਇਆ ਤੁਸੀਂ ਰੱਦ ਕਰ ਦਿਓ। ਹੁਣ ਤੁਸੀਂ ਰੱਦ ਕਰ ਦਿਓ, ਤੁਸੀਂ ਹੁਣ ਕਿਉਂ ਡਰਦੇ ਹੋ? ਰੱਦ ਕਰਨ ਤੋਂ ਡਰਦੇ ਕਿਉਂ? ਕਾਨੂੰਨ ਪਾਸ ਹੋ ਗਿਆ, ਡਰਦੇ ਉਹ ਕਿਉਂ? ਰੱਦ ਕਿਵੇਂ ਹੋ ਜਾਊਗਾ? ਕਿਉਂ ਕਾਨੂੰਨ ਰੱਦ ਪਾਸ ਨਹੀਂ ਹੋ ਸਕਦਾ। ਮਤਾ ਪਾਓ। ਜਦੋਂ ਇਹ ਲੋਕਾਂ ਦੇ ਉੱਤੇ ਗਰਗ ਸਾਹਿਬ ਇੱਕ ਚੀਜ਼ ਹੁੰਦੀ ਹੈ, ਆਪਾਂ ਡੈਮੋਕ੍ਰੇਟੀ 'ਚ ਰਹਿੰਦੇ ਆ। ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਚੁਣਦਾ? ਜਨਤਾ, ਠੀਕ ਹੈ। ਜੇ ਜਨਤਾ ਕਿਸੇ ਚੀਜ਼ ਤੋਂ ਮੈਨੂੰ ਨਹੀਂ ਪਤਾ, ਮੈਂ ਫਿਰ ਹਰ ਵਾਰੀ ਕਹਿੰਦਾ ਮੈਨੂੰ ਕਾਨੂੰਨ ਵਿੱਚ ਨਹੀਂ ਪਤਾ ਕੀ ਚੰਗਾ ਕੀ ਮਾੜਾ, ਮੈਂ ਕਿਸਾਨੀ ਬੈਕਗ੍ਰਾਉਂਡ ਤੋਂ ਨਹੀਂ ਹੈਗਾ, ਲੇਕਿਨ ਜੇ ਇੰਨੇ ਸਾਡੇ ਲੱਖਾਂ ਦੀ ਤਾਦਾਦ, ਕਰੋੜਾਂ ਦੀ ਤਾਦਾਦ ਦੇ ਕਿਸਾਨ ਵਿਰੋਧ ਕਰ ਰਹੇ ਨੇ, ਉਸ ਕਾਨੂੰਨ ਨੂੰ ਰੱਦ ਕਰਨ ਦੀ ਪ੍ਰੋਬਲਮ ਕੀ ਹੈ? ਮੈਂ ਤਾਂ ਸਾਫ਼ ਗੱਲ ਕਹਿੰਦਾ। ਦੇਖੋ ਜਿਹੜਾ ਕਾਨੂੰਨ ਸੀਗਾ ਇਹਦੇ ਲਈ ਨਾ ਲੋਕ ਸਭਾ 'ਚ ਬਹਿਸ ਹੋਈ ਨਾ ਰਾਜ ਸਭਾ 'ਚ ਬਹਿਸ ਹੋਈ, ਇਹ ਥੋਪ ਦਿੱਤਾ ਗਿਆ। ਜਦ ਥੋਪ ਦਿੱਤਾ ਗਿਆ, ਇਹਨਾਂ ਦੀ ਮੁੱਖ ਪਾਰਟਨਰ ਸੀਗੀ ਜਿਹੜੀ ਸ਼੍ਰੋਮਣੀ ਅਕਾਲੀ ਦਲ, ਜਿਹੜੀ ਕਿਸਾਨਾਂ ਦੀ ਰਿਪਰੈਜ਼ੈਂਟੇਸ਼ਨ ਦੇ ਦਾਅਵੇ ਕਰਦੇ ਨੇ, ਜੇ ਉਹਨੇ ਛੱਡਤਾ ਤੇ ਉਹਦੇ ਬਾਵਜੂਦ ਵੀ ਬੀਜੇਪੀ ਅੜੀ ਹੋਈ ਹੈ, ਤੇ ਇਹ ਤਾਂ ਫਿਰ ਡਿਕਟੇਟਰਸ਼ਿਪ ਹੈ। ਚਲੋ ਗਰਗ ਸਾਹਿਬ ਮੁੱਦੇ ਤੇ, ਗਰਗ ਸਾਹਿਬ ਮੁੱਦੇ ਤੇ ਆਈਏ ਆਪਾਂ। ਛੱਡੋ, ਤੁਸੀਂ ਕਹਿੰਦੇ ਹੋ ਵੱਡਾ ਇਕੱਠ ਆ ਗਿਆ, ਪੁਲਿਸ ਨੇ ਕੰਟਰੋਲ ਕਰ ਲਿਆ। ਪੰਨੂ ਸ਼ੁਰੂ ਤੋਂ ਕਹਿ ਰਿਹਾ, ਜਿਹੜਾ ਮੈਂ ਸਵਾਲ ਪੂਰਾ ਹੁੰਦੇ, ਪੰਨੂ ਸ਼ੁਰੂ ਤੋਂ ਕਹਿ ਰਿਹਾ ਜਿਹੜਾ ਲਾਲ ਕਿਲੇ ਝੰਡਾ ਲਹਿਰਾਊਗਾ ਉਹਨੂੰ ਇੰਨੇ ਕਰੋੜ ਲੱਖ ਡਾਲਰ ਦਊਂਗਾ, ਜਿਹੜਾ ਇੰਡੀਆ ਗੇਟ ਤੇ ਝੰਡਾ ਲਹਿਰਾਊਗਾ ਉਹ ਇਹਨੂੰ ਇੰਨੇ ਲੱਖ ਡਾਲਰ ਦਊਂਗਾ। ਤੁਸੀਂ ਪੂਰੀ ਦਿੱਲੀ ਛੱਡੋ, ਲਾਲ ਕਿਲਾ ਸਿਕਿਉਰ ਕਰ ਸਕਦੇ ਸੀ ਨਾ, ਜਦੋਂ ਤੁਹਾਨੂੰ ਐਡਾ ਵੱਡਾ ਥ੍ਰੈਟ ਆ ਰਿਹਾ ਸੀ ਇੱਕ ਬੰਦੇ ਵੱਲੋਂ। ਲਾਲ ਕਿਲਾ ਥ੍ਰੈਟ ਨਹੀਂ ਹੋਇਆ, ਪੂਰੀ ਦਿੱਲੀ ਛੱਡੋ ਤੁਸੀਂ। ਦੇਖੋ, ਕੱਲ ਜਿਹੜਾ ਗਣਤੰਤਰ ਦਿਵਸ ਕਰਕੇ ਸਾਰੀ ਜਿਹੜੀ ਪੁਲਿਸ ਹੈ, ਸਾਰੀ ਸਿਕਿਉਰਿਟੀ ਉਧਰ ਲੱਗੀ ਹੋਈ ਸੀ। ਮਾਲੂ ਕੋਈ ਰੱਬ ਨਾ ਕਰੇ, ਨਹੀਂ ਤੋਂ ਹੀ ਨਿਕਲ ਰਿਹਾ ਸੀ ਝਾਕੀਆਂ, ਮੈਂ ਦੇਖੀਆਂ। ਝਾਕੀਆਂ ਬਾਅਦ ਚ ਆਈਆਂ ਨੇ, ਉਹ ਬਾਅਦ ਚ ਆਈਆਂ ਨੇ। ਰੂਟ ਸੀਗਾ, ਰੂਟ ਉੱਥੇ ਦਾ ਨਹੀਂ ਸੀ, ਰੂਟ ਤੇ ਜਿੱਤੇ ਗਰਗ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਇੱਥੇ ਸਲਾਮੀ ਵੱਡੇ ਲੀਡਰ ਵੱਡੇ ਕਿੱਥੇ ਲੈਣ? ਪਾਰਲੀਮੈਂਟ ਹਾਊਸ ਰੋਡ ਤੋਂ ਲੈਂਦੇ ਨੇ। ਲਾਲ ਕਿਲੇ ਦੇ ਅੰਦਰ ਹੀ ਝੰਡਾ ਲਹਿਰਾਇਆ ਉਹ ਨਹੀਂ ਸਰ, ਕਿੱਥੇ ਤੁਸੀਂ ਇਹਨਾਂ ਨੇ ਕਰਤੇ ਵੀ ਪਰੇਡ 'ਚ ਮਹਿਸੂਸ ਸੀ, ਇਹਦਾ ਮਤਲਬ ਵੀ ਬਾਕੀ ਸਾਰੇ ਇੰਡੀਆ ਦੇ ਵਿੱਚ ਜੋ ਮਰਜ਼ੀ ਹੋ ਜਾਂਦਾ। ਇਸ ਚੀਜ਼ ਦੇ ਨਾ ਕੋ ਦਿੱਲੀ ਨੂੰ ਛੱਡ ਕੇ ਪੰਜਾਬ ਤੇ ਆਪਾਂ ਕੀ ਭਾਰਤ ਬਚਾ ਲਾਂਗੇ ਜੇ ਦਿੱਲੀ ਨਹੀਂ ਬਚਾ ਪਾਏ? ਵੱਡਾ ਸਵਾਲ ਹੈ। ਬਿਲਕੁਲ ਤੁਹਾਡੇ ਸਾਹਮਣੇ ਆ ਜਾਣਾ। ਕੀ ਸਾਹਮਣੇ ਆ ਜਾਣਾ? ਗਰਗ ਸਾਹਿਬ ਹੁਣ ਤਾਂ ਹੋ ਗਿਆ ਨਾ, ਸ਼ਰਮਸਾਰ ਹੋ ਗਿਆ, ਦੇਸ਼ ਸ਼ਰਮਸਾਰ ਹੋ ਗਿਆ। ਜਗ੍ਹਾ ਅਸਲ 'ਚ ਇਹਨਾਂ ਨੇ ਆਪਣੇ ਮਨਸੂਬੇ ਕਾਮਯਾਬ ਕੀਤੇ ਆ। ਜਿਹੜੇ ਪੰਨੂ ਨੇ ਗੱਲ ਕੀਤੀ ਸੀ, ਇਹਨਾਂ ਨੇ ਪੰਨੂ ਦੀ ਗੱਲ ਤੇ ਮੋਹਰ ਲਾਈ ਆ। ਇਹੀ ਗੱਲਾਂ ਚਾਹੁੰਦੇ ਸੀਗੇ। ਥੋੜਾ ਬਹੁਤਾ ਵੀ ਧੱਕਾ ਹੋ ਜਾਂਦਾ ਨਾ, ਤਾਂ ਇਹਨਾਂ ਨੇ ਉਲਟਾ ਇਲਜ਼ਾਮ ਲਾਉਣਾ ਸੀ ਅੱਜ। ਨਹੀਂ ਗਰਗ ਸਾਹਿਬ, ਗੱਲ ਤੱਕ ਗੱਲ ਤਾਂ ਸਿਕਿਉਰ ਕਰਨੀ ਸੀ, ਤੁਸੀਂ ਦਿੱਲੀ ਸਿਕਿਉਰ ਨਹੀਂ ਕੀਤੀ ਹੈਗੀ। ਅੰਦਰ ਵੜੇ ਕਿਵੇਂ? ਅੰਦਰ ਵੜੇ ਕਿਵੇਂ? ਡਿਨਾਈ ਨਹੀਂ ਕੀਤਾ ਜਾ ਸਕਦਾ। ਅਸੀਂ 84 ਨਹੀਂ ਸੀ ਬਣਾਉਣਾ ਚਾਹੁੰਦੇ, ਬਿਲਕੁਲ। ਇਹ ਜਿਵੇਂ ਕਹਿੰਦੇ ਨਾ 84 ਦੀਆਂ ਗੱਲਾਂ, ਇਹ 84 ਤੁਸੀਂ ਵੀ ਨਾਲ ਮੇਰੀ ਸੁਣੋ ਗੱਲ, 84 ਦੀਆਂ ਗੱਲਾਂ ਕਰਦੇ ਹੋ ਨਾ, ਛੱਡਿਆ ਕੁਝ ਨਹੀਂ ਤੁਸੀਂ 84 ਦੀਆਂ ਗੱਲਾਂ ਤੁਸੀਂ ਜਾਣ ਬੁੱਝ ਕੇ ਇਹ ਦੁਬਾਰਾ 84 ਦੁਹਰਾਉਣਾ ਚਾਹੁੰਦੇ ਆ। ਮੈਂ ਬਾਰ-ਬਾਰ ਕਹਿ ਰਿਹਾ ਵੀ ਇਹ ਸਰਕਾਰ ਦੁਬਾਰਾ 84 ਦੁਹਰਾਉਣਾ ਚਾਹੁੰਦੀ ਆ, ਪਰ ਇਹ ਗਲਤ ਹੈ। ਪਾਰਲੀਮੈਂਟ ਹਾਊਸ ਦੇ ਵਿੱਚ ਕਿਸੇ ਨੇ ਅੱਜ ਤੱਕ ਪਾਰਲੀਮੈਂਟ ਹਾਊਸ ਦੇ ਵਿੱਚ ਸਾਡੇ ਬੁਲਾਰਿਆਂ ਨੇ, ਪ੍ਰਧਾਨ ਮੰਤਰੀ ਨੇ, ਯੋਗੀ ਜੀ, ਜਿੰਨੀਆਂ 84 ਦੇ ਬਾਰੇ ਡਿਬੇਟਾਂ ਹੋਈਆਂ ਨੇ, ਜੋ ਅਸੀਂ ਬੋਲੇ ਆ, ਜੋ ਅਸੀਂ 84 ਦੇ ਖਾਤਰ ਕਰਦੇ ਰਹੇ ਆ। 84 ਦੇ ਬਾਰੇ ਗਰਗ ਸਾਹਿਬ ਜੋ ਮਰਜ਼ੀ ਬੋਲੀ ਜਾਓ, ਤੁਸੀਂ ਸਿਰਫ ਸਿਆਸਤ ਤੋਂ ਇਲਾਵਾ 84 ਦੇ ਜਿਹੜੇ ਵੀ ਇਹ ਫਸਾਦ ਨੇ, ਉਹਦੇ ਤੇ ਕੋਈ ਸਿਆਸਤ ਤੋਂ ਇਲਾਵਾ ਕੋਈ ਸਰਕਾਰ ਕੋਈ ਸੀਰੀਅਸ ਹੋ ਕੇ ਗੱਲ ਨਹੀਂ ਕਰਦੀ। ਮੈਂ ਸਾਰੇ ਤੁਸੀਂ ਸਰਕਾਰਾਂ ਦੇ ਨੁਮਾਇੰਦੇ ਖੜੇ ਹੋ, ਅਸੀਂ ਤੁਹਾਨੂੰ ਬੇਨਤੀ ਕਰਦੇ ਆ, ਪੰਜਾਬ ਅੱਜ ਇੰਨੇ ਕਿਸਾਨ ਵਿਚਾਰੇ ਸੰਘਰਸ਼ 'ਚ ਮਰ ਗਏ, ਉਹਨਾਂ ਨੂੰ ਕਿਹਨਾਂ ਨੇ ਮਾਰਿਆ? ਉਹਨਾਂ ਨੂੰ ਕੋਈ 84 ਵਾਲੇ ਸੀਗੇ, ਕੋਈ ਬਾਰਡਰ ਵਾਲੇ ਸੀਗੇ, ਜਾਂ ਕੋਈ ਸਾਲੇ ਵਿਦੇਸ਼ੀ ਸੀਗੇ? ਉਹਨਾਂ ਨੂੰ ਕਿਹਨੇ ਮਾਰਿਆ? ਉਹਨਾਂ ਨੂੰ ਸਾਡੇ ਲੋਕਤੰਤਰ ਦੀ ਜਿਹੜੀ ਆ ਬਲੀ ਹੈ ਨਾ, ਇਹਦੇ ਲਈ ਤਾਂ ਜਵਾਬਦੇਹ ਹੋਵੇ ਸਰਕਾਰ। ਹੋਰ ਵੱਡਾ ਸਵਾਲ ਆ, ਲੋਕਤੰਤਰ ਦਾ ਚੌਥਾ ਥੰਮ ਹੈਗਾ ਵਾ ਮੀਡੀਆ, ਜਿਹੜਾ ਨੈਸ਼ਨਲ ਮੀਡੀਆ ਉੱਤੇ ਐਡਾ ਕਬਜ਼ਾ ਕੀਤਾ ਹੋਇਆ ਵਾ। ਅੱਜ ਉਹ ਪ੍ਰਧਾਨ ਮੰਤਰੀ ਦੇ ਅਮਿਤ ਸ਼ਾਹ ਤੋਂ ਜਵਾਬ ਮੰਗਣ ਦੀ ਬਜਾਏ ਕਾਂਗਰਸ ਪਾਰਟੀ ਤੋਂ ਜਵਾਬ ਮੰਗ ਰਿਹਾ, ਸਮਾਜਵਾਦੀ ਪਾਰਟੀ ਜਵਾਬ ਮੰਗ ਰਿਹਾ, ਲੈਫਟ ਤੋਂ ਜਵਾਬ ਮੰਗ ਰਿਹਾ। ਜਵਾਬ ਤਾਂ ਮੰਗਣੇ ਚਾਹੀਦੇ ਵੀ ਇੰਨੇ ਲੋਕ ਅੰਦਰ ਇਕੱਠੇ ਕਿਵੇਂ ਹੋ ਗਏ? ਲਾਲ ਕਿਲ੍ਹਾ ਸਿਕਿਉਰ ਨਹੀਂ ਕੀਤਾ, ਸਾਡੇ ਰਾਸ਼ਟਰੀ ਝੰਡੇ ਦੇ ਨਾਲ ਬਰਾਬਰ ਅਸੀਂ ਸਨਮਾਨ ਕਰਦੇ ਹਾਂ ਨਿਸ਼ਾਨ ਸਾਹਿਬ ਦਾ, ਨਾਲ ਝੰਡਾ ਕਿਵੇਂ ਆ ਗਿਆ? ਕਿਉਂਕਿ ਕੋਈ ਸਮਾਜ ਹੈਗਾ ਨਹੀਂ ਉਸ ਚੀਜ਼ ਨੂੰ ਐਗਰੀ ਕਰਦਾ। ਕਿਵੇਂ ਇਹ ਚੀਜ਼ਾਂ ਸਾਰੀਆਂ ਹੋ ਗਈਆਂ? ਜਵਾਬ ਤਾਂ ਮੰਗਣਾ ਚਾਹੀਦਾ ਸੀ। ਇੰਨਾ ਤੁਸੀਂ ਮੀਡੀਆ ਨੂੰ ਆਪਣੇ ਅੰਦਰ ਕੈਪਚਰ ਕਰਦੇ, ਸਵਾਲ ਨਹੀਂ ਕਰਦੇ। ਮੈਂ ਕਿਹਾ ਬਿਲਕੁਲ ਸਰਕਾਰ ਜਵਾਬਦੇਹ ਹੈ, ਜਵਾਬਦੇਹ ਹੁੰਦੀ ਹੈ ਔਰ ਜ਼ਿੰਮੇਵਾਰੀ ਹੈ। ਇਹ ਨਹੀਂ ਕਿ ਕੋਈ ਡਿਨਾਈ ਨਹੀਂ ਕਰ ਸਕਦਾ ਸਰਕਾਰ ਜ਼ਿੰਮੇਵਾਰ ਨਹੀਂ ਹੈ, ਲੇਕਿਨ ਤੁਸੀਂ ਇਹ ਚੀਜ਼ ਦੇਖੋ, ਉਸ ਚੀਜ਼ ਨੂੰ ਕਾਬੂ ਵੀ ਕੀਤਾ ਹੈ, ਪੂਰਾ ਕਾਬੂ ਕੀਤਾ। ਇੱਕ ਐਸਐਚਓ ਦੇ ਕੋਲ ਗਲਤੀ ਹੋ ਜਾਂਦੀ ਨਾ, ਐਸਐਚਓ ਨੂੰ ਫਟਾਫਟ ਸਸਪੈਂਡ ਕਰ ਦਿੱਤਾ ਜਾਂਦਾ ਆ।
ਸਰਕਾਰ ਦੇ ਪੀਐਮ ਸਾਹਿਬ ਦੀ, ਗ੍ਰਹਿ ਵਿਭਾਗ ਮੰਤਰੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਇਹ ਗਲਤ ਹੈ। ਕੱਲ ਦੇ ਮੈਂ ਚੈਨਲ ਦੇਖ ਰਿਹਾ, ਜਿਹੜੇ ਇਹਨਾਂ ਦੇ ਚੈਨਲ ਕੈਪਚਰ ਕੀਤੇ ਹੋਏ ਆ, ਉਹ 'ਚ ਭਗਤ ਸਿੰਘ ਦੀ ਬੜੀ ਗੱਲ ਕੀਤੀ ਜਾ ਰਹੀ ਆ। ਭਗਤ ਸਿੰਘ ਜੀ, ਭਗਤ ਸਿੰਘ ਦੇ ਰਾਹ ਤੇ ਚੱਲ, ਭਗਤ ਸਿੰਘ ਕੀ ਸੋਚਦਾ ਹੋਊਗਾ, ਭਗਤ ਸਿੰਘ ਦੀ ਰੂਹ ਕੀ ਸੋਚਦੀ ਹੋਊਗੀ, ਅੱਜ ਉਹ ਰੋਂਦੀ ਹੋਏਗੀ ਰੂਹ, ਤੇ ਉਹਨੂੰ ਅੱਜ ਤੱਕ ਕੌਮੀ ਸ਼ਹੀਦ ਦਾ ਇਹਨਾਂ ਨੇ ਲਾਣਿਆ ਨਹੀਂ, ਤੇ ਇਹਨਾਂ ਦੀ ਰੂਹ ਰੋਂਦੀ ਹੋਈ ਆ, ਇਹਨਾਂ ਨੂੰ ਯਾਦ ਦੇਖੇਗੀ ਆ। ਮੈਂ ਇਹੀ ਗੱਲ ਕਹਿਣਾ, ਅੱਜ ਸਿਆਸਤ ਛੱਡਣ ਦਾ ਵਕਤ ਸੀਗਾ। ਬਾਰ-ਬਾਰ ਕਹਿਣਾ, ਮੈਂ ਕਹਿੰਦਾ ਪਾਰਟੀ, ਮੈਂ ਤਾਂ ਨਹੀਂ ਕਿਹਾ ਵੀ ਅਕਾਲੀ ਦਲ ਦਾ ਕਿਸਾਨ ਕੋ, ਮੈਂ ਤਾਂ ਨਹੀਂ ਕਦੀ ਕਿਹਾ ਵੀ ਕਾਂਗਰਸ ਦਾ ਕਿਸਾਨ ਕੋ। ਮੈਂ ਕਿਹਾ ਕਿਸਾਨ ਇੱਕ ਨਿਰੋਲ ਹੈ, ਉਹ ਹਰ ਧਰਮ ਦੇ ਨਾਲ ਬਿਲੋਂਗ ਕਰਦਾ, ਕਿਉਂਕਿ ਜਦੋਂ ਆਪਾਂ ਅੰਨ ਉਗਾਉਣਾ ਤੇ ਉਹਨੇ ਇਹ ਤਾਂ ਦੇਖਣਾ ਹੀ ਨਹੀਂ। ਉਹਨੂੰ ਕਿਸੇ ਭੁੱਖੇ ਨੂੰ ਪੁੱਛ ਲਓ ਵੀ ਕੀ ਆ, ਉਹ ਕਹਿੰਦਾ ਮੇਰਾ ਤਾਂ ਧਰਮ ਭਾਈ ਰੋਟੀ ਮੈਨੂੰ ਮਿਲ ਜਾਵੇ ਮੇਰੇ ਬੱਚਿਆਂ ਨੂੰ, ਉਹਨੂੰ ਕੋਈ ਨਹੀਂ ਪਤਾ ਲੱਗਣਾ। ਇੱਕ ਗੁਰਦੁਆਰਾ ਮੰਦਿਰ ਜੇ ਕਿਸੇ ਨੂੰ ਕੋਈ ਦੇ ਹੀ ਨਹੀਂ ਸਕਿਆ, ਫਿਰ ਉਹਦਾ ਫਾਇਦਾ ਕੀ। ਇਹ ਚੀਜ਼ਾਂ ਧਰਮ ਦੀਆਂ ਲੜਾਈਆਂ ਨਾ ਪਾਈਆਂ ਜਾਣ। ਅੱਜ ਆਪਣੀ ਸਿਆਸਤ ਤੋਂ ਉੱਪਰ ਉੱਠ ਕੇ, ਆਪਣੀ ਕੁਰਸੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਹੱਕ, ਹਾਂ ਜੇ ਅੱਜ ਵੀ ਇਸ ਗੱਲ ਨੂੰ ਮੋਦੀ ਸਾਹਿਬ ਸੁਣ ਰਹੇ ਹਨ, ਮੋਦੀ ਸਾਹਿਬ ਸੁਣਦਾ ਸਾਰੇ ਕੁਝ ਹੈ, ਉਹਨਾਂ ਨੂੰ ਸਾਰਿਆਂ ਦੀ ਮਨ ਦੀ ਗੱਲ ਸੁਣਦੀ ਹੈ, ਪਰ ਕਰਦੇ ਆਪਣੇ ਮਨ ਦੀ ਹੈ। ਜੇ ਅੱਜ ਵੀ ਸੁਣਦੇ ਹੋ ਨਾ ਇਸ ਇੰਸੀਡੈਂਟ ਤੋਂ, ਜੋ ਕੱਲ ਦਾ ਪ੍ਰਕਰਨ ਹੋਇਆ, ਉਹ ਤੋਂ ਆਪਾਂ ਅੱਜ ਵੀ ਅਕਲ ਸਿੱਖ ਸਕਦੇ ਹਾਂ। ਵੱਡੀ ਨਹੀਂ ਅਕਲ ਲੈਣੀ, ਕਿਸੇ ਬੱਚੇ ਤੋਂ ਵੀ ਅਕਲ ਆ ਜਾਂਦੀ ਆ, ਕਿਸੇ ਨਿੱਕੇ ਬੱਚੇ ਤੋਂ ਵੀ ਬੰਦੇ ਨੂੰ ਅਕਲ ਸਿੱਖ ਲੈਣ ਵੀ ਅੱਜ ਅਕਲ ਕੀ ਹੈ। ਅੱਜ ਦੇਸ਼ ਪਰੇਸ਼ਾਨ ਹੋ ਰਿਹਾ, ਸਾਰਾ ਦੇਸ਼ ਸਫਰ ਕਰ ਰਿਹਾ। ਜੇ 84 ਦੀ ਗੱਲ ਕਰਦੇ ਨਾ, ਉਹ 'ਚ ਸਿੱਖ ਮਰੇ ਤੇ ਹਿੰਦੂ ਵੀ ਮਰੇ ਆ। ਮੈਂ ਇਸ ਗੱਲ ਨੂੰ ਕਦੇ ਡਰਾਈ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ, ਸਾਰੇ ਮਰੇ ਆ। ਲੋਕਾਂ ਨੇ ਆਪਣੇ ਫਾਇਦੇ ਲਏ ਆ, ਲੈਣ ਦੇਣ ਕਿਸੇ ਦਾ ਹੁੰਦਾ ਸੀ, ਮਾਰ ਜਾਂਦੇ ਸੀ, ਕਹਿੰਦੇ ਜੋ ਮਾਰ ਗਿਆ ਜੀ, ਆਪਣਾ ਕੰਮ ਕਰ ਜਾਂਦੇ ਹੁੰਦੇ ਸੀ। ਮਰੇ ਤਾਂ ਸਰਕਾਰੀ ਅਤਵਾਦ ਹੋ ਸਕਦਾ, ਸਰਕਾਰ ਅਤਵਾਦ ਪੈਦਾ ਕਰਦੀ ਹੈ, ਸਰਕਾਰ ਖਤਮ ਕਰਦੀ ਆ। ਤੇ ਇਸ ਮੈਂ ਕਹਿੰਦਾ ਮੋਦੀ ਸਾਹਿਬ ਅੱਜ ਇਸ ਕੱਲ ਦੇ ਇੰਸੀਡੈਂਟ ਤੋਂ ਇੱਕ ਚੀਜ਼ ਸਿੱਖ ਲੈਣ ਵੀ ਦੇਸ਼ ਨੂੰ ਕੋਈ ਤਾਕਤਾਂ ਤੋੜਨੀਆਂ ਚਾਹੁੰਦੀਆਂ, ਭਾਈਚਾਰਕ ਸਾਂਝ ਨੂੰ ਕੋਈ ਤੋੜਨਾ ਚਾਹੁੰਦੀਆਂ, ਤੇ ਇੱਕ ਬਿੱਲ ਦੀ ਖਾਤਰ ਆਪਾਂ ਬਿੱਲ ਦੀ ਆੜ ਦੇ ਵਿੱਚ ਕਈ ਬੰਦੇ ਜਿਹੜੇ ਖਰਾਬੀ ਕਰ ਰਹੇ ਆ, ਚਾਹੇ ਕਿਸੇ ਪਾਸੇ ਵੀ ਹੋਣ, ਤੇ ਅੱਜ ਬਿੱਲ ਹੀ ਰੱਦ ਕਰ ਦੋ ਨਾ, ਕਿਸੇ ਨੂੰ ਮੌਕਾ ਹੀ ਨਾ ਦਿਓ ਸਿਆਸਤ ਕਰਨ ਦਾ। ਬਾਰ-ਬਾਰ ਆ ਰਹੀ ਹੈ ਬਿੱਲ ਰੱਦ ਬਾਰੇ ਥੋੜੇ। ਜਦੋਂ ਸਰਕਾਰ ਨੇ ਤੁਹਾਡੇ ਕੋਲੇ 11 ਵਾਰ ਮੀਟਿੰਗਾਂ ਕੀਤੀਆਂ, ਉਹ ਤੁਸੀਂ ਕਹਿੰਦੇ ਵੀ ਤੁਸੀਂ ਦੱਸੋ ਕੀ ਚਾਹੁੰਦੇ ਹੋ। ਆਪਾਂ ਇੱਕ ਗੱਲ ਵੀ ਜੋ 70 ਸਾਲ ਦਾ, ਇਹਦਾ ਮਤਲਬ ਜੋ 70 ਸਾਲ ਦਾ ਕਾਨੂੰਨ ਚੱਲਿਆ ਆ ਰਿਹਾ ਸੀ, ਜੋ ਕਿਸਾਨੀ ਕਾਨੂੰਨ ਸੀ, ਇਹਦਾ ਮਤਲਬ ਕਿਸਾਨ ਉਹ ਵਧੀਆ ਸੀ। ਜੇ ਉਹ ਕਾਨੂੰਨ ਵਧੀਆ ਸੀ ਤਾਂ ਕਿਸਾਨ ਭੁੱਖਾ ਕਿਉਂ ਮਰਦਾ, ਅੱਜ ਤੱਕ ਆਤਮ ਹੱਤਿਆ ਕਿਉਂ ਕਰ ਰਿਹਾ ਹੈ। ਕਿਸਾਨ ਤਾਂ ਆਪਣੀ ਅਗਲੀ ਲੜਾਈ ਲੜ ਰਿਹਾ ਸੀ ਵੀ ਆਪਣੇ ਫਾਇਦੇ ਲਈ ਤੁਸੀਂ ਉਹਦੇ ਘਾਟੇ 'ਚ। ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਤਿੰਨ ਬਿੱਲਾਂ ਦੇ ਨਾਮ ਦੱਸੋ, ਮੈਂ ਤੁਹਾਨੂੰ ਦੱਸਦਾ ਉਹਦੇ ਉੱਤੇ ਸਾਰੀਆਂ ਚੀਜ਼ਾਂ। ਮੈਂ ਸਰਕਾਰ ਬਿਲਕੁਲ ਉਹ ਚੀਜ਼, ਆਪਾਂ ਕਿਹੜਾ ਸਵਾਲ ਕਰ ਰਹੇ ਸੀ ਵੀ ਪਹਿਲਾਂ ਜਿਹੜੇ ਕਾਨੂੰਨ ਬਣਿਆ ਕਿ ਸਹੀ ਸੀਗੇ, ਉਹ ਤੁਸੀਂ ਕਹਿ ਰਹੇ ਹੋ ਵੀ ਹੁਣ ਕੋਈ ਨਾ ਕੋਈ ਤਾਂ ਬਦਲਾਅ ਚਾਹੀਦਾ ਨਾ। ਜੇ ਉਹ ਪਹਿਲਾਂ ਵਾਲਾ ਕਾਨੂੰਨ ਸਹੀ ਨਹੀਂ ਸੀ, ਆਪਾਂ ਜਿਹੜੀ ਉਹ ਰਿਪੋਰਟ ਸੀਗੀ ਆਪਣੀ ਸਵਾਮੀਨਾਥਨ ਕਮੇਟੀ ਦੀ ਰਿਪੋਰਟ, ਉਹਨੂੰ ਸਾਹਮਣੇ ਰੱਖ ਕੇ ਆਪਾਂ ਜਿਹੜੇ ਖੇਤੀਬਾੜੀ ਮਾਹਿਰ ਹੈ ਜਾਂ ਇਕਨੋਮਿਕ ਨੇ ਜਿਹੜੇ, ਉਹਨਾਂ ਨੂੰ ਬੁਲਾ ਕੇ, ਉਹਨਾਂ ਦੀ ਕਮੇਟੀ ਬੁਲਾ ਕੇ ਇੱਕ ਵਧੀਆ ਬਿੱਲ ਬਣਾ ਲਓ। ਸਰਕਾਰ ਨੇ ਇਹ ਗੱਲ ਕਹਿ ਵੀ ਸੀ 1.5 ਸਾਲ ਕਹਿ ਰਹੀ ਕਿ ਸਰਕਾਰ ਨਹੀਂ ਇਹੀ ਕਹਿ ਰਹੀ ਹੈ ਵੀ ਕਹਿੰਦੀ ਹੈ ਰੱਦ ਨਹੀਂ ਹੋਣੇ ਹੈਗੇ, ਨਵੇਂ ਕਾਨੂੰਨ ਦੀ ਗੱਲ ਕਰਦੇ ਆ। ਸਰਕਾਰ ਕਹਿੰਦੀ ਹੈ ਵੀ 1.5 ਸਾਲ ਆਪਾਂ ਇਹਨੂੰ ਸਸਪੈਂਡ ਕਰ ਦਿੰਦੇ ਆ। ਵਧੀਆ ਕਮੇਟੀ ਬਣਾਓ, ਵਧੀਆ ਕਾਨੂੰਨ ਬਣਾਓ, ਆਪਾਂ ਨੂੰ ਪਾਸ ਕਰ ਦੇਂਗੇ। ਵਧੀਆ ਕਾਨੂੰਨ ਨਹੀਂ ਬਣਾ, ਸੰਸ਼ੋਧਨ ਦੀ ਗੱਲ ਕਰਦੇ ਹੋ, ਐਮੈਂਡਮੈਂਟ ਦੀ ਗੱਲ। ਚਲੋ ਡਾਕਟਰ ਸਾਹਿਬ ਮੈਂ ਸਵਾਲ ਲੈਣਾ, ਇੱਕ ਗੱਲ 'ਚ ਆਪਣੀ ਫਸ ਗਿਆ। ਇੱਕ ਪਾਸੇ ਕਹਿੰਦੇ ਵੀ ਅਕਾਲੀ ਦਲ ਨੇ ਬਿੱਲ ਬਣਾਏ, ਇੱਕ ਪਾਸੇ ਕਹਿੰਦੇ ਵੀ ਅਸੀਂ ਬਿੱਲ ਬੜੇ ਵਧੀਆ ਬਣਾਏ ਆ, ਅਸੀਂ ਸੰਸ਼ੋਧਿਤ ਕਰਨ ਨੂੰ ਤਿਆਰ ਹੈ। ਦੋ ਗੱਲਾਂ ਨਹੀਂ ਹੁੰਦੀਆਂ ਆਂਦੀਆਂ। ਜੇ ਅਕਾਲੀ ਦਲ ਨੇ ਬਣਾਇਆ, ਇੱਕ ਗੱਲ ਮੈਂ ਕਹਿਣਾ ਗੋਸ਼ਾ ਜੀ, ਇੱਕ ਗੱਲ ਕਹਿਣਾ, ਜਿਵੇਂ ਗਰਗ ਸਾਹਿਬ ਗੋਸ਼ਾ ਜੀ ਵੀ ਕਹਿ ਰਹੇ ਆ, ਇਲਜ਼ਾਮ ਜਿਹੜਾ ਕੈਪਟਨ ਸਾਹਿਬ ਤੇ ਵੀ ਲੱਗਦਾ ਵੀ ਜਿਹੜੀ ਪ੍ਰਧਾਨ ਮੰਤਰੀ ਵੱਲੋਂ ਬੈਠਕ ਕਮੇਟੀ ਬਣਾਈ ਗਈ ਸੀ, ਉਹਦੇ ਕੈਪਟਨ ਸਾਹਿਬ ਵੀ ਸੀ। ਇਲਜ਼ਾਮ ਅਕਾਲੀ ਦਲ ਤੇ ਵੀ ਇਹ ਲੱਗਦਾ ਵੀ ਜਦੋਂ ਬਿੱਲ ਪਾਸ ਹੋਇਆ ਉਦੋਂ ਮੰਤਰੀ ਸੀਗੇ, ਸਭ ਨੰਗੇ ਹੈ। ਦੇਖੋ ਗੱਲ ਫਿਰ ਮੈਂ ਕੀ ਕਹਿਣਾ ਪਿਆ, ਨੈਟ ਸ਼ੈਲ ਤੁਸੀਂ 2 ਘੰਟੇ ਬੁਲਾਓ, ਸਾਨੂੰ 2.5 ਘੰਟੇ ਬੁਲਾਓ। ਰਾਜਨੀਤਿਕ ਪਾਰਟੀਆਂ ਨੂੰ ਆਪਣੀ ਰਾਜਨੀਤੀ ਛੱਡ ਕੇ ਕਿਸਾਨਾਂ ਨੂੰ ਅੰਦੋਲਨ ਕਰਨ ਦਿਓ। ਮੇਰੀ ਬੇਨਤੀ ਹੈ ਸਾਰਿਆਂ ਨੂੰ, ਤੁਸੀਂ ਆਪਣੀ ਸਿਆਸਤ ਦਾ ਛੋਟਾ ਸਵਾਲ ਲਊਂਗਾ, ਛੋਟਾ ਸਵਾਲ ਲਊਂਗਾ। ਇੱਕ ਮਿੰਟ ਭਾਜੀ, ਤੁਸੀਂ ਛੋਟਾ ਬੜਾ ਵਧੀਆ ਗੱਲ ਕੀਤੀ ਆ ਵੀ ਇਸ ਤੋਂ ਪਹਿਲਾਂ ਕਾਨੂੰਨ ਜਿਹੜੇ ਸੀ ਸਹੀ ਸੀ। ਜਦੋਂ 2014 ਸਰਕਾਰ ਰਹੀ ਹੈ, ਲੋਕ ਕਹਿੰਦੇ ਸਾਨੂੰ ਅੱਛੇ ਦਿਨ ਨਹੀਂ ਚਾਹੀਦੇ, ਸਾਨੂੰ ਸਾਡੇ ਪੁਰਾਣੇ ਦਿਨ ਮੋੜ ਦਿਓ। ਉਹ ਚੰਗੇ ਸੀ, ਮਾੜੇ ਸੀ, ਅਸੀਂ ਠੀਕ ਸੀ। ਅੱਜ ਪੈਟਰੋਲ ਦੇ ਰੇਟ ਦੇਖ ਲਓ ਕੀ ਆ, ਰੇਲ ਗੱਡੀ ਤੇ ਉੱਤਰ ਰੇਲਵੇ ਨਹੀਂ, ਅਡਾਨੀ ਰੇਲਵੇ ਆ ਗਿਆ ਜੀ। ਕੀ ਇਹ ਅੱਛੇ ਦਿਨ ਨੇ? ਇਹ ਅੱਛੇ ਦਿਨ ਨੇ? ਮੇਰੇ ਕੋਲ ਵੀਡੀਓ ਦਿਖਾਣਾ, ਵੀਡੀਓ ਮੇਰੇ ਕੋਲ, ਮੈਂ ਤੁਹਾਨੂੰ ਗਰਗ ਸਾਹਿਬ ਵੀਡੀਓ ਦਿਖਾਣਾ, ਮੈਂ ਵੀਡੀਓ ਦਿਖਾਣਾ। ਰੇਲਵੇ ਨਹੀਂ ਲਿਖਿਆ ਨਾਲ। ਅਡਾਨੀ ਦਾ ਮਤਲਬ ਕੀ ਹੈ? ਅਡਾਨੀ ਕੱਲ ਉਹ ਬਹੁਤ ਸਾਰੀਆਂ ਪਹਿਲਾਂ ਵੀ ਨੇ, ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਪਹਿਲਾਂ ਲਿਖਦੀਆਂ ਨੇ। ਇਸ ਕਿਸਾਨ ਦੇ ਸੰਘਰਸ਼ ਦੇ ਵਿੱਚ ਇਹਨਾਂ ਨੇ ਡਾਕਾ ਕੀ ਮਾਰਿਆ, ਸੁਣ ਲਓ ਹੁਣ ਇਹ ਜਵਾਬ ਦੇਣਗੇ। ਜਿਹੜਾ ਬੜਾ ਵੱਡਾ ਇਹਨਾਂ ਦੇ ਸੁਸ਼ਮਾ ਸਵਰਾਜ ਜੀ, ਪੂਰੀ ਭਾਰਤੀ ਜਨਤਾ ਪਾਰਟੀ ਸਿਲੰਡਰਾਂ ਦੇ ਉੱਤੇ ਕਿੱਡਾ ਪ੍ਰੋਟੈਸਟ ਚੱਲਦਾ ਸੀ। 100 ਰੁਪਏ ਸਿਲੰਡਰ ਵੱਧ ਗਿਆ ਇੱਕ ਮਹੀਨੇ 'ਚ, ਡੀਜ਼ਲ ਪੈਟਰੋਲ 7-8 ਰੁਪਏ ਵੱਧ ਗਿਆ, ਸਮਝ ਗਏ? ਨਹੀਂ ਸੀ, ਮੈਂ ਤਾਂ ਆਪ ਕਿਸਾਨੀ ਅੰਦੋਲਨ ਨਾਲ ਤੁਰਿਆ ਫਿਰਦਾ ਹਾਂ। ਸਾਰੇ ਤੁਰੇ ਹੋਏ ਆ। ਸਟੀਲ ਦਾ ਰੇਟ ਅਸਮਾਨੀ ਛੂ ਗਿਆ। ਜੇ ਅੱਜ ਲੁਧਿਆਣੇ 'ਚ ਖੜੇ ਨਾ ਆਪਾਂ, ਜੇ ਸਾਈਕਲ ਇੰਡਸਟਰੀ ਚੱਲਣੀ, ਸਟੀਲ ਤੋਂ ਲੋਹੇ ਤੋਂ ਬਗੈਰ ਤਾਂ ਨਹੀਂ ਚੱਲਣੀ। ਉਹਦੀ 7-8 ਰੁਪਏ ਵਧਾਤਾ ਤੁਸੀਂ, 72 ਰੁਪਏ 73 ਰੁਪਏ ਪਹੁੰਚ ਗਿਆ। ਥੋੜਾ ਜਿਹਾ। ਅਰੇ ਉਸ ਵੇਲੇ ਕਿੰਨਾ ਸੀ? ਬੈਰਲ ਰੇਟ ਕੀ ਸੀ? ਬੈਰਲ ਰੇਟ ਕੀ ਸੀ? ਬੈਰਲ ਰੇਟ ਕੀ ਸੀ? ਗਰਗ ਸਾਹਿਬ ਬੈਰਲ ਰੇਟ ਕੀ ਸੀ ਉਸ ਟਾਈਮ? ਇਹਦੇ ਵਿੱਚ ਮੈਂ ਡੀਜ਼ਲ ਦੇ ਸਵਾਲ ਦੇ ਇੱਕ ਗੱਲ ਪੈਟਰੋਲ ਡੀਜ਼ਲ ਤੇ ਆਨਾ। ਦੇਖੋ ਮੈਂ ਨਿਊਟਰਲ ਬੰਦਾ, ਫਿਰ ਮੈਂ ਕਹਿੰਦਾ ਮੈਂ ਨਿਊਟਰਲ ਹੀ ਗੱਲ ਕਰਨੀ ਹੈ।
ਹੁਣ ਗੱਲ ਇਹ ਹੁੰਦੀ ਹੈ ਵੀ ਆ ਕਾਂਗਰਸ ਵਾਲੇ ਭਾਈ ਸਾਡੇ ਵੱਡੇ ਭਾਜੀ ਖੜੇ ਆ, ਉਧਰ ਸਾਡੇ ਅਕਾਲੀ ਦਲ ਵਾਲੇ ਖੜੇ ਆ। ਹੁਣ ਅਕਾਲੀ ਦਲ ਕੁਝ ਵੀ ਕਹਿ ਦਿੰਦਾ, ਪਹਿਲਾਂ 5 ਸਾਲ ਜਿਹੜੀ ਸਰਕਾਰ ਚੱਲੀ ਆ ਉਹ ਐਨਡੀਏ ਦੇ ਚ ਇਹਨਾਂ ਦੇ ਨਾਲ ਚੱਲੀ ਆ, ਉਦੋਂ ਇਹ ਸਵਾਲ ਨਹੀਂ ਉੱਠਦਾ ਸੀ। ਹੁਣ ਜੇ ਗੱਲ ਕਰੀਏ ਜੇ ਪੈਟਰੋਲ ਤੇ ਡੀਜ਼ਲ ਦੀ ਰੇਟ ਦੀ, ਤੇ ਤੁਹਾਨੂੰ ਪਤਾ ਵੀ ਸਟੇਟ ਦੇ ਟੈਕਸ ਕਿੰਨੇ ਨੇ ਉਹਦੇ ਵਿੱਚ? ਤੁਹਾਨੂੰ ਪਤਾ ਕਿਉਂ ਕੈਪਟਨ ਸਾਹਿਬ ਟੈਕਸ ਨਹੀਂ ਢਾਉਂਦੇ? ਕੈਪਟਨ ਸਾਹਿਬ ਕਿਉਂ ਟੈਕਸ ਨਹੀਂ ਢਾਉਂਦੇ? ਕੈਪਟਨ ਸਾਹਿਬ ਦਾ ਆਪਣਾ 27 ਰੁਪਏ ਲੀਟਰ ਦਾ ਟੈਕਸ ਵਿੱਚ ਪਾ ਕੇ ਬੈਠੇ, ਕਿਉਂ ਨਹੀਂ? ਜਿਹੜਾ ਸਿਲੰਡਰ 100 ਰੁਪਏ ਵਧਿਆ, ਮੈਂ ਸਾਰਿਆਂ ਨੂੰ ਕਹਿੰਦਾ ਇੱਕ ਚੀਜ਼ ਆਈ ਹੈ, ਸਰਕਾਰਾਂ ਨੇ ਇੱਕ ਬਹੁਤ ਵੱਡੀ ਗੱਲ ਆਈ ਹੈ, ਕਰੋਨਾ ਨਹੀਂ ਕਰੋਨਾ ਔਰ ਇਹ ਮੂਵਮੈਂਟਾਂ ਔਰ ਕੁਝ ਮੂਵਮੈਂਟਾਂ ਪਹਿਲਾਂ ਚੱਲੀਆਂ 2-4 ਮਹੀਨੇ ਪਹਿਲਾਂ ਮੈਂ ਜ਼ਿਕਰ ਕੀਤਾ, ਇਹ ਸਾਰਿਆਂ ਦੇ ਵਿੱਚ ਜਿਹੜੇ ਹੱਕ ਹਕੂਕ ਸੀਗੇ ਆਮ ਜਨਤਾ ਦੇ, ਸਰਕਾਰ ਨੇ ਉਹਨਾਂ ਤੇ ਡਾਕਾ ਮਾਰਿਆ, ਰੇਟ ਵਧਾਏ ਆ। ਜਿਹੜੇ ਟੈਕਸਿਸ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਅਸੀਂ 10% ਦਾ ਗੈਪ ਰੱਖਦੇ ਸੀ ਸੈਂਟਰ ਵੱਲੋਂ ਕਿ ਚਲੋ ਉਸ ਟਾਈਮ ਹੋਏ ਤਾਂ ਲੋਕਾਂ ਨੂੰ ਰਿਬੇਟ ਦੇਣ ਲਈ 2% ਕੱਟ ਲੈਸ ਕਰ ਦਿਆਂਗੇ, ਜੇ ਲੋੜ ਪਈ ਤਾਂ 4% ਵਧਾ ਦਾਂਗੇ। ਜਿਹੜੇ ਕਰੋਨਾ ਕਾਲ ਦੇ ਵਿੱਚ ਇਹਦੀ ਖਪਤ ਹੈ ਨਹੀਂ ਸੀ, ਕੁਛ ਨਹੀਂ ਸੀ, ਉਦੋਂ 10% ਦਾ ਜਿਹੜਾ ਫਰਕ ਸੀ ਉਹ ਖਤਮ ਕਰਤਾ ਸਰਕਾਰ ਨੇ, ਵਧਾਤਾ ਟੈਕਸ। ਹੋਰ ਇਹ ਪਹਿਲੀ ਵਾਰੀ ਹੋਇਆ ਇਤਿਹਾਸ 'ਚ। ਅੱਜ ਇੱਕ ਗੱਲ ਬਿਲਕੁਲ ਜ਼ਿੰਮੇਵਾਰੀ ਨਾਲ ਕਹਿ ਸਕਦੇ ਹਾਂ ਅਸੀਂ ਕਿ ਜਿਹੜੇ ਪੀਰੀਅਡ ਅੱਜ ਚੱਲੇ ਨੇ, ਚਾਹੇ ਉਹ ਮਹਾਮਾਰੀ ਦਾ ਸੀ, ਚਾਹੇ ਕਿਸਾਨੀ ਦਾ, ਜਾਂ ਇਹਦੇ ਨਾਲੋਂ ਪਹਿਲਾਂ ਜਿਹੜਾ ਅੰਦੋਲਨ ਚੱਲਿਆ, ਉਹਦੇ ਵਿੱਚ ਜਿਹੜੇ ਆਮ ਲੋਕਾਂ ਨੂੰ 60-70 ਸਾਲ ਦੇ ਵਿੱਚ ਹੱਕ ਹਕੂਕ ਦਿੱਤੇ ਸੀਗੇ, ਉਹਨਾਂ ਦੇ ਇਹ ਸਰਕਾਰ ਨੇ। ਸਵਾਲ ਹੈ ਸਟੇਟ ਗਵਰਨਮੈਂਟ ਨੇ ਵੀ ਆਪਣਾ ਟੈਕਸ ਕਿਉਂ ਨਹੀਂ ਘਟਾਉਂਦੀ ਹੈਗੀ? 27-28 ਰੁਪਏ ਹੁਣ ਬੇਨਤੀ ਸੁਣ ਲਓ, ਹੁਣ ਬੇਨਤੀ ਸੁਣ ਲਓ, ਹਰ ਬੰਦਾ ਨਾ ਜਿੱਦਾਂ ਚੋਚੋ ਉਹਦਾ ਚੋਚੋ ਦੇ ਬੱਚੇ, ਜਿੱਦਾਂ ਚੋਚੋ ਉਹਦਾ ਹੀ ਚੋਚੋ ਦੇ ਬੱਚੇ। ਅੱਜ ਪੰਜਾਬ ਦੇ ਵਿੱਚ ਜਿਹੜਾ ਸੈਂਟਰ ਨੇ ਦੇਣਾ, ਚਾਹੇ GST ਸੀ ਜਾਂ ਜੋ ਹੈ, ਉਹ ਤਾਂ ਸਾਨੂੰ ਦੇ ਨਹੀਂ ਰਹੇ ਸੀ। ਹੈ GST ਸੈਂਟਰ ਇੱਕ ਗੱਲ ਦੱਸੋ ਮਹਿਤਾ ਸਾਹਿਬ, GST 18% ਹੈ ਕਿਸ ਚੀਜ਼ ਤੇ, 9% ਸਟੇਟ ਦਾ, 9% ਸੈਂਟਰ ਦਾ, ਉਹ ਸਰਕਾਰ ਨੂੰ ਥੋੜੀ ਦੇਣਾ। ਸਰਕਾਰ ਨੇ ਸਰਕਾਰ ਉਹਦਾ ਸਾਡੇ ਵਪਾਰੀਆਂ ਦਾ, ਉਹਦਾ ਵਾਪਸ ਉਹਦੇ ਨਾਲ ਡਿਵੈਲਪਮੈਂਟ ਹੈ ਥੋੜੀ। ਇੱਕ ਮਿੰਟ ਸਾਹਿਬ ਘੁੰਮ ਕੇ ਦੁਬਾਰਾ ਵਾਪਸ ਇੱਥੇ ਇਹਨਾਂ ਸਟੇਟ ਦੇ ਥਰੂ ਆਣਾ ਨਾ, ਨਹੀਂ ਨਾ ਪਤਾ ਅੱਜ ਇਹ ਚੀਜ਼ਾਂ ਉਹ ਮਾਈ ਡੀਅਰ ਕਈ ਚੀਜ਼ਾਂ ਨਾ ਕਈ ਉਹ ਦੇਖੋ ਅੱਜ ਕਿਸਾਨੀ 'ਚ ਵੀ ਕੀ ਰੋਲਾ ਪਾਇਆ। ਦੇਖੋ ਕਿਸਾਨਾਂ ਨੇ ਦੇਖੋ ਕਿਸਾਨੀ 'ਚ ਵੀ ਕੀ ਰੋਲਾ ਹੈ। ਕਈ ਟੈਕਸਿਸ ਇਦਾਂ ਦੇ ਸੀਗੇ ਜਿੱਤੇ ਕੇਂਦਰ ਨੇ ਲਿਖਤਾ ਕਿ ਆਹ ਟੈਕਸ ਤੁਸੀਂ ਲੈਂਦੇ ਹੋ ਤੇ ਇਹਦਾ ਕੀ ਕਰਦੇ ਹੋ। ਇਹ ਜਿਸਲੇ ਆਹ ਰੋਲੇ ਪੈਂਦੇ ਆ ਨਾ ਕਿ ਸੈਂਟਰ ਦੂਜੀ ਸਰਕਾਰ ਦੀ ਹੋ ਜਾਂਦੀ ਹੈ ਜਾਂ ਦੂਜੀ ਸਰਕਾਰ ਦੀ ਹੋ ਜਾਂਦੀ ਹੈ, ਇਹ ਰੋਲੇ ਆਉਂਦੇ ਨੇ ਅੱਜ। ਲੇਕਿਨ ਜੇ ਦੇਖਿਆ ਜਾਵੇ ਇਨਸਾਨੀਅਤ ਤੌਰ ਤੇ, ਲੋਕਤੰਤਰੀ ਤੌਰ ਤੇ ਜਿਹੜੀਆਂ ਪਾਰਟੀਆਂ ਕੋਈ ਵੀ ਹੈ, ਕਿ ਇਹ ਪੀਰੀਅਡ ਦੇ ਵਿੱਚ ਡਾਕੇ ਪਏ ਨੇ, ਮੋٹے ਡਾਕੇ ਪਏ ਨੇ। ਰੇਲਵੇ ਦਾ ਜਿਹੜਾ ਨਿੱਜੀਕਰਨ ਦੇ ਸੀਗਾ, ਉਹਦੇ ਵਿੱਚ ਤੁਸੀਂ ਦੇਖ ਲਿਓ, ਤੁਸੀਂ ਜਿਹੜੀ ਸਪੈਸ਼ਲਾਂ ਟ੍ਰੇਨਾਂ ਚੱਲੀਆਂ, ਜੇ ਤੁਸੀਂ ਸੀਨੀਅਰ ਸਿਟੀਜ਼ਨ ਦੀ ਕੋਈ ਬੁਕਿੰਗ ਕਰਾਉਂਦੇ ਹੋ ਨਾ, ਉਹ 'ਚ ਰਿਬੇਟ ਨਹੀਂ ਮਿਲਦੀ, ਹੈਂਡੀਕੈਪਡ ਦੀ ਤੁਹਾਨੂੰ ਰਿਬੇਟ ਨਹੀਂ ਮਿਲ ਰਹੀ। ਜਿੰਨੀਆਂ ਹੋਈਆਂ ਉਹਨੂੰ ਚੈੱਕ ਕਰ ਲਿਓ, ਇਹ ਤੁਹਾਨੂੰ ਸੈਕਿੰਡ ਹੋ ਜੂਗੀ ਕਿ ਨਹੀਂ ਮਿਲ ਰਹੀਆਂ। ਜਿਹੜੀਆਂ ਸਰਕਾਰੀ ਸੀਗੀਆਂ ਉਹਨਾਂ 'ਚ ਮਿਲਦੀ ਸੀ, ਉਹਨਾਂ 'ਚ ਅੱਜ ਵੀ ਮਿਲਦੀ ਹੈ। ਚਲੋ ਆਪਾਂ ਮੁੱਦੇ ਤੋਂ ਭੱਜ ਗਏ, ਆਪਾਂ ਦੁਬਾਰਾ ਮੁੱਦੇ। ਮੈਂ ਇਹਦੀ ਗੱਲ ਦਾ ਇੱਕ ਜਵਾਬ ਦੇਣਾ ਚਾਹੁੰਦਾ। IMF ਜਿਹੜੇ IMF ਹੈ ਨਾ ਵਰਲਡ ਦੀ, ਉੱਥੋਂ ਫੰਡ ਲਏ ਹੋਏ ਆ, ਕੱਲੀ ਇੱਕ ਸਰਕਾਰ ਨੇ ਨਹੀਂ ਲਏ, ਸਾਰੀਆਂ ਸਰਕਾਰਾਂ ਨੇ ਲਏ ਹੋਏ ਆ। ਇਹ ਪਲੈਨਿੰਗ ਕਰਕੇ ਸਬਸਿਡੀਆਂ ਬੰਦ ਕੀਤੀਆਂ ਜਾ ਰਹੀਆਂ। ਇਹ ਰੋਲਾ ਪਾਈ ਜਾਣ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਇਹ ਪੂਰੀ ਪਲੈਨਿੰਗ ਨਾਲ ਕੰਮ ਚੱਲ ਰਿਹਾ। ਜਿਹੜੀ ਮਰਜ਼ੀ ਪ੍ਰਧਾਨ ਮੰਤਰੀ ਆਵੇ ਉਹਨੇ ਇਹੀ ਕੁਝ ਕਰਨਾ। ਪਰ ਅੱਜ ਜ਼ਰੂਰਤ ਖੜਾ ਕਰਨ ਦੀ ਸੀ। ਸਾਨੂੰ ਤਾਂ ਉਮੀਦ ਸੀ, ਮੋਦੀ ਸਾਹਿਬ ਦੇ ਨਾਮ ਤੇ ਉਮੀਦ ਸੀ ਵੀ ਮੋਦੀ ਸਾਹਿਬ ਕੁਝ ਅਲੱਗ ਕਰਨਗੇ। GST ਲਾਇਆ, ਵਪਾਰੀ ਰੋਂਦੇ ਪਿੱਟਦੇ ਰਹੇ, ਪਰ ਫਿਰ ਵੀ ਸਹਿ ਲਿਆ। ਨੋਟਬੰਦੀ ਹੋਈ, ਰੋ ਪਈਆਂ, ਸਾਡੀਆਂ ਮਾਵਾਂ ਵੀ ਰੋ ਪਈਆਂ ਘਰ ਦੇ ਵਿੱਚ, ਉਹਨਾਂ ਨੇ ਪੈਸੇ ਕੱਢ ਲਏ, ਤਾਂ ਵੀ ਸਾਨੂੰ ਲੱਗਿਆ ਵੀ ਸ਼ਾਇਦ ਪਤਾ ਨਹੀਂ ਕੁਝ ਹੋਰ ਨਿਕਲ ਗਿਆ ਹੋਊਗਾ। ਪਰ ਜਦੋਂ ਕੁਝ ਨਹੀਂ ਨਿਕਲਿਆ, ਫਿਰ ਘੱਟੋ ਘੱਟ ਕਿਸਾਨਾਂ ਨੂੰ ਤਾਂ ਨਾ ਮਾਰੋ। ਇੱਕ ਕੀਤਾ 4.2 ਜਿਹਦੀ ਅੱਪ ਗਈ ਹੈ ਗਰੋਥ, ਬਾਕੀ ਸਾਰੇ ਡਾਊਨ ਗਏ ਕਰੋਨਾ ਕਾਲ 'ਚ। ਸਿਰਫ ਉਹਨਾਂ ਨੇ ਜਦੋਂ ਦੇਖਿਆ ਵੀ ਸਾਰਾ, ਹੁਣ ਉਹ ਪਿੱਛੋਂ ਪਲੈਨਿੰਗ ਕਰਦੇ ਆ ਰਹੇ ਸੀ, ਉਹ ਕਹਿੰਦੇ ਹੁਣ ਇਹਨੂੰ ਫੂਡ ਨੂੰ ਚੱਕ ਲਓ। ਜਦੋਂ ਆਪਾਂ ਫੂਡ ਨੂੰ ਚੱਕ ਲਾਂਗੇ, ਅੱਜ ਆਪਾਂ ਮੈਂ ਫਿਰ ਦੇਖਿਆ ਦੇਣਾ ਰਿਲਾਇੰਸ 'ਤੇ ਚੱਲ ਜਾਓ, ਜਿਹੜੇ ਉਹਨਾਂ ਦੇ ਰਿਲਾਇੰਸ ਫਰੈਸ਼ ਹੈਗੇ ਆ, ਪਹਿਲਾਂ ਦੁਕਾਨਦਾਰਾਂ ਨਾਲੋਂ ਸਸਤੀਆਂ ਚੀਜ਼ਾਂ ਦਿੱਤੀਆਂ ਸਾਰਿਆਂ ਨੇ, ਕਾਰਡ ਬਣਾ ਲਏ, ਬੰਨੇ ਗਏ, ਆਪਣੇ GST ਨੰਬਰ ਵੀ ਦੇਤੇ, ਸਭ ਕੁਝ ਦੇਤਾ, ਵੈਟ ਨੰਬਰ, ਪਹਿਲਾਂ ਵੈਟ ਚੱਲੇ ਫਿਰ GST ਚੱਲੇ, ਸਭ ਕੁਝ ਦੇਤਾ। ਹੁਣ ਦੁਕਾਨਦਾਰ ਮਰ ਗਏ ਤੇ ਸਟੋਰ ਤਰ ਗਏ। ਅੱਜ ਆਪਾਂ ਇਹ ਹੁਣ ਆਪਾਂ ਰੋਲਾ ਪਾ ਦਿੰਦੇ ਰਿਲਾਇੰਸ ਪੰਪ ਬੰਦ ਕਰਾਓ। ਮੈਂ ਤੁਹਾਨੂੰ ਅੱਜ ਦੀ ਡੇਟ 'ਚ 100 ਤੋਂ ਉੱਤੇ ਮਾਰ ਕੇ ਦੇ ਦੇਣਾ ਜਿਹੜੇ ਇਹਨਾਂ ਦੇ ਰਿਲਾਇੰਸ ਵਾਲਿਆਂ ਨੇ ਖਰੀਦੇ ਹੋਏ ਆ, ਅਡਾਨੀ ਅੰਬਾਨੀ ਨੇ। ਅਸੀਂ ਇਹ ਬਾਰ-ਬਾਰ ਕਹਿੰਦੇ ਵੀ ਅਡਾਨੀ ਅੰਬਾਨੀ ਨੂੰ ਕਿਉਂ ਘੇਰਦੇ? ਅਡਾਨੀ ਅੰਬਾਨੀ ਨੇ ਘੱਟੋ ਘੱਟ ਮਾਈਕਲ ਕੋਰਸੇ ਵਰਗੇ, ਗੁੱਚੀ, ਉਹ ਜਿੰਮੀ ਚੂ ਦੀ ਜੁੱਤੀ ਜਿਹੜੀ ਕਹਿੰਦੇ ਆਪਾਂ ਬਾਹਰੋਂ ਆਉਂਦੀ, ਉਹ ਵੀ ਉਹਨਾਂ ਦੀ ਹੈ। ਮੈਂ ਤਾਂ ਹੈਰਾਨ, ਮਾਈਕਲ ਕੋਰਸੇ, ਤੁਸੀਂ ਦੇਖੋ ਮਾਰਕ ਐਂਡ ਸਪੈਂਸਰ, ਜਿਹੜੇ ਮਾਰਕੇ ਆਪਾਂ ਸਮਝਦੇ ਬੜੇ ਵੱਡੇ ਮਾਰਕੇ, ਉਹ ਇਹਨਾਂ ਨੇ ਕੈਪਚਰ ਇੰਗਲੈਂਡ ਤੋਂ, ਕਿਤੇ US ਤੋਂ ਕੀਤੇ। ਅੱਜ ਮੈਂ ਤਾਂ ਦੇਖੋ ਗੱਲਾਂ ਹੁਣ ਸਮਾਪਤੀ ਤੁਸੀਂ ਕਰਨੀ ਆ। ਮੈਂ ਇੱਕ ਗੱਲ ਕਹਿ ਦਿੰਦਾ, ਸਾਡੇ ਦੇਸ਼ ਨੂੰ ਬਖਸ਼ ਦਿਓ, ਸਾਡੇ ਧਰਮਾਂ ਦੇ ਨੂੰ ਲੋਕਾਂ ਨੂੰ ਬਖਸ਼ ਦਿਓ। ਸਾਡੇ ਧਰਮ ਦੇ ਵਿੱਚ ਕੋਈ ਲੜਾਈ ਨਹੀਂ ਹੈ, ਕੋਈ ਹਿੰਦੂ ਨੂੰ ਸਾਡੇ ਨਾਲ ਪ੍ਰੋਬਲਮ ਨਹੀਂ, ਕੋਈ ਸਿੱਖ ਨਹੀਂ। ਅੱਧੇ ਪਰਿਵਾਰ ਹਿੰਦੂਆਂ 'ਚ, ਅੱਧੇ ਸਿੱਖਾਂ 'ਚ ਹੈ। ਸਾਡੇ ਤਾਂ ਇੱਕ ਘੁੰਮ ਜਾਂਦਾ, ਜਦੋਂ ਆਪਾਂ ਸ਼ਹਿਰ ਦੇ ਵਿੱਚ ਰਹਿੰਦੇ, ਸਾਡੇ ਤਾਂ ਪਰਿਵਾਰਾਂ ਦੇ ਹਿੰਦੂ ਸਿੱਖ ਇਕੱਠੇ ਹੋ ਜਾਂਦੇ ਆ।
ਅੱਜ ਕੋਈ ਹਿੰਦੂ ਸਿੱਖ ਦੀ ਲੜਾਈ ਨਹੀਂ ਹੈ, ਸਿਰਫ ਇੱਕ ਛੋਟੀ ਜੀ ਗੱਲ ਹੈ। ਆ ਗਰਗ ਸਾਹਿਬ ਦੀ ਪਤਾ ਨਹੀਂ ਆਵਾਜ਼ ਇਹਨਾਂ ਦੀ, ਮੈਨੂੰ ਨਹੀਂ ਲੱਗਦਾ ਇਹਨਾਂ ਦੀ ਉੱਥੇ ਤੱਕ ਪਹੁੰਚੂਗੀ, ਪਰ ਇਹ ਇਨਸਾਨ ਵਧੀਆ, ਇਹਨਾਂ ਦੇ ਰਾਹੀਂ ਆਪਣੇ ਕਿਸੇ ਲੀਡਰ ਤੱਕ ਬੱਜ ਪਹੁੰਚਾ ਦਿਓ ਵੀ ਭਾਈ ਦੇਸ਼ ਜੇ ਅੱਜ ਆਪਾਂ ਕਿਸੇ ਲੜਾਈ 'ਚ ਪੈ ਜਾਂਦੇ ਆ, ਜੇ ਦੇਸ਼ ਅੱਜ ਫਿਰ ਦੁਬਾਰਾ ਉਹੀ ਦੰਗਿਆਂ ਵੱਲ ਪਹੁੰਚ ਜਾਂਦਾ ਤੇ ਦੇਸ਼ ਹੀ ਪਿੱਛੇ ਹੋਣਾ ਨਾ, ਪਿੱਛੇ ਹੀ ਹੋਣਾ ਨਾ। ਜੇ ਉਹਨਾਂ ਨੇ ਗਲਤੀ ਕਰ ਲਈ, ਜੇ ਕਾਂਗਰਸ ਨੇ ਪਹਿਲਾਂ ਗਲਤੀ ਕਰ ਲਈ, ਫਿਰ ਆਪਾਂ ਗਲਤੀ ਕਰਕੇ ਆਪਾਂ ਬਰਾਬਰ ਕਰਨਾ, ਇਹ ਬਰਾਬਰ ਨਾ ਕਰੋ, ਆਪਾਂ ਬਰਾਬਰ ਨਾ ਕਰੋ। ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ, ਇਹ ਕਹਿੰਦੇ ਜੀ ਸਾਨੂੰ ਪੁਰਾਣੇ ਦਿਨ ਲੌਟਾ ਦਿਓ। ਇਹਦਾ ਮਤਲਬ ਤਾਂ ਇਹ ਕਹਿੰਦੇ ਨੇ ਵੀ ਪੁਰਾਣਾ ਜਿਹੜਾ ਕਿਸਾਨ ਦਾ ਜਿਹੜਾ ਸੀਗਾ ਚੱਲਦਾ ਆ ਰਿਹਾ ਢਾਂਚਾ 70 ਸਾਲਾਂ ਦਾ, ਉਹ ਵਧੀਆ ਸੀ। ਇਹ ਗੱਲ ਕਹਿਣ ਵਧੀਆ ਨਹੀਂ ਸੀਗਾ ਉਹ, ਵਧੀਆ ਨਹੀਂ ਸੀ। ਸਾਡਾ ਕੱਲ ਪਤਾ ਕੀ ਹੋਇਆ, ਅਸਮਾਨ ਸੇ ਗਿਰੇ ਖਜੂਰ ਪੇ ਅਟਕੇ, ਅਸੀਂ ਤਾਂ ਉੱਥੋਂ ਵੀ ਮਰਦੇ ਸੀ, ਇੱਥੋਂ ਵੀ ਮਰਦੇ ਸੀਗੇ, ਅਸੀਂ ਇਹਨਾਂ ਨੂੰ ਮਾਰਨਾ ਜ਼ਰੂਰ ਹੈ। ਜਿੱਥੇ ਖੜੇ ਆ ਉੱਥੇ ਖੜੇ ਰਹਿਣ ਦਿਓ, ਉਹ ਕਹਿੰਦੇ ਜਿੱਥੇ ਖੜੇ ਉਹਨੂੰ ਖੜੇ ਰਹਿਣ ਦਿਓ, ਸਾਨੂੰ ਹੋਰ ਬਰਬਾਦ ਨਾ ਕਰੋ। ਪੁਰਾਣਾ ਕਾਨੂੰਨ ਵਧੀਆ ਸੀ, ਜਿੱਥੇ ਅਸੀਂ ਖੜੇ ਸਾਨੂੰ ਖੜੇ ਰਹਿਣ, ਸਾਨੂੰ ਹੋਰ ਬਰਬਾਦ ਨਾ ਕਰੋ। ਕਹਿੰਦੇ ਪਏ ਸਾਡੇ ਲਈ ਪੁਰਾਣਾ ਵਧੀਆ ਸੀ ਤੇ ਸਰਕਾਰ ਨੂੰ ਦੇਖਣਾ ਚਾਹੁੰਦੇ ਪਏ ਯਾਰ, ਉਹ ਕਹਿੰਦੇ ਵਧੀਆ ਸੀ ਤਾਂ ਪਹਿਲਾਂ ਕਿਸਾਨ ਆਤਮ ਸ਼ਮਸ਼ਾਨਗੜ੍ਹ, ਇੱਕ ਛੋਟੀ ਜਿਹੀ ਸਟੋਰੀ ਹੈ, ਸ਼ਮਸ਼ਾਨਗੜ੍ਹ 'ਚ ਇੱਕ ਬੰਦਾ ਨਾ ਮਰਦਾ ਆਤਮ ਹੁੰਦਾ। ਹੱਤਿਆ ਕਿਉਂ ਕਰਦੇ ਸੀ ਕਿਸਾਨ? ਜੇ ਪੁਰਾਣਾ ਬਿੱਲ ਵਧੀਆ ਸੀ, ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਹਰ ਕੋਈ ਕਹਿੰਦਾ ਲਾਗੂ ਕਰੋ। ਚਲੋ ਗਰਗ ਸਾਹਿਬ ਸਰਕਾਰ ਲਿਖ ਕੇ ਦਊਗੀ ਵੀ ਇਹ ਕਾਨੂੰਨ ਕਰਨ ਤੋਂ ਬਾਅਦ ਕੋਈ ਕਿਸਾਨ ਆਤਮ ਹੱਤਿਆ ਨਹੀਂ ਕਰਨਾ। ਹੱਲ ਦੱਸ ਦੇਣਾ। ਸ਼ਮਸ਼ਾਨਗੜ੍ਹ 'ਚ ਨਾ ਇੱਕ ਬੰਦਾ ਰੂਲ ਕਰਦਾ ਸੀਗਾ, ਬੰਦੇ ਆਉਂਦੇ ਸੀ, 50 ਰੁਪਏ ਫੀਸ ਰੱਖੀ ਹੋਈ ਸੀ, ਉਹ ਮਰਨ ਲੱਗਾ, ਕਹਿੰਦਾ ਪੁੱਤ ਮੈਨੂੰ ਬੜੀਆਂ ਲੋਕਾਂ ਨੇ ਗਾਲਾਂ ਕੱਢੀਆਂ ਤੇ ਤੂੰ ਇਹੋ ਜਿਹਾ ਕੰਮ ਕਰੀ, ਮੈਨੂੰ ਕੋਈ ਚੰਗਾ ਕਹਿਣ, ਕਹਿੰਦਾ ਪੁੱਤ ਬਾਪੂ ਨੂੰ ਕਹਿੰਦਾ ਕੋਈ ਨਹੀਂ ਬਾਪੂ ਤੂੰ ਮਰ, ਟੈਨਸ਼ਨ ਨਾਲ ਤੈਨੂੰ ਇੱਜ਼ਤ ਕਰਨਗੇ। ਅਗਲੇ ਦਿਨ 100 ਰੁਪਏ ਫੀਸ ਕਰਤੀ। ਉਹ ਭੈਣ ਚੋ ਲੋਕੀ ਕਹਿੰਦੇ ਬਾਪੂ ਬੜਾ ਚੰਗਾ ਸੀਗਾ, ਸਾਡੇ ਨਾਲ ਤਾਂ ਉਹ ਕੰਮ ਹੋਇਆ, ਅਸੀਂ ਤਾਂ ਪਹਿਲੇ ਦਿਨ ਮੰਗਣ ਲੱਪੇ, ਅਸੀਂ ਤਾਂ ਪਹਿਲਾਂ ਵੀ ਮਰਦੇ ਸੀ। ਉਹ ਕਹਿੰਦੇ ਕਾਨੂੰਨ ਵਧੀਆ ਨਹੀਂ ਸੀਗੇ ਪਿਛਲੇ, ਪਰ ਜਿੱਥੇ ਖੜੇ ਸਾਨੂੰ ਉੱਥੇ ਖੜੇ ਰਹਿਣ, ਸਾਨੂੰ ਹੋਰ ਬਰਬਾਦ ਨਾ ਕਰੋ। ਇਹ ਕਾਰਨ ਹੈ ਵੀ ਬਰਬਾਦ ਹੋਰ ਨਾ ਕਰੋ, ਜਿੱਥੇ ਖੜੇ ਰਹਿਣ ਦਿਓ। ਕਹਿੰਦੇ ਆ ਵੀ ਆਪਾਂ ਤੁਸੀਂ ਦੱਸ ਦਿਓ ਕੀ ਕਾਨੂੰਨ ਵਧੀਆ, ਠੀਕ ਕਰੋ, ਵਧੀਆ ਤਾਂ ਦੱਸ ਦਿਓ ਕੁਛ। ਜਿਹੜੇ ਜਥੇਬੰਦੀਆਂ ਉਹ ਦੱਸੀਆਂ ਹੀ ਪਈਆਂ, ਉਹਨਾਂ ਦੀ ਗੱਲ ਕਿਉਂ ਨਹੀਂ ਕੀ 11 ਮੀਟਿੰਗਾਂ 'ਚ ਜਥੇਬੰਦੀਆਂ ਚਾਹ ਪੀ ਕੇ ਆ ਗਈਆਂ, ਉਹਨਾਂ ਨੇ ਦੱਸਿਆ ਹੀ ਹੈ ਕੁਝ ਨਾ ਕੁਝ, ਸਰਕਾਰ ਨਹੀਂ ਮੰਨਦੀ ਪਈ। ਇਹਨਾਂ ਦਾ ਆਰਟੀਕਲ 6 ਹੈ, ਦੇਖੋ ਇਹਨਾਂ ਨੂੰ ਬਿੱਲ ਦਾ ਨਾਮ ਵੀ ਨਹੀਂ ਪਤਾ ਹੋਣਾ। ਮੈਂ ਤਾਂ ਲਾਸਟ ਬਿੱਲ ਦੱਸ ਦੇਣਾ, ਇੱਕ ਮਿੰਟ। ਕਾਨੂੰਨੀ ਸੋਧ ਬਿੱਲ ਹੈਗਾ, ਇੱਕ ਜ਼ਰੂਰੀ ਵਸਤੂਆਂ ਸੋਧ ਬਿੱਲ ਹੈਗਾ, ਲਾਸਟ ਬਿੱਲ ਹੈ। ਤੁਸੀਂ ਪਤਾ ਜਮਾਖੋਰੀ ਤੇ ਪਾਬੰਦੀ ਸੀ, ਇਹਨਾਂ ਨੇ ਜਮਾਖੋਰੀ ਚੱਕਤੀ। ਇਹ ਚੰਗਾ, ਇਹ ਤਾਂ ਸ਼ਹਿਰੀ ਮਰ ਗਏ ਇਹਦੇ ਵਿੱਚ। ਅਸੀਂ ਜੇ ਜਮਾਖੋਰੀ ਹੋ ਗਈ, ਜੇ ਜਮਾਈਖੋਰੀ ਹੋ ਗਈ ਫਿਰ ਮਰ ਗਏ। ਇਹ ਕਾਦੇ ਬਿੱਲ ਚੰਗੇ ਆ ਯਾਰ, ਕਿਸੇ ਵਾਸਤੇ ਚੰਗੇ ਨਹੀਂ ਬਿੱਲ। ਹੁਣ ਸਵਾਲ ਤਾਂ ਯੈਸ ਨੋ ਦਾ ਵੀ ਰੱਦ ਕਰਨੇ ਕਿ ਨਹੀਂ ਕਰਨੇ, ਸਵਾਲ ਆ। ਅੱਛਾ ਚਲੋ, ਇਹਨਾਂ ਨੇ ਮੇਰੇ ਤੋਂ ਹੁਣ ਸਵਾਲ ਕੀਤਾ ਵੀ ਸ਼ਾਇਦ ਤਿੰਨੇ ਬਿੱਲਾਂ ਦਾ ਨਾਂ ਨਹੀਂ ਪਤਾ। ਉਹ ਤੁਸੀਂ ਮੋਬਾਈਲ ਤੋਂ ਨੇ ਪੜਿਆ ਤਾਂ ਹੈਗਾ। ਨੋ ਆ ਲੋ, ਏਦਾਂ ਕਰੋ, ਇਹਨੂੰ ਚੈੱਕ ਕਰ ਲਓ। ਚਲ ਪਤਾ, ਫਿਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵਿੱਚ ਕਿੰਨੀਆਂ ਮਾੜੀ ਚੀਜ਼ਾਂ। ਜਮਾਖੋਰੀ ਚੀਜ਼ ਠੀਕ ਹੈ ਕਿਹੜੀ? ਜੇ ਤੁਹਾਨੂੰ ਪਤਾ ਜਮਾਖੋਰੀ ਠੀਕ ਹੈ, ਨਹੀਂ ਜਮਾਖੋਰੀ ਹੋਣੀ ਚਾਹੀਦੀ, ਤੁਸੀਂ ਮੰਨਦੇ ਹੋ? ਮੇਰੀ ਸੁਣੋ, ਸੁਣ ਲਓ, ਜਮਾਖੋਰੀ ਨਾ ਮੰਗਾਈ ਵਧਣੀ। ਮੈਂ ਤੁਹਾਨੂੰ ਠੀਕ ਹੈ, ਤੁਸੀਂ ਇਹ ਪਹਿਲਾਂ ਐਗਰੀ ਕਰੋ, ਠੀਕ ਹੈ? ਮੈਨੂੰ ਜਵਾਬ ਤਾਂ ਦੇਣ ਦਿਓ। ਪਹਿਲਾਂ ਇਹ ਦੱਸੋ ਜਮਾਖੋਰੀ ਠੀਕ ਹੈ? ਕਿਹੜੀ ਜਮਾਖੋਰੀ ਠੀਕ ਹੈ? ਜਮਾਖੋਰੀ ਗੱਲ ਸੁਣ ਲਓ। ਜਦੋਂ ਤਾਂ ਜਮਾਖੋਰੀ ਤੇ ਹੁੰਦੀ ਹੈ ਪਾਬੰਦੀ, ਹਾਂ, ਗੁੰਡਾ ਕਿਸਮ ਦੇ ਅਨਸਰ ਉਹਨੂੰ ਜਮਾਖੋਰੀ ਕਰ ਲੈਂਦੇ ਨੇ। ਜਮਾਖੋਰੀ ਖੋਲਣ ਸੁਣ ਲਓ, ਤੁਸੀਂ ਗੁੰਡਾ ਤੰਤਰ ਨੂੰ ਪੂਰਾ ਬਹਾਲ ਕਰ ਰਹੇ ਉਹ ਗੱਲ ਨੂੰ ਸਮਝ ਲਓ ਪਹਿਲਾਂ। ਸਮਝ ਲਿਆ ਜੀ। ਗੁੰਡਾ ਅਨਸਰ ਜਿਹੜੇ ਨੇ ਉਹ ਜਮਾਖੋਰੀ ਕਰਕੇ ਉਹ ਆਪਦੀ ਮਨਮਰਜ਼ੀ ਨਾਲ ਵੇਚਦੇ ਨੇ। ਜਦੋਂ ਅਸੀਂ ਜਮਾਖੋਰੀ ਜਿਹੜੀ ਹੈ ਵੀ ਅਸੀਂ ਹਰ ਇੱਕ ਨੂੰ ਕਹਾਂਗੇ ਭਾਈ ਤੁਸੀਂ ਆਪਣਾ ਇੰਨਾ ਕੁਝ ਜਮਾ ਕਰ ਸਕਦੇ ਹੋ। ਇੰਨਾ ਕੁਝ ਨਹੀਂ ਖੁੱਲਾ ਹੀ ਆ ਜੀ, ਇੰਨਾ ਕੁਝ ਤਾਂ ਹੈ ਹੀ ਨਹੀਂ, ਕੋਈ ਕੰਡੀਸ਼ਨ ਨਹੀਂ ਹੈਗੀ। ਨੋ 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 ਨੋ, ਇਹਦਾ ਜਵਾਬ ਮੰਗੋ। ਗਰਗ ਸਾਹਿਬ ਜਵਾਬ ਦਿਓ। ਆਪਸ ਚ ਕੰਪੀਟੀਸ਼ਨ ਰਹੂਗਾ ਕਿ ਗਰਗ ਨਹੀਂ? ਸਾਹਿਬ ਤੁਸੀਂ ਕਿਹਾ ਉਹੀ ਆ ਗਈ ਨਾ ਗੱਲ ਆ ਗਈ ਉੱਥੇ, ਗੱਲ ਆ ਗਈ ਉੱਥੇ। ਇਹ ਠੀਕ ਸਮਝਦੇ ਆਪਣੇ ਨੂੰ। ਇਹ ਕਿੰਨਿਆਂ ਨੂੰ ਰੂਲ ਕੀਤਾ ਹੋਊਗਾ? ਇਹ 100 ਬੰਦੇ ਇਕੱਠੇ ਕੀਤੇ ਹੋਣਗੇ, 200 500 1000, ਉੱਥੇ ਲੱਖਾਂ ਬੰਦੇ ਮਤਲਬ ਪਾਗਲ ਆ। ਆਪਾਂ ਸਿਆਣੇ ਹੋ ਗਏ। ਤੁਸੀਂ ਆਪ ਕਹਤਾ ਵੀ ਇੱਕ ਵੀ ਸਾਰੇ ਤਾਂ ਨਹੀਂ ਕਰਨੇ, ਕੁਝ ਬੰਦੇ ਕਹਿੰਦੇ ਰੋਲਾ ਹੀ ਇਹੀ ਆ ਵੀ ਅੰਦਾਜ਼ੀ ਅੰਬਾਦੀ ਸਾਰਾ ਜਮਾ ਕਰ ਲੈਣਗੇ, ਬਾਕੀ ਮਰ ਜਾਣਗੇ। ਪੈਸੇ ਉਹਨਾਂ ਕੋਲ ਇਸ ਚੀਜ਼ ਚ ਨਹੀਂ ਆਣਗੇ। ਆਮ ਲੋਕ ਅਡਾਨੀ ਅੰਬਾਨੀ ਬਣਨਗੇ। 3-4 ਪਰਿਵਾਰ ਆਮ ਲੋਕਾਂ ਨੂੰ ਉਹ ਕਹਿੰਦੇ ਵੀ ਤੁਸੀਂ ਆਪਣੀ ਇੱਕ ਕਮੇਟੀ ਬਣਾਓ, ਆਪ ਤੁਸੀਂ ਸਟੋਰੇਜ ਕਰੋ। ਮਾਰਜੋ ਸੁਪਰੀਮ ਕੋਰਟ ਨੇ ਕਮੇਟੀ ਬਣਾਈ, ਹਾਲਾਤ ਇਹ ਨੇ ਕਾਨੂੰਨ ਦੇ, ਉਹਨੂੰ ਕਮੇਟੀ ਛੱਡ ਕੇ ਚਲੇ ਗਏ ਲੋਕ, ਕਮੇਟੀ ਛੱਡ ਕੇ ਭੱਜ ਗਏ। ਇਹ ਤੋਂ ਵੱਡਾ ਕੀ ਹੋ ਸਕਦਾ? ਸੁਪਰੀਮ ਕੋਰਟ ਮਾਰਜੋ ਜਦੋਂ ਉਹਨਾਂ ਨੂੰ ਧਮਕੀਆਂ ਆਉਣਗੀਆਂ ਤਾਂ ਕੀ ਕਰਨਗੇ? ਨਹੀਂ, ਉਹਨਾਂ ਨੇ ਆ ਕੇ ਜੁਆਇਨ ਕੀਤਾ। ਮੈਂ ਦੱਸਦਾ, ਇਹਨਾਂ ਦੀ ਜਾਣਕਾਰੀ 'ਚ ਕਮੀ ਹੈ। ਉਹਨਾਂ ਨੇ ਰਾਜੋਵਾਲ ਦੀ ਆ ਕੇ ਜਥੇਬੰਦੀ ਜੁਆਇਨ ਕਰਕੇ ਕਿਹਾ ਕਿ ਕਾਨੂੰਨ ਗਲਤ ਹੈ, ਮੈਂ ਇਹਦਾ ਹੱਕ ਪਾ ਕੇ। ਇਹ ਪਹਿਲਾ ਬਿੱਲ, ਫਿਰ ਉਹ ਆਏ ਕਿਉਂ? ਫਿਰ ਉਹ ਆ ਕੇ ਐਵੇਂ ਧਮਕੀਆਂ ਮਿਲੀਆਂ। ਤੁਹਾਡੇ ਬੰਦੇ ਨੂੰ ਧਮਕੀਆਂ ਮਿਲਦੀਆਂ, ਸਰਕਾਰ ਇਹਨਾਂ ਦੀ ਏਜੰਸੀ, ਇਹਨਾਂ ਦੀ ਰਾਹ, ਇਹਨਾਂ ਦੀ ਧਮਕੀਆਂ ਇਹਨਾਂ ਨੂੰ ਮਿਲ ਰਹੀਆਂ। ਵਾਹ ਜੀ ਵਾਹ। ਗੱਲ ਇਹ ਹੈ ਜੀ, ਰਾਜਨੀਤੀ ਕਿਸਾਨਾਂ ਨੂੰ ਕਿਸਾਨ ਅੰਦੋਲਨ ਲੜਨ ਦਿਓ। ਸਾਰੀ ਰਾਜਨੀਤਿਕ ਪਾਰਟੀਆਂ ਨੂੰ ਆ ਕੈਮਰੇ ਤੋਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਉਹਨਾਂ ਦਾ ਜਿਹੜਾ ਅੰਦੋਲਨ ਇਹਨੂੰ ਖਰਾਬ ਨਾ ਕਰੋ। ਔਰ ਕੇਂਦਰ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਕਰਦਾ ਸਾਰੇ ਵਪਾਰਿਕ ਵਰਗ ਵੱਲੋਂ ਵੀ ਨਾਲ ਕਿਸਾਨਾਂ ਦੇ ਨਾਲ ਸਾਡਾ ਵੀ ਸੋਚ ਲਓ। ਸਾਡੇ ਵਪਾਰ ਦਾ ਵੀ ਨੁਕਸਾਨ ਹੋ ਰਿਹਾ, ਸਾਡੇ ਘਰਾਂ ਕਿਸਾਨ ਭੈਣ ਭਰਾ ਉੱਤੇ ਮਰ ਰਹੇ ਨੇ, ਉਹਨਾਂ ਬਾਰੇ ਸੋਚੋ, ਸਾਡੇ ਬਾਰੇ ਵੀ ਸੋਚੋ। ਪਿੱਛੇ ਸਾਡੇ ਵਪਾਰ ਵੀ ਖਤਮ ਹੋ ਗਏ ਤੇ ਤੁਸੀਂ ਇਹਨੂੰ ਜੇ ਸਾਡੇ ਭਰਾਵਾਂ ਨੂੰ ਨਹੀਂ ਚਾਹੀਦੇ ਕਾਨੂੰਨ, ਤੁਸੀਂ ਜ਼ਬਰਦਸਤੀ ਕਿਉਂ ਥੋਪ ਰਹੇ ਹੋ ਉਹਨਾਂ ਦੇ ਉੱਤੇ? ਤੋਂ ਬਾਅਦ ਕਦੀ
ਲਾਲ ਕਿਲੇ ਦਾ ਜੋ ਇਨਸੀਡੈਂਟ ਕੱਲ ਦੇਖਿਆ ਕਦੀ ਨਹੀਂ ਹੋਇਆ ਸੀ। ਔਰ ਲੋਕਤੰਤਰ 'ਚ ਬੜੇ ਬੜੇ ਸੰਘਰਸ਼ ਦੇਖੇ, 200 ਦੇ ਕਰੀਬ ਜਿਹੜੇ ਮਾਸੂਮ ਬੇਕਸੂਰ ਲੋਕਾਂ ਦੀ ਸ਼ਹਾਦਤ ਵੀ ਇਦਾਂ ਨਹੀਂ ਦੇਖੀ ਸੀ। ਹੁਣ ਰਹਿਮ ਕਰਨਾ ਚਾਹੀਦਾ, ਰਹਿਮ ਕਰਨਾ ਚਾਹੀਦਾ ਸੱਤਾ ਪਕਸ਼ ਨੂੰ ਕਿ ਇਹਨੂੰ ਇਹ ਜਿਹੜਾ ਪੀੜਾ ਹੈ, ਇਹ ਪੀੜਾ ਦੇਸ਼ ਦੀ ਹੈ, ਇਹ ਖਤਮ ਹੋਵੇ। ਇਹਨੂੰ ਨਿੱਜੀ ਔਰ ਡਿਕਟੇਟਰਸ਼ਿਪ ਨਾਲ ਨਹੀਂ ਦੇਖਣਾ ਚਾਹੀਦਾ। ਸਵਾਲ ਲਊਂਗਾ। ਚਲੋ ਮਹਿਤਾ ਸਾਹਿਬ ਨੇ ਗੱਲ ਕੀਤੀ ਲਾਲ ਕਿਲੇ, ਆਪਾਂ ਦੁਬਾਰਾ ਆਵਾਂਗੇ, ਡਿਬੇਟ ਫਿਰ ਲੰਬੀ ਚੱਲ ਜਾਏਗੀ। ਲਾਲ ਕਿਲੇ ਦਾ ਮੰਦਭਾਗਾ ਇੰਸੀਡੈਂਟ ਵੀ ਹੋ ਗਿਆ, 200 ਤੋਂ ਵੱਧ ਸ਼ਹਾਦਤਾਂ ਵੀ ਹੋ ਗਈਆਂ। ਸ਼ਹਾਦਤਾਂ ਮੈਂ ਕਹਿੰਦਾ ਸਭ ਤੋਂ ਉੱਪਰ ਨੇ, ਇਨਸਾਨ ਦੀ ਜਾਨ ਦੇਣੀ ਸਭ ਤੋਂ ਉੱਪਰ ਹੁੰਦੀ ਹੈ। ਸਰਕਾਰ ਨੂੰ ਹੁਣ ਸਮਝ ਲੈਣਾ ਚਾਹੀਦਾ ਵਾ, ਹੁਣ ਅੜੀਅਲ ਰਵੱਈਆ ਛੱਡਣਾ ਚਾਹੀਦਾ, ਕਿਉਂਕਿ ਲੋਕ ਰਾਜ ਦੇ ਵਿੱਚ ਲੋਕ ਵੱਡੇ ਹੁੰਦੇ ਨੇ। ਅੜੀਅਲ ਸਰਕਾਰ ਕਿੱਥੇ ਹੈ? ਅੜੀਅਲ ਸਰਕਾਰ ਕਾਨੂੰਨ ਨਹੀਂ ਚਾਹੀਦਾ, ਰੱਦ ਕਰ ਦਿਓ। ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ, ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ। ਬਾਰ-ਬਾਰ ਕਹਿੰਦੀ ਵੀ ਆਓ ਆਪਾਂ ਟੇਬਲ ਤੇ ਬੈਠੀਏ। ਖਲਕ ਸਾਹਿਬ ਟੇਬਲ ਤੇ 11 ਵਾਰ ਬਹਿ ਕੇ ਕੁਝ ਨਹੀਂ ਨਿਕਲਿਆ ਹੈਗਾ। ਹੁਣ ਜਦ ਤੱਕ ਟੇਬਲ ਤੇ ਪ੍ਰਧਾਨ ਮੰਤਰੀ ਆਪ ਬਹਿਣ ਲੱਗੇ, ਪ੍ਰਧਾਨ ਮੰਤਰੀ ਕਿਉਂ ਨਹੀਂ ਬਹਿੰਦੇ? ਪੋਲੀਟੀਕਲ ਕੰਮ ਚਾਹੁੰਦਾ ਹੈ, ਤੁਹਾਡਾ ਬੇਟਾ ਵਕੀਲ ਬਣਨਾ ਚਾਹੁੰਦਾ, ਵੀ ਡਾਕਟਰ ਬਣਾ ਦੋਗੇ? ਪੋਲਿਟਿਕਸ ਕੰਮ ਕਰਦੀ ਹੈ, ਪੋਲਿਟਿਕਸ ਕੰਮ ਕਰਦੀ ਹੈ ਉਹਦੇ ਪਿੱਛੇ। ਪ੍ਰਧਾਨ ਸਾਹਿਬ ਪ੍ਰਧਾਨ ਮੰਤਰੀ ਕਿਉਂ ਨਹੀਂ ਬਹਿੰਦੇ? ਪ੍ਰਧਾਨ ਮੰਤਰੀ ਬਹਿਣ ਇੱਕ ਵਾਰ ਆ ਕੇ। ਦੀ ਹੀ ਅਗਵਾਈ ਦੇ ਅੰਦਰ ਸਾਰਾ ਕੁਝ ਚੱਲ ਰਿਹਾ ਹੈ। ਅਗਵਾਈ ਪ੍ਰਧਾਨ ਮੰਤਰੀ ਜੀ ਹੋਰ ਪਾਸੇ ਪ੍ਰਧਾਨ ਮੰਤਰੀ ਜੀ ਬਗੈਰ ਦੇਸ਼ ਵਿਦੇਸ਼ਾਂ 'ਚ ਬੈਠੇ ਜਿਹੜੇ ਮਸਲੇ ਹੋ ਰਹੇ ਉਹਨਾਂ ਤੇ ਚਰਚਾ ਕਰ ਰਹੇ ਆ। ਕਿਸਾਨਾਂ ਦੀ ਸ਼ਹਾਦਤ ਤੇ ਇੱਕ ਮਸਲਾ ਨਹੀਂ, ਇੱਕ ਸੰਵੇਦਨਾ ਨਹੀਂ। ਵੈਸੇ ਹਿੰਸਾ ਹੁੰਦੀ ਆ ਉੱਤੇ ਜਵਾਬ ਕ੍ਰੀਏਟ ਹੁੰਦਾ ਵਾ। ਆਪਣੇ ਦੇਸ਼ ਦੇ ਨਾਗਰਿਕ ਮਰ ਗਏ। ਮੈਂ ਕਹਿੰਦਾ ਕੁਝ ਮੈਂ ਅੱਜ ਕਹਿੰਦਾ ਸਾਰੇ ਪਾਰਟੀਬਾਜੀ ਛੱਡ ਕੇ ਆਪਾਂ ਕਿਸਾਨਾਂ ਦੇ ਮੁੱਦੇ ਦੀ ਗੱਲ ਕਰੀਏ। ਅੱਜ ਭਾਰਤੀ ਜਨਤਾ ਪਾਰਟੀ ਨੂੰ ਸਿੱਖਣ ਦੀ ਲੋੜ ਹੈ। ਕੱਲ ਦੇ ਇਨਸੀਡੈਂਟ ਤੋਂ ਤਿਰੰਗੇ ਨੂੰ ਸਾਡਾ ਸਲੂਟ ਹੈ, ਨਿਸ਼ਾਨ ਸਾਹਿਬ ਨੂੰ ਸਾਡਾ ਸਿਜਦਾ, ਹਿੰਦੂ ਧਰਮ ਦੇ ਝੰਡੇ ਨੂੰ ਸਿਜਦਾ ਆ, ਸਾਰੇ ਧਰਮਾਂ ਦੇ ਧਰਮ ਨੂੰ ਸਿਜਦਾ ਆ ਸਾਡੇ ਝੰਡਿਆਂ ਨੂੰ। ਪਰ ਜਿਹੜਾ ਤਿਰੰਗਾ ਹੈ ਨਾ, ਇੱਕ ਪਹਿਚਾਨ ਹੈ ਸਾਡੀ ਸਮੁੱਚੀ, ਤੇ ਅਸੀਂ ਉਹਨੂੰ ਜਿਹੜੇ ਮੈਂ ਕਿਸਾਨ ਆਗੂ ਨੂੰ ਵੀ ਕਹਾਂਗਾ ਕੱਲ ਦੇ ਇਨਸੀਡੈਂਟ ਤੋਂ ਉਹ ਵੀ ਸਿੱਖਣ, ਉਹ ਵੀ ਸੁਚੇਤ ਰਹਿਣ। ਜਿਹੜੇ ਮਾੜੇ ਅਨਸਰ ਹੈ, ਜਿਹੜੇ ਲੱਗਦਾ ਪਿਆ ਵੀ ਕਿਸੇ ਨੂੰ ਭੜਕਾਉਂਦੇ ਆ, ਤੁਹਾਡੇ ਜਿਹੜੇ ਮੂਵਮੈਂਟ ਨੂੰ ਖਰਾਬ ਕਰਦੇ। ਜਿਹੜੀ ਮੂਵਮੈਂਟ ਕਿੰਨੀ ਸੋਹਣੀ ਸੀ, ਹਜ਼ਾਰਾਂ ਕਿਲੋਮੀਟਰ ਲੱਗਣਾ ਸੀਗਾ ਵੀ ਇੱਕੋ ਇੱਕ ਕਿਸਾਨ ਖੜਾ ਆ, ਪਰ ਉਹ ਮੂਵਮੈਂਟ ਨੂੰ ਚਲਾ ਕਿੱਧਰ ਗਿਆ ਦੂਜੇ ਪਾਸੇ। ਉਹ ਪਤਾ ਹੀ ਨਹੀਂ ਲੱਗਿਆ ਵੀ ਉਹ ਮਾਰਚ ਕੀ ਸੀਗਾ। ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਸ਼ੁਰੂਆਤ 'ਚ, ਮਾਵਾਂ ਨੇ ਆ ਕੇ ਫੁੱਲਾਂ ਦੀ ਵਰਖਾ ਕੀਤੀ, ਪਰ ਉਸ ਤੋਂ ਬਾਅਦ ਕੀ ਹੋ ਗਿਆ? ਸਾਰਾ ਉਹ ਚੀਜ਼ ਖਤਮ ਹੋ ਗਈ, ਉਹ ਚੀਜ਼ ਖਤਮ ਹੋ ਗਈ। ਦੇਖੀ ਨਹੀਂ ਸੀ ਜੋ ਅੱਜ ਸਰਕਾਰ ਨੂੰ ਵੀ ਇੱਥੋਂ ਸਿੱਖ ਲਵੇ। ਦੇਖੋ ਅਸੀਂ ਆਪਣੀ ਪਾਰਟੀਬਾਜੀ ਦਾ ਜਿਹੜੀਆਂ ਚੀਜ਼ਾਂ ਛੱਡੀਆਂ ਝੜਤੀਆਂ ਸੀ, ਜੋ ਕਰਨਾ ਸੀ ਆਪਣੇ ਵੱਲੋਂ ਕਰ ਚੁੱਕੇ। ਜਿੱਥੇ ਸਾਡੀ ਜ਼ਰੂਰਤ ਹੋਗੀ ਅਸੀਂ ਫਿਰ ਕਰਾਂਗੇ। ਪਾਰਟੀਬਾਜੀ ਨਹੀਂ, ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ, ਚਾਹੇ ਕਾਂਗਰਸ ਹੈ, ਚਾਹੇ ਆਮ ਜਥੇਬੰਦੀਆਂ ਨੇ ਕੋਈ ਬਿਲੋਂਗ ਕਰਦਾ, ਚਾਹੇ ਭਾਰਤੀ ਜਨਤਾ ਪਾਰਟੀ। ਅੱਜ ਭਾਰਤੀ ਜਨਤਾ ਪਾਰਟੀ ਵੀ ਸਿੱਖੇ, ਲੋਕ ਵੀ ਸਿੱਖਣ। ਕਿਤੇ ਇਹ ਨਾ ਹੋਵੇ ਕਿ ਅਸੀਂ ਇਹੋ ਜਿਹਾ ਫਿਰ ਸੰਤਾਪ ਦੇ ਵਿੱਚ ਵੜ ਜਾਈਏ, ਫਿਰ 30-40 ਸਾਲ ਦੁਬਾਰਾ ਨਾ ਉੱਠ ਪਾਈਏ। ਮੈਂ ਆਖਿਰ ਦੇ ਵਿੱਚ ਸਾਰੇ ਚਲੋ ਇਹਨਾਂ ਦੋਨੇ ਤਿੰਨੇ ਪਾਰਟੀਆਂ ਦਾ ਮੈਂ ਧੰਨਵਾਦ ਕਰਦਾ ਜੋ ਇਹ ਕਹਿੰਦੇ ਨੇ ਵੀ ਅਸੀਂ ਇਹ ਜਿਹੜੀ ਖਾਲਿਸਤਾਨ ਦੀ ਗੱਲ ਕਰਦਾ। ਮੈਂ ਇੱਕ ਗੱਲ ਹੋਰ ਕਲੀਅਰ ਕਰਦਾ, ਇੱਕ ਗੱਲ ਹੋਰ ਕਲੀਅਰ ਕਰ ਦਿੰਦਾ ਵਾ। ਆ हिंदू लीडर ने ये बार बार गल आउंदी सी, ये तो सिखों का अंदोलन है, ये पंजाबियों का अंदोलन है। सिख लीडर खड़ा वा, ये कहंदा किसानां दी गल भी सुनो, साडे भरा ने व्यापारियों दी गल भी सुनो। इत्थे हुण दो टुक जवाब दिओ ते आपां चर्चा नूं ਹੁਣ ਕੱਲ ਜਿਹੜੀ ਜੋ ਇਹ ਉੱਥੇ ਖਾਲਿਸਤਾਨੀ ਅਨਸਰ ਆਏ ਨੇ, ਤਾਂ ਕੀ ਉਹਨਾਂ ਦੀ ਕੋਈ ਘੁਸਪੈਠ ਨਹੀਂ ਸੀ? ਸਰਕਾਰ ਕੀ ਕਰਦੀ? ਸਵਾਲ ਫਿਰ ਉੱਥੇ ਆ ਜਾਂਦਾ। ਮੈਂ ਕਹਿੰਦਾ ਆਪਾਂ ਚਰਚਾ ਨੂੰ ਲੰਬੀ ਨਾ ਖਿੱਚੀਏ। ਸਰਕਾਰ ਕੀ ਕਰਦੀ ਸੀ? ਆਈਬੀ ਕੀ ਕਰਦੀ ਆ? ਇੰਟੈਲੀਜੈਂਸ। ਮੈਂ ਧੰਨਵਾਦ ਇਸੇ ਗੱਲ ਦਾ ਕਰਦਾ। ਇਹ ਕਹਿੰਦੇ ਨੇ ਖਾਲਿਸਤਾਨੀ ਜਿਹੜੇ ਅਨਸਰਾਂ ਨੇ ਜੋ ਕੀਤਾ ਉਹ ਗਲਤ ਕੀਤਾ, ਉਹ ਗੁੰਡਾ ਅਨਸਰ ਸੀ। ਇਹ ਉਹਨਾਂ ਦੇ ਸਾਰੇ ਦੇ ਨਿਖੇਧੀ ਕਰਨ, ਇਹ ਨਿਖੇਧੀ ਕਰਨ। ਕੋਈ ਇਹੋ ਜਿਹੀ ਲੜਾਈ ਹੈ ਹੀ ਨਹੀਂ। ਇਹਨਾਂ ਦਾ ਧੰਨਵਾਦ ਕਰਦੇ। ਖਾਲਿਸਤਾਨ ਦਾ ਮੁੱਦਾ ਨਹੀਂ ਹੈਗਾ। ਮੇਰੀ ਕੱਲ ਦੀ ਤੁਸੀਂ ਵੀਡੀਓ ਚੈੱਕ ਕਰ ਲਓ। ਮੈਂ ਕਿਹਾ ਸਾਡਾ ਟਾਰਗੇਟ ਇਹ ਨਹੀਂ ਹੈਗਾ, ਸਾਡਾ ਟਾਰਗੇਟ ਕਾਲੇ ਰੂਲ ਰੱਦ ਕਰਾਣਾ ਹੈ ਬਸ। ਖਾਲਿਸਤਾਨ ਦਾ ਝੰਡਾ ਨਹੀਂ ਲਹਿਰਾਇਆ ਗਿਆ। ਪਹਿਲੀ ਗੱਲ ਕਲੀਅਰ ਕਰੋ, ਉੱਥੇ ਖਾਲਿਸਤਾਨ ਦਾ ਝੰਡਾ ਨਹੀਂ ਲਹਿਰਾਇਆ ਗਿਆ। ਝੰਡਾ ਹੀ ਨਹੀਂ। ਦੇਖੋ ਮੇਰੀ ਗੱਲ ਸੁਣੋ, ਦੇਖੋ ਇਸ ਚੀਜ਼ ਤੇ ਥੋੜਾ ਜਿਹਾ ਮੈਂ ਡਿਫਰ ਕਰ ਦਿੰਦਾ। ਪਹਿਲੀ ਗੱਲ, ਖਾਲਿਸਤਾਨ ਆਪਾਂ ਕਰਦੇ ਆ, ਉਹ ਕਿਹੜਾ ਯਾਰ ਇੱਕ ਸਿੰਬੋਲਿਕ ਉਹਦਾ ਕੋਈ ਚਿੰਨ੍ਹ ਹੈਗਾ, ਠੀਕ ਹੈ ਨਾ। ਜਿਹੜਾ ਪੰਨੂ ਵਰਗਾ ਕੁੱਤਾ ਬੈਠਾ ਹੈ, ਉਹ ਦੇਖੋ ਦੋਹਰੀ ਰਾਜਨੀਤੀ ਕਰਦਾ, ਉਹ ਸਾਡੇ 'ਚ ਵਿਗਾੜ ਪਾਉਣ ਦੀ ਗੱਲ ਕਰਦਾ ਹਿੰਦੂ ਸਿੱਖਾਂ ਦੇ। ਉਹ ਜਾਣ ਕੇ ਲੋਕਾਂ ਨੂੰ ਪੈਸੇ ਕਰਦਾ। ਉਹਦੇ ਦੇਖੋ ਗੋਸ਼ਾ ਜੀ ਬਿਲਕੁਲ ਹੁੰਦਾ ਉਹਦੀ ਕੀ ਔਕਾਤ ਹੈ ਵੀ ਇਕੱਲਾ ਐਡਾ ਕੁਝ ਕਰ ਜਾਵੇ। ਕਿਤੇ ਨਾ ਕਿਤੇ ਏਜੰਸੀਆਂ, ਕਿਤੇ ਨਾ ਕਿਤੇ ਸਰਕਾਰਾਂ ਦਾ ਰੋਲ ਹੁੰਦਾ ਹੈ। ਲੇਕਿਨ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, ਦੇਖੋ ਸਰਕਾਰ ਨੇ ਫਿਰ ਜਦੋਂ ਅੰਦੋਲਨ ਚੱਲਣਾ, ਆਰੋਪ ਪ੍ਰਤਿਆਰੋਪ ਲੱਗਣੇ ਆ। ਇਹਨਾਂ ਨੇ ਕਹਿਣਾ ਉਹ ਖਾਲਿਸਤਾਨੀ, ਉਹ ਕਹਿੰਦੇ ਉਹ ਆਤੰਕਵਾਦੀ, ਉਹ ਕਹਿੰਦੇ ਉਹ। ਇਹਦੀ ਕੁੱਲ ਗੱਲ ਕੀ ਹੈ? ਦੋਨਾਂ ਪਾਸੇ ਗੱਲ ਮੰਨ ਲਈਏ। ਪੰਨੂ ਵੀ ਆਪਣੇ ਮਨਸੂਬਿਆਂ 'ਚ ਕਾਮਯਾਬ ਹੋਇਆ। ਕੁਝ ਸ਼ਰਾਰਤੀ ਅਨਸਰਾਂ ਨੇ ਉਹਦਾ ਜਿਹੜਾ ਐਲਾਨ ਕੀਤਾ ਸੀ ਉਹ ਵੀ ਪੂਰਾ ਕੀਤਾ। ਸਰਕਾਰ ਵੱਲੀ ਗੱਲ ਕਰੀਏ ਤਾਂ ਸਰਕਾਰ ਆਪਣੀ ਜ਼ਿੰਮੇਵਾਰੀਆਂ ਤੋਂ ਕਿਤੇ ਨਾ ਕਿਤੇ ਕੱਲ ਭੱਜਦੀ ਦਿਖੀ ਹੈ। ਸਰਕਾਰ ਨੇ ਜਾਣ-ਬੁੱਝ ਕੇ ਉੱਤੇ ਸਾਰਾ ਕੁਝ ਹੋਣ ਦਿੱਤਾ, ਕਿਉਂਕਿ ਸਰਕਾਰਾਂ ਕੋਲ ਫੌਜਾਂ ਨੇ, ਪੁਲਿਸ ਹੈ। ਕਿੱਥੇ ਗਈ ਸਾਰੀ? ਪਹਿਲੇ ਗੱਲ ਤੋਂ ਹੀ ਗੱਲ ਕਹਿ ਰਿਹਾ ਸੀ। ਮੈਂ ਕਹਾਂ ਜੀ ਜ਼ਿੰਮੇਵਾਰੀ ਬਿਲਕੁਲ ਸਰਕਾਰ ਦੀ। ਇਹ ਰਾਜਨੀਤਿਕ ਨਹੀਂ ਹੈਗੇ। ਬਿਲਕੁਲ ਮੈਂ ਕਹਿੰਦਾ ਸਰਕਾਰਾਂ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ। ਆਪਾਂ ਇਸ ਚੀਜ਼ ਤੋਂ ਮੁਨਕਰ ਨਹੀਂ ਹੈ ਵੀ ਸਰਕਾਰ ਦੀ ਮਨਮੋਹਨ ਸਿੰਘ ਹੋਰਾਂ ਦਾ ਮੰਗੀ ਹੈ, ਪ੍ਰਕਾਸ਼ ਸਿੰਘ ਬਾਦਲ ਦਾ ਮੰਗੀ ਹੈ। ਕਿਹੜਾ ਰਿਜ਼ਾਈਨ ਮਨਮੋਹਨ ਸਿੰਘ ਦਾ ਮੰਗੀ ਹੈ, ਪ੍ਰਕਾਸ਼ ਸਿੰਘ ਬਾਦਲ। ਕੌਣ ਜ਼ਿੰਮੇਵਾਰ? ਰਿਜ਼ਾਈਨ ਕਰੇ ਨਾ ਉਹ ਬੰਦਾ, ਗ੍ਰਹਿ ਮੰਤਰੀ ਰਿਜ਼ਾਈਨ ਕਰੇ। ਸਾਹਮਣੇ ਆ ਜਾਣਾ
ਇਹੋ ਜਿਹੇ ਇਨਸੀਡੈਂਟ ਪਹਿਲਾਂ ਵੀ ਹੁੰਦੇ ਰਹੇ ਆ। ਜੇ ਜਿਹੜੇ ਗ੍ਰਹਿ ਮੰਤਰੀ ਨੇ ਸੁਣ ਲਿਆ ਨਾ ਇਹਨਾਂ ਦੇ ਉੱਪਰਲੇ ਲੀਡਰ ਵੀ ਚੜ ਜਾਣੇ ਜੇ, ਇਹ ਵੀ ਸੁਣ ਲਿਓ। ਕੋਈ ਗੱਲ ਨਹੀਂ ਹੈ, ਸਾਨੂੰ ਅਸੀਂ ਬੋਲਦੇ ਆ ਬੇਬਾਕ ਹੀ ਬੋਲਦੇ ਆ ਤੇ ਰਹਿ ਗਈ ਗੱਲ। ਅੱਜ ਇਹ ਬੋਲ ਰਹੇ ਆ, ਕੱਲ ਬੀਬੀ ਸਿਮਰਤ ਕੌਰ ਕਹਿੰਦੀ ਹੁੰਦੀ ਸੀ ਪੋਲੀਟੀਕਲ ਗੱਲਾਂ ਦੇ ਪੋਲੀਟੀਕਲ ਨਹੀਂ ਆ। ਸੁਣੋ ਕੀ ਗੱਲ ਜਦੋਂ ਜਵਾਬ ਨਹੀਂ ਹੁੰਦਾ ਨਾ, ਜਦੋਂ ਜਵਾਬ ਨਹੀਂ ਹੁੰਦਾ ਉਹ ਘੁਮਾ ਕੇ ਬੀਬੀ ਬਾਦਲ ਕਹਿੰਦੀ ਹੁੰਦੀ ਨਹੀਂ ਸੀ, ਕਹਿੰਦੀ ਇਹ ਅਸੀਂ ਕਿਸਾਨਾਂ ਦੇ ਕਾਨੂੰਨ ਬਹੁਤ ਵਧੀਆ ਬਣਾਏ ਨੇ, ਕਿੰਨੀਆਂ ਉਹਨਾਂ ਦੀਆਂ ਵੀਡੀਓਜ਼ ਪਈਆਂ ਨੇ, ਉਹ ਅੱਜ ਤੱਕ ਵਧੀਆ ਅੱਜ ਤੱਕ ਹੁਣ ਗਲਤ ਹੋ ਗਿਆ। ਗੱਲ ਸਾਹਿਬ ਜੇ ਇਹਨਾਂ ਨੇ ਗੱਲ ਕੀਤੀ ਹੈ ਜਾਂ ਕੈਪਟਨ ਸਾਹਿਬ ਨੇ ਮੀਟਿੰਗਾਂ ਅਟੈਂਡ ਕੀਤੀਆਂ ਨੇ ਤਾਂ ਇਹਨਾਂ ਦਾ ਪੰਜਾਬ 'ਚ ਵਿਰੋਧ ਹੋ ਰਿਹਾ ਵਾ, ਫਿਰ ਤੁਸੀਂ ਕਿਉਂ ਨਹੀਂ ਇਸ ਗੱਲ ਨੂੰ ਸਮਝਦੇ? ਤੁਸੀਂ ਕਿਉਂ ਉਹ ਵੱਖਰੇ ਹੋ ਗਏ? ਬਿਲਕੁਲ ਇਹ ਫਿਰ ਅੱਜ ਉਹ ਕਾਨੂੰਨ ਮਾੜਾ ਹੋ ਗਿਆ। ਇੱਕ ਚੀਜ਼ ਅਸੀਂ ਜੀ ਕਾਨੂੰਨ ਤਾਂ ਸ਼ੁਰੂ ਤੋਂ ਮਾੜਾ, ਇਹਨੂੰ ਦੇਰ ਆ ਦਰੁਸਤ ਹੈ ਤਾਂ ਦੇਰ ਆ ਦਰੁਸਤ ਹੈ। ਗਰਗ ਸਾਹਿਬ ਦੇਰ ਆ ਦਰੁਸਤ ਹੈ, ਕੀ ਨਾਲ ਨਹੀਂ ਸੀ? ਜੇ ਅਸੀਂ ਇੱਕ ਵਾਰੀ ਗੋਸ਼ਾ ਜੀ ਗਰਗ ਸਾਹਿਬ ਦੀ ਗੱਲ ਵੀ ਸੁਣ ਲਓ। ਮੰਨ ਲਓ ਜੀ ਉਦੋਂ ਹਰਸਿਮਰਤ ਕੌਰ ਜੀ ਬਾਦਲ ਸਾਹਿਬ, ਹਰਸਿਮਰਤ ਕੌਰ ਮੈਡਮ ਮੰਤਰੀ ਸੀਗੇ, ਉਹਨਾਂ ਦੀ ਇਨਵੋਲਵਮੈਂਟ ਨਾਲ ਬਿੱਲ ਬਣਿਆ। ਮੈਂ ਇਹ ਕਹਿੰਦਾ ਗਲਤੀ ਹਰ ਇਨਸਾਨ ਕੋ ਹੁੰਦੀ, ਉਹ ਵੀ ਇਨਸਾਨ ਨੇ ਸਾਡੇ ਵਰਗੇ, ਖਾਂਦੇ ਪੀਂਦੇ, ਅੱਖਾਂ ਦੋ ਕੰਨ ਉਹਨਾਂ ਦੇ ਨੇ। ਜਦੋਂ ਉਹਨਾਂ ਨੂੰ ਗਲਤੀ ਦਾ ਜਨਤਾ ਦੇ ਦਿਲਾਂ ਦਾ ਅਹਿਸਾਸ ਹੋਇਆ, ਉਹਨਾਂ ਨੇ ਆਪਣਾ ਇੱਕ ਸੈਂਟਰ ਗਵਰਨਮੈਂਟ ਤੋਂ ਸੈਂਟਰ ਮਿਨਿਸਟਰੀ ਦਾ ਤਿਆਗ ਪੱਤਰ ਦਿੱਤਾ। ਤੁਸੀਂ ਕਿਉਂ ਨਹੀਂ ਆਂਦੇ ਵੇ? ਮੇਰਾ ਤਾਂ ਸਵਾਲ ਇੱਕੋ ਗੱਲ, ਮੈਂ ਪੋਲੀਟੀਕਲ ਨਹੀਂ ਹੈਗਾ। ਉਹ ਯਾਰ ਇਨਸਾਨ, ਇੱਕ ਵਪਾਰੀ ਖਰਾਬ ਹੋ ਰਿਹਾ, ਇੱਕ ਸਾਡੇ ਕਿਸਾਨ ਮਰਨ ਲੱਗ ਪਏ, ਅਸੀਂ ਸਾਡੇ ਵਰਗੇ ਬਾਂਸੀਆਂ, ਇਹ ਅੰਦੋਲਨ ਚੱਲਦਾ ਰਿਹਾ, ਮਹੀਨੇ ਬਾਅਦ ਸਾਡੇ ਵਰਗੇ ਵਪਾਰੀਆਂ ਨੇ ਬਾਂਸੀਆਂ ਲਾ ਲੈਣੀਆਂ, ਫਿਰ ਕਿਹਨੂੰ ਸ਼ਹੀਦੀ ਦਾ ਦਰਜਾ ਦੇਣਾ? ਤੁਸੀਂ ਇਹ ਗੱਲ ਨੂੰ ਸਮਝ ਨਹੀਂ ਰਹੇ। ਕਾਨੂੰਨ ਇਹੀ ਜਿਹੜਾ ਸਮਝ ਰਹੇ ਬਣਿਆ ਹੋ ਹੋਇਆ ਨਾ ਮੇਰੇ, ਬਿਲਕੁਲ ਨਹੀਂ ਸਮਝ ਰਹੇ। ਅੱਜ ਸਮਝਾ ਦਿਓ, ਆਪਾਂ ਚੌਕੜੀ ਮਾਰ ਕੇ ਬਹਿ ਜਾਂਦੇ ਇਹਨਾਂ ਨੂੰ। ਅਸੀਂ ਕਹਿੰਦੇ ਦੇਸ਼ ਕਿਉਂ ਦੇਖੋ ਜਿਹੜੀਆਂ 11 ਮੀਟਿੰਗਾਂ ਹੋਈਆਂ ਨੇ, ਉਹ ਕਾਦੇ ਵਾਸਤੇ ਹੋਈਆਂ ਨੇ? ਇਹ ਤਾਂ ਸਰਕਾਰ ਨੂੰ ਪਤਾ ਜੀ, ਸਰਕਾਰ ਨੂੰ ਪਤਾ, ਕਿਉਂਕਿ ਕਿਸਾਨ ਆਗੂ ਨੇ ਕਹਿੰਦੇ ਯੈਸ ਔਰ ਨੋ। ਸਰਕਾਰ ਕਿਤੇ ਨਾ ਕਿਤੇ ਗੱਲ ਚਾਹੁੰਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮਸਲਾ ਹੱਲ ਹੋਵੇ। ਜੇ ਤਾਂ ਸਰਕਾਰ ਕਹਿੰਦੇ ਵੀ ਅੜੀਅਲ ਰਵਈਆ ਤਾਂ ਹੁੰਦਾ ਗੱਲ ਹੀ ਨਾ ਕਰਦੇ। ਗੱਲ ਕਰ ਰਹੇ ਆ ਨਾ। ਉਹ ਲਾਸਟ ਮੀਟਿੰਗ ਦਾ ਤੁਹਾਨੂੰ ਪਤਾ, ਤੁਹਾਨੂੰ Last ਤਾਂ ਨਹੀਂ meeting ਪਤਾ। ਲਾਸਟ ਵਿੱਚ ਉਹਨਾਂ ਨੇ ਕਹਿਤਾ ਹੁਣ ਨਹੀਂ ਹੋਣਾ ਜੀ, ਜੋ ਕਰਨਾ ਕਰ ਲਓ ਤੁਸੀਂ, ਤੁਹਾਡਾ 2 ਦਿਨ ਰਾਜ ਅਖੀਰ ਗੱਲ ਇਹ ਹੁੰਦੀ ਹੈ ਜੇ ਕਾਨੂੰਨ ਰੱਦ ਨਹੀਂ ਨਹੀਂ ਸਮਝਿਆ ਕਿ ਤੁਸੀਂ ਮੈਨੂੰ ਕੀ ਸਮਝਾਓ। ਮੇਰੀ ਗੱਲ ਸੁਣੋ, ਬੜਾ ਕੁਝ ਹੁੰਦਾ ਹੈ, ਦੁਬਾਰਾ ਫੇਰ ਹੋ ਜੂਗੀ ਮੀਟਿੰਗ, ਕੋਈ ਨਹੀਂ, ਉਹ ਤਾਂ ਦੁਬਾਰਾ ਗੱਲਬਾਤ ਹੋ ਜੂਗੀ। ਦੁਬਾਰਾ ਗੱਲਬਾਤ ਕਰਨ ਦੀ ਲੋੜ ਹੀ ਨਾ ਪਵੇ, ਬਿੱਲ ਰੱਦ ਕਰ ਦਿਓ, ਨਵੀਂ ਕਾਨੂੰਨ ਵਾਸਤੇ ਮੀਟਿੰਗ ਕਰੋ, ਨਵੇਂ ਕਾਨੂੰਨ ਵਾਸਤੇ ਮੀਟਿੰਗ ਕਰੋ। ਬਣਾ ਲਓ, ਉਹੀ ਨਾਮ ਰੱਖ ਲਓ ਕਾਨੂੰਨਾਂ ਦੇ ਨਾਮ ਉਹੀ ਰੱਖ ਲਓ। ਇਹਨਾਂ ਦੀ ਗੱਲ ਗਰਗ ਸਾਹਿਬ ਇਹ ਕਹਿ ਰਹੇ ਸੀ ਪੂਰੇ ਦੇਸ਼ 'ਚ ਇੱਕ ਦੇਸ਼ ਅਸੀਂ ਲੋਕਾਂ ਨੇ ਮਤ ਦੇ ਕੇ ਚੁਣਿਆ, ਠੀਕ ਹੈ। ਜੇ ਸਾਡੇ ਕੁਝ ਭੈਣ ਜੇ ਆਪਾਂ ਗੱਲ ਕਰਦੇ ਆ, ਪੰਜਾਬੀ ਜ਼ਿਆਦਾ ਨੇ ਉੱਥੇ, ਜਿੱਦਾਂ ਇਹ ਕਹਿ ਦਿੰਦੇ ਆਪਾਂ ਸਾਰੇ ਕਹਿੰਦੇ ਪੰਜਾਬ ਦੇ ਲੋਕ ਜ਼ਿਆਦਾ ਨੇ। ਚਲੋ ਪੰਜਾਬ, ਹਰਿਆਣਾ, ਹਿਮਾਚਲ, ਜਿੱਥੇ ਲੱਗਦਾ ਪਿਆ ਕਿਸਾਨ ਮਾੜਾ ਹੈ, ਉੱਥੇ ਰੱਦ ਕਰ ਦਿਓ, ਤੁਸੀਂ ਬਾਕੀ ਚਲਾ ਲਓ। ਸੌਖਾ ਕੰਮ ਹੈ ਜੀ, ਨਹੀਂ ਸੌਖਾ ਕੰਮ ਹੈ। ਕਹਿੰਦੇ ਕਾਨੂੰਨ ਰੱਦ ਨਹੀਂ ਹੋ ਸਕਦੇ, ਕਿੱਦਾਂ ਨਹੀਂ ਹੋ ਸਕਦੇ ਰੱਦ? ਰਾਜ ਸਭਾ ਆਪਣੀ, ਠੀਕ ਹੈ, ਲੋਕ ਸਭਾ ਆਪਣੀ, ਉੱਥੇ ਇੱਕ ਜਿਹੜਾ ਹੁਣ 29 ਤਰੀਕ ਨੂੰ ਉਹਨੇ ਸੈਸ਼ਨ ਸਾਰਿਆ ਬਜਟ ਦਾ 1 ਮਹੀਨੇ ਦਾ ਰੱਖ ਲਿਆ, ਉਹ 'ਚ 2 ਦਿਨ ਕਿਸਾਨਾਂ ਨੂੰ ਦੇ ਦਿਓ। ਕਿਸਾਨਾਂ ਦੇ ਕੁਛ ਨਾ ਕਰ, ਕਿਸਾਨ ਤਾਂ ਨਹੀਂ ਨਾਣੇ, ਰੀਪ੍ਰੈਜ਼ੈਂਟ ਕਰਨ ਵਾਲੇ MP ਬੈਠੇ ਆ ਜਿਨ੍ਹਾਂ ਨੂੰ ਜਿਤਾਇਆ ਲੋਕਾਂ ਨੇ, ਠੀਕ ਹੈ, ਉਹ ਆਪਣਾ ਜਵਾਬਦੇਹੀ ਦੇਣ, VOTING ਪਵਾ ਲੈਣ ਸਿੱਧੇ ਤਰੀਕੇ ਨਾਲ। ਜਿਹੜੀ ਰਾਜ ਸਭਾ ਦੇ ਵਿੱਚ ਹੇਰਾਫੇਰੀ ਹੋ ਗਈ, ਰਾਜ ਸਭਾ ਦੇ ਦੁਆਰਾ VOTING ਪਵਾਉਣ, ਜੇ ਕਾਨੂੰਨ ਪਾਸ ਹੋ ਜਾਣ ਫਿਰ ਤਾਂ ਸਾਰੇ MP ਦੁਖੀ ਹੋ ਗਏ, ਫਿਰ ਤਾਂ ਦਾਗੀ ਹੋ ਗਏ ਸਾਰੇ। ਫਿਰ ਜੇ ਬਿੱਲ ਪਾਸ ਨਹੀਂ ਹੁੰਦਾ ਤਾਂ ਕੈਂਸਲ ਕਰ ਦੇਣ, ਆਰਡੀਨੈਂਸ ਜਾਰੀ ਹੋ ਸਕਦਾ ਦੁਬਾਰਾ ਕੈਂਸਲ ਕਰਦਾ, ਤੇ ਅਮੈਂਡਮੈਂਟ ਕੀ ਕੁਐਸਚਨ ਵੀ ਸਭ ਕੁਝ ਹੁੰਦਾ ਜੀ। ਅਮੈਂਡਮੈਂਟ ਕਰਕੇ ਦੁਬਾਰਾ ਦੂਸਰਾ ਬਿੱਲ ਤਾਂ ਲਿਆਉਣਗੇ ਨਾ, ਬਿਲਕੁਲ ਲਿਆਉਣਗੇ ਨਾ। ਤੇ ਸਰਕਾਰ ਨੇ ਕੀ ਕਿਹਾ? ਕਹਿੰਦੇ 1.5 ਸਾਲ ਸਸਪੈਂਡ ਕਰ ਦਿੰਦੇ ਆ, ਤੁਸੀਂ ਆਪਣਾ ਏਜੰਡਾ ਦੱਸ ਦਿਓ ਕੀ ਹੈ। ਰੱਦ ਕਰਨ ਚ ਡਰ ਕੀ? ਕਮੇਟੀ ਬਣਾ ਜੀ, ਬਹੁਤ ਫਰਕ ਹੈ ਗਰਗ ਸਾਹਿਬ, ਬਹੁਤ ਫਰਕ Suspend ਹੈਗਾ ਵਾ। ਕਰਕੇ ਦੁਬਾਰਾ ਤੁਸੀਂ ਕਰਨਾ ਚਾਹੁੰਦੇ ਆ, ਸਸਪੈਂਡ ਤਾਂ ਕਰਨਾ ਚਾਹੁੰਦੇ ਵੀ 1.5 ਸਾਲ ਲੋਕੀ ਹੁਣ ਮੂਵਮੈਂਟ ਦੁਬਾਰਾ ਥੋੜਾ ਬਣ ਜਾਂਦੇ ਆ, ਵੀ ਮੂਵਮੈਂਟ ਘਰ ਆਵੇ ਤੇ ਬਸ ਲੋਕੀ ਇਹ ਹਮੇਸ਼ਾ ਹੀ ਉਦਾਂ ਦਾ ਵੀ ਲੰਬਾ ਕਰ ਦਿਓ। ਸੁਪਰੀਮ ਕੋਰਟ ਕਹਿੰਦੀ ਹੈ ਕਮੇਟੀ ਬਣਾਓ। ਮਕਸਦ ਵੀ ਇਹੀ ਸੀ, ਮੂਵਮੈਂਟ ਨੂੰ ਫੇਲ ਕੀਤਾ ਜਾਵੇ ਤੁਹਾਡਾ, ਉਹ ਜੋ ਵੀ ਮਕਸਦ ਇਹੀ ਹੈ ਨਾ, ਮੂਵਮੈਂਟ ਫੇਲ ਕਰਕੇ ਘਰੇ ਤੋੜ ਦਿੱਤਾ ਜਾਵੇ, ਦੁਬਾਰਾ ਮੂਵਮੈਂਟ ਬਣ ਜਾਵੇ। ਦੇਖੋ ਅੱਜ ਕੱਲ ਪੋਲੀਟੀਕਲ ਪਾਰਟੀਆਂ ਨੂੰ ਆਪਣੀਆਂ ਰੋਟੀਆਂ ਸੇਕਣ ਦਾ ਮੌਕਾ ਮਿਲ ਗਿਆ ਹੋਇਆ, ਹੋਰ ਕੁਝ ਨਹੀਂ ਹੈ। ਫੇਲ ਹੈ ਸਰਕਾਰ ਦਾ, ਫੇਲੀਅਰ ਨਿਕਲਿਆ ਕੱਲ। ਅੱਜ ਸਿਰਫ ਸਰਕਾਰ ਇਹ ਚਾਹੁੰਦੀ ਹੈ ਵੀ ਇਹਨੂੰ ਫੇਲ, ਕਿਸਾਨਾਂ ਦੇ ਅੰਦੋਲਨ ਨੂੰ ਫੇਲ ਕੀਤਾ ਜਾਵੇ, ਤੇ ਫਿਰ ਇਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣੇ। ਇਹਨਾਂ ਨੇ ਦੰਗੇ ਕਰਵਾ ਕੇ ਸਾਹ ਲੈਣਾ ਆ, ਉਦੋਂ ਸਾਰਿਆਂ ਨੂੰ ਭੁਗਤਣਾ ਪੈਣਾ, ਹਰ ਦੇਸ਼ ਵਾਸੀ ਨੂੰ ਭੁਗਤਣਾ ਪੈਣਾ। ਅੱਜ ਅਸੀਂ ਚਰਚਾ ਕੀਤੀ ਹੈ ਜੋ ਕੱਲ ਬੀਤੇ ਦਿਨੀ 26 ਜਨਵਰੀ ਵਾਲੇ ਦਿਨ ਲਾਲ ਕਿਲ੍ਹੇ ਤੇ ਜੋ ਘਟਨਾਕ੍ਰਮ ਹੋਇਆ, ਉਹ ਤੋਂ ਲੈ ਕੇ ਚਰਚਾ ਕੀਤੀ ਹੈ। ਅਕਾਲੀ ਦਲ ਨੇ ਆਪਣੀ ਗੱਲ ਕੀਤੀ ਹੈ, BJP ਆਪਣਾ ਗੱਲ ਕਰ ਰਹੀ ਹੈ ਵੀ ਨਹੀਂ, ਉੱਥੇ ਕਿਸਾਨ ਜਥੇਬੰਦੀਆਂ ਵੱਲ ਜੋ ਐਜੀਟੇਸ਼ਨ ਚੱਲ ਰਿਹਾ ਸੀ, ਕੁਝ ਬੰਦੇ ਅਜਿਹੇ ਆ ਗਏ। ਸੋ ਹਿੰਦੂ ਲੀਡਰ ਨੇ ਰੋਹਿਤ ਸਾਹਨੀ ਨੇ ਦੋਹਾਂ ਧਿਰਾਂ ਨੂੰ ਕਿਹਾ ਵੀ ਜਿੱਥੇ ਸਰਕਾਰ ਜ਼ਿੰਮੇਵਾਰ ਹੈ, ਉੱਥੇ ਕਿਸਾਨ ਜਥੇਬੰਦੀ ਵੀ ਇਸ ਲਈ ਜ਼ਿੰਮੇਵਾਰ ਨੇ। ਉਹਨਾਂ ਨੇ ਕਿਉਂ ਨਹੀਂ ਅਜਿਹੇ ਲੋਕ ਉੱਥੋਂ ਅਲੱਗ ਕੀਤੇ ਜੋ ਅਜਿਹੀ ਜਿਹੜੀ ਆ ਗੜਬੜੀ ਫੈਲਾਉਣਾ ਚਾਹੁੰਦੇ ਸਨ। ਸੋ ਕਾਂਗਰਸ ਪਾਰਟੀ ਆਪਣੀ ਗੱਲ ਕਰਦੀ ਹੈ। ਸੋ ਚਰਚਾ ਆਖਰ ਤੇ ਇੱਥੇ ਆ ਕੇ ਮੁੱਕਦੀ ਹੈ ਵੀ ਕਾਨੂੰਨ ਮਾੜੇ ਨੇ ਜਾਂ ਚੰਗੇ ਨੇ। ਸੋ BJP ਆਪਣਾ ਹਾਲੇ ਵੀ ਪੱਖ ਇਹੀ ਰੱਖ ਰਹੀ ਹੈ, ਕਾਨੂੰਨ ਚੰਗੇ ਨੇ। ਅਕਾਲੀ ਦਲ ਵੀ
ਕਹਿ ਰਿਹਾ ਕਾਨੂੰਨ ਮਾੜੇ ਨੇ, ਇਧਰੋਂ ਕਾਂਗਰਸ ਵੀ ਕਹਿ ਰਹੀ ਹੈ ਕਾਨੂੰਨ ਮਾੜੇ ਨੇ, ਹਿੰਦੂ ਲੀਡਰ ਸਾਡੇ ਨਾਲ ਖੜੇ ਨੇ, ਵਪਾਰੀ ਨੇ, ਉਹ ਕਹਿੰਦੇ ਨੇ ਕਾਨੂੰਨ ਮਾੜੇ ਨੇ, ਕਿਸਾਨਾਂ ਨੂੰ ਘਰੇ ਤੋਰੋ, ਉਹਨਾਂ ਦੇ ਕਾਨੂੰਨ ਰੱਦ ਕਰਕੇ ਤਾਂ ਜੋ ਸਾਡਾ ਵਪਾਰ ਚੱਲੇ, ਸਾਰੇ ਖੁਸ਼ੀ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਅਮਰਪਾਲ ਨਾਲ, ਦੇਖਦੇ ਰਹੋ ਪ੍ਰਾਈਮ ਉਹਦੇ। ਸਤਿ ਸ਼੍ਰੀ ਅਕਾਲ।